ਪੰਨੂ ਕਹਿ ਰਿਹਾ ਹੈ ਕਿ ਮੈਂ ਉਹਨਾਂ ਲੋਕਾਂ ਨੂੰ 75-7500 ਰੁਪਏ ਇਹ ਆਪਣਾ ਨੌਜਵਾਨਾਂ ਨੂੰ ਦਵਾਂਗਾ ਜਿਹੜੇ ਨੌਜਵਾਨ ਇਹਦਾ ਪ੍ਰਚਾਰ ਕਰਨ। ਸਿੱਖਾਂ ਨੇ ਕਦੇ ਵੀ ਪੈਸੇ ਦੇ ਲਈ ਜਾਂ ਦਿਹਾੜੀ ਦੇ ਲਈ ਯਾਨੀ ਕਿ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੀ ਕਦੇ ਚਾਹਤ ਰੱਖੀ ਹੈ ਕਿ ਕੋਈ ਸਾਨੂੰ ਪੈਸਾ ਦੇਵੇਗਾ ਫਿਰ ਅਸੀਂ ਆਹ ਕਰਾਂਗੇ। ਪੰਨੂ ਸਾਹਿਬ ਇਹ ਯਾਨੀ ਕਿ ਕਿੱਥੋਂ ਸਿੱਖ ਸਾਈਕੀ ਨੂੰ ਸਟੱਡੀ ਕਰ ਰਹੇ ਨੇ ਕਿ ਸਿੱਖ ਥੋੜੇ ਬਹੁਤੇ ਪੈਸੇ ਦੇ ਲਈ ਇਹ ਕੰਮ ਕਰ ਦੇਣਗੇ, ਇਹ ਕਰ ਦੇਣਗੇ। ਤਰੀਕੇ ਨਾਲ ਇਹ ਕਹਿੰਦੇ ਨੇ ਕਿ ਅਸੀਂ ਪੈਸੇ ਦੇ ਭੰਡਾਰ ਲਾ ਦਾਂਗੇ। ਇੱਕ ਵੀ ਰਿਪੋਰਟ ਪੰਜਾਬ ਤੋਂ ਨਹੀਂ ਆਈ ਕਿ ਪੰਨੂ ਹੋਣਾ ਦੇ ਵਕੀਲ ਉਹਨਾਂ ਦੇ ਘਰਾਂ 'ਚ ਗਏ ਨੇ। ਪੰਨੂ ਹੋਣਾ ਦੇ ਜੇ ਅੱਗੇ ਜੋ ਵੀ ਅਗਵਾਈ ਕਰਨ ਵਾਲੇ ਪੰਜਾਬ 'ਚ ਉਹ ਉਹਨਾਂ ਦੇ ਪਰਿਵਾਰਾਂ ਨੂੰ ਮਿਲੇ ਨੇ, ਉਹਨਾਂ ਨੂੰ ਕੋਈ ਪੈਸੇ ਨਾਲ, ਕੋਈ ਵਕੀਲਾਂ ਨਾਲ, ਕੋਈ ਉਹਨਾਂ ਦੀ ਲੜਾਈ ਦੇ ਵਿੱਚ ਸ਼ਾਮਲ ਇਸ ਟਾਈਮ ਦੇ ਉਹ ਪਰਿਵਾਰ ਵੀ ਧੱਕੇ ਖਾ ਰਹੇ ਨੇ। ਪੰਨੂ ਸਾਹਿਬ ਨੇ ਜਾਨੀ ਕਿ ਇਹ ਲਲਕਾਰ ਕਰਦੇ ਨੇ ਕਿ ਤੁਸੀਂ ਝੰਡਾ ਲਹਿਰਾਓ ਜਾਂ ਕੋਈ ਹੋਰ ਐਕਟੀਵਿਟੀਜ਼ ਕਰੋ, ਤਾਂ ਪੰਨੂ ਸਾਹਿਬ ਨੂੰ ਉਹਨਾਂ ਦੇ ਨਾਲ ਜ਼ਰੂਰ ਖੜਨਾ ਚਾਹੀਦਾ, ਉਹਨਾਂ ਨੂੰ ਵਕੀਲ ਪ੍ਰੋਵਾਈਡ ਕਰਵਾਉਣੇ ਚਾਹੀਦੇ। ਖਾਸ ਕਰਕੇ ਪੰਨੂ ਸਾਹਿਬ, ਜੇ ਪੰਨੂ ਸਾਹਿਬ ਕੋਈ ਪ੍ਰੋਗਰਾਮ ਦਿੰਦੇ ਨੇ, ਇਹ ਇੱਕ ਲੀਡਰ ਦੀ ਰਿਸਪੌਂਸਿਬਿਲਟੀ ਹੁੰਦੀ ਹੈ, ਜਿਹਨੇ ਕੋਈ ਪ੍ਰੋਗਰਾਮ ਦਿੱਤਾ ਉਹਦੇ ਗਲਤ ਸਿੱਟੇ, ਉਹਦਾ ਨੈਗੇਟਿਵ ਪੋਜ਼ਿਟਿਵ ਦੇਖ ਕੇ ਉਹਨੂੰ ਕੋਈ ਪ੍ਰੋਗਰਾਮ ਦੇਣਾ ਚਾਹੀਦਾ। ਜੇ ਪ੍ਰੋਗਰਾਮ ਦਿੱਤਾ ਹੈਗਾ ਉਹਦੇ ਜਿਹੜੇ ਸਿੱਟੇ ਨਿਕਲੇ ਨੇ ਉਹਨਾਂ ਨੂੰ ਬੈਕਅਪ ਯਾਨੀ ਕਿ ਜ਼ਰੂਰ ਦੇਣਾ ਚਾਹੀਦਾ। ਜਿਹੜੇ ਉਹਨਾਂ ਦੀ ਸਪੀਚ ਤੋਂ ਪ੍ਰਭਾਵਿਤ ਹੋ ਕੇ ਜਾਂ ਉਹਨਾਂ ਦੇ ਕਹਿਣ ਦੇ ਉੱਤੇ ਕਿਸੇ ਨੌਜਵਾਨ ਨੇ ਕੋਈ ਐਕਟੀਵਿਟੀ ਕੀਤੀ ਹੈ, ਉਹਨਾਂ ਦੀ ਬੈਕ ਤੇ ਖੜਨਾ ਚਾਹੀਦਾ। ਇਹ ਚੀਜ਼ ਸਾਡੇ ਵੀ ਦੇਖਣ ਦੇ ਵਿੱਚ ਆਈ ਹੈ ਕਿ ਪੰਨੂ ਸਾਹਿਬ ਦੀ ਜਿਹੜੀ ਕੋਈ ਪੰਜਾਬ ਦੇ ਵਿੱਚ ਟੀਮ ਮੈਨੂੰ ਨਹੀਂ ਲੱਗਦਾ ਕੋਈ ਹੈ, ਤੇ ਨਾ ਹੀ ਉਹਨਾਂ ਦਾ ਕਿਸੇ ਪੰਥਕ ਕਿਸੇ ਧਿਰ ਦੇ ਨਾਲ ਜਾਂ ਪੰਥਕ ਲੀਡਰਸ਼ਿਪ ਦੇ ਨਾਲ ਕੋਈ ਜਾਨੀ ਕਿ ਕੰਟੈਕਟ ਹੈਗਾ ਜਿਹੜਾ ਉੱਥੇ ਜਾਨੀ ਕਿ ਐਜ਼ ਏ ਬੈਕਅਪ ਤੌਰ ਤੇ ਕੰਮ ਕਰੇ। ਨਹੀਂ ਮਤਲਬ ਕਿ ਉਹ ਸਾਡਾ ਮੈਨੂੰ ਪੁਆਇੰਟ ਆ ਗਿਆ, ਆਪਾਂ ਐਗਜ਼ਾਮਪਲ ਲੈ ਲਈਏ ਵੀ ਪੁਆਇੰਟ ਆ ਗਿਆ ਵੀ ਆਪਾਂ ਬੀਜੇ ਲੈ ਸਕਦੇ ਹਾਂ। ਮਤਲਬ ਕਿ ਆਪਾਂ ਲੋਕਾਂ ਨੂੰ ਕੋਈ ਚੀਜ਼ ਦਿਮਾਗ 'ਚ ਇਹ ਜ਼ਰੂਰ ਨਾਲ ਦੇ ਦਈਏ ਕਿ ਅਗਰ ਤੁਸੀਂ ਖਾਲਿਸਤਾਨ ਲੈਣਾ ਤੇ ਜੇਕਰ ਤੁਸੀਂ ਜਿਹੜੇ ਪੰਜਾਬ ਦੀ ਹੱਦ ਤੋਂ ਬਾਹਰ ਗੁਰਦੁਆਰੇ ਹੈਗੇ ਨੇ, ਅਗਰ ਉਹਨਾਂ ਦੇ ਦਰਸ਼ਨ ਦਿਦਾਰੇ ਕਰਨ ਜਾਣਾ ਵਾ ਤੇ ਤੁਹਾਨੂੰ ਹੁਣ ਗਾਂ ਤੋਂ ਵੀਜ਼ੇ ਲੈ ਕੇ ਜਾਣਾ ਪਏਗਾ। ਇੰਡੀਅਨ ਗੌਰਮੈਂਟ ਤੋਂ ਵੱਖਰੇ ਤੁਹਾਨੂੰ ਵੀਜ਼ੇ ਲੈਣ ਲਈ ਤੁਸੀਂ ਤਿਆਰ ਰਹੋ, ਤਾਂ ਜੋ ਲੋਕੀ ਇਕੱਲਾ 2020 ਦੇ ਚੱਕਰ 'ਚ ਇੰਨਾ ਨਾ ਰਹਿ ਜਾਣ ਕਿ ਆਪਾਂ ਚਲੋ ਬੇਟਾ ਪਾ ਲੀਆਂ, ਖਾਲਿਸਤਾਨ ਲੈ ਲਿਆ, ਤਾਂ ਬਾਅਦ 'ਚ ਉਹਨਾਂ ਨੂੰ ਯਾਦ ਆਏ ਵੀ ਪਹਿਲੇ ਤਾਂ ਅਸੀਂ ਇਕੱਲਾ ਉਹ ਵਾਲਾ ਇੱਕ ਪਾਕਿਸਤਾਨ ਤੋਂ ਨਨਕਾਣਾ ਸਾਹਿਬ ਗੁਰਦੁਆਰਾ ਮੰਗਦੇ ਸਾਂ, ਹੁਣ ਆਪਾਂ ਦਿੱਲੀ ਵਾਲੇ ਗੁਰਦੁਆਰੇ ਵੀ ਮੰਗਾਂਗੇ। ਫਿਰ ਉਹਨਾਂ ਦੇ ਫਿਰ ਵੱਖਰੀਆਂ ਅਰਦਾਸਾਂ ਸ਼ੁਰੂ ਕਰ ਸਾਡੀ ਇੰਪਲੋਇਮੈਂਟ ਏਜੰਸੀ 360 ਆਵਰਸ ਤੇ ਜੌਬ ਰੈਡੀ ਪ੍ਰੋਗਰਾਮ ਲੱਭਣ ਵਿੱਚ ਸਹਾਇਤਾ ਕਰਦੀ ਹੈ। ਜਿੰਨਾ ਵੀ ਸਟੂਡੈਂਟ ਨੇ ਆਪਣੀ ਸਟੱਡੀ ਖਤਮ ਕਰ ਲਈ ਹੈ ਜਾਂ ਕਰਨ ਵਾਲੇ ਨੇ, ਉਹ ਸਾਡੇ ਨਾਲ ਕੰਟੈਕਟ ਕਰਨ। ਸਟੂਡੈਂਟਸ ਤੇ EMPLOYER ਦੇ ਵਿਚਾਲੇ 360 ਆਵਰਸ ਨੂੰ ਤੇ ਜੌਬ ਰੈਡੀ ਪ੍ਰੋਗਰਾਮ ਨੂੰ ਲੈ ਕੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਕਾਫੀ ਡਿਸਪਿਊਟ ਹੋ ਰਹੇ ਨੇ। ਸੋ ਉਹਨਾਂ ਚੀਜ਼ਾਂ ਨੂੰ ਰੋਕਣ ਲਈ ਸਾਡੀ ਇੱਕੋ ਇੱਕ ਆਸਟ੍ਰੇਲੀਆ ਦੀ ਪਹਿਲੀ ਕੰਪਨੀ ਆ ਜਿਹੜੀ ਉਹਨਾਂ ਦੋਵਾਂ ਦੇ ਵਿਚਾਲੇ ਬ੍ਰਿਜ ਦੀ ਤਰ੍ਹਾਂ ਕੰਮ ਕਰਦੀ ਆ। ਹੁਣੇ ਆਸਟ੍ਰੇਲੀਅਨ ਗਵਰਨਮੈਂਟ ਨੇ ਨਵਾਂ ਵੀਜ਼ਾ ਇੰਟਰੋਡਿਊਸ ਕੀਤਾ 491। ਸਾਡੀ ਕੰਪਨੀ ਉਹਦੇ ਲਈ ਵੀ ਕੰਮ ਕਰਦੀ ਹੈ। ਜਿਹੜੇ ਵੀ ਸਟੂਡੈਂਟਸ ਨੇ ਆਪਣਾ ਸਟੇਟ ਸਪਾਂਸਰ ਪਾਉਣੀ ਹੈ ਜਾਂ ਕੰਟਰੀ ਸਾਈਡ ਜਾਣਾ ਆ, ਉਹਨੂੰ ਉਹਦੀ ਫੀਲਡ ਦੇ ਵਿੱਚ ਜੋ ਕਿ 12 ਮੰਥ ਦੀ ਕੰਟਰੈਕਟ ਜੌਬ ਚਾਹੀਦੀ ਆ, ਉਹ ਵੀ ਅਸੀਂ ਲੱਭ ਕੇ ਹੈਲਪ ਕਰਦੇ ਹਾਂ। ਆਪਣਾ ਫਰੈਂਡਸ ਚੈਨਲ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਮੇਰੇ ਨਾਲ ਪ੍ਰੋਗਰਾਮ ਸਾਫ਼ ਤੇ ਸਿੱਧੀ ਗੱਲ, ਜਾਣੀ ਕਿ ਹਰਮੀਤ ਬਮਰਾ ਦੇ ਨਾਲ। ਮੇਰਾ ਅੱਜ ਸਾਥ ਦੇ ਰਹੇ ਨੇ ਮੈਲਬਨ ਤੋਂ ਹਰਦੀਪ ਸਿੰਘ ਸਮਰਾ ਜੀ, ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਪ੍ਰਸਤ ਨੇ ਇੱਥੇ। ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਰੇ ਤੁਸੀਂ ਲੋਕ ਵਾਕਫ ਹੋ, ਸਿਮਰਨਜੀਤ ਸਿੰਘ ਮਾਨ ਹੋਣਾ ਦੀ ਇੱਕ ਸਿਰਜੀ ਹੋਈ ਪਾਰਟੀ ਹੈ ਤੇ ਇਹ ਉਹਨਾਂ ਦੇ ਸਰਪ੍ਰਸਤ ਨੇ। ਤੇ ਅੱਜ ਅਸੀਂ ਇਹਨਾਂ ਨਾਲ ਗੱਲਾਂ ਕੁਝ ਕਰਾਂਗੇ ਸਾਫ਼ ਤੇ ਸਿੱਧੀਆਂ, ਜਿਹੜੀਆਂ ਕਿ ਕੁਝ ਲੈ ਕੇ ਹੈਗੀਆਂ ਨੇ ਗੁਰਪਤਵੰਤ ਸਿੰਘ ਪੰਨੂ ਦੀ ਜਿਹੜੀ 2020 ਰੈਫਰੈਂਡਮ ਦੀ ਮੁਹਿੰਮ ਨੂੰ, ਕਿ ਇਹਨਾਂ ਦੀ ਪਾਰਟੀ ਕੀ ਸੋਚਦੀ ਹੈ ਤੇ ਕਿੰਨੇ ਕੁ ਸੱਚ ਉਹ ਗੁਰਪਤਵੰਤ ਸਿੰਘ ਪੰਨੂ ਆਪਣੀਆਂ ਵੀਡੀਓ ਦੇ ਵਿੱਚ ਬੋਲਦਾ। ਤੇ ਇਹਦੇ ਨਾਲ ਹੀ ਹਰਦੀਪ ਸਿੰਘ ਸਮਰਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਫ਼ ਸਿੱਧੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡੇ ਸਾਰੇ ਸਰੋਤਿਆਂ ਨੂੰ, ਤੁਹਾਨੂੰ ਤੇ ਆਪਣਾ ਚੈਨਲਸ ਨੂੰ, ਸਾਰੇ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਮੌਕਾ ਦਿੱਤਾ ਹੈਗਾ ਸਾਨੂੰ ਆਪਣੀ ਗੱਲ ਰੱਖਣ ਦਾ। ਥੈਂਕ ਯੂ ਭਾਜੀ। ਤੇ ਇੱਕ ਚੀਜ਼ ਮੈਂ ਦਰਸ਼ਕਾਂ ਨੂੰ ਦੱਸਦੇ ਹਾਂ ਕਿ ਇਹ ਜਿਹੜਾ ਪ੍ਰੋਗਰਾਮ ਹੈਗਾ ਸਾਡਾ ਸਾਂਝਾ ਟੀਵੀ ਤੇ ਵੀ ਚੱਲੇਗਾ, ਨਿਊਜ਼ ਓਨਲੀ ਤੇ ਵੀ ਚੱਲੇਗਾ, ਆਪਣਾ ਫਰੈਂਡਸ ਤੇ ਸੋਸ਼ਲ ਮੀਡੀਆ ਹੈ ਹੀ ਹੈ। ਤੇ ਹਰਦੀਪ ਸਿੰਘ ਜੀ, ਆਪਾਂ ਜੇ ਸਟਾਰਟ ਕਰੀਏ ਸਭ ਤੋਂ ਪਹਿਲੇ, ਜਿਹੜਾ ਕਿ 2020 ਰੈਫਰੈਂਡਮ ਨੂੰ ਲੈ ਕੇ ਪੰਨੂ ਨੇ ਕਾਫੀ ਦੇਰ ਪਹਿਲੇ ਦੀ ਇਹ ਮੁਹਿੰਮ ਚਲਾਈ ਹੈ। ਇੱਕ ਗੈਰ ਮਾਨਤੀ ਉਹਨਾਂ ਨੇ ਇਹ ਰਜਿਸਟਰ ਵੀ ਕਰਾਈ ਹੈਗੀ ਹੈ, ਗੈਰ ਸਰਕਾਰੀ ਹੈ, ਜਿਸ ਨੂੰ ਉਹ ਖੁਦ ਹੀ ਮੰਨਦੇ ਨੇ, ਬੋਲਦੇ ਵੀ ਨੇ। ਮਗਰ ਹੁਣ ਜਿਹੜੀਆਂ ਮਿਸ਼ਨ ਮਗਰਲੇ ਕੁਝ ਚਿਰਾਂ ਤੋਂ ਐਕਟੀਵਿਟੀ ਚੱਲਦੀਆਂ ਪਈਆਂ,
ਉਹਦੇ ਉੱਤੇ ਤਾਂ ਆਪਾਂ ਗੱਲ ਕਰਨੀ ਹੈ, ਮਗਰ ਸਭ ਤੋਂ ਪਹਿਲੀ ਗੱਲ ਜਿਹੜੀ ਇਹ ਵਾਲੀ ਹੈਗੀ ਹੈ ਕਿ ਤੁਸੀਂ ਇਸ ਦਾ ਸਾਥ ਦਿੰਦੇ ਜੇ, ਜਾਂ ਪੰਨੂ ਦੇ ਇਹ ਸਾਰੀ ਮੁਹਿੰਮ ਦਾ ਕੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਮਰਥਨ ਕਰਦਾ? ਅੱਜ ਦੀ ਘੜੀ ਦੇ ਵਿੱਚ ਅਸੀਂ ਜਾਣੀ ਕਿ 2020 ਜਿਹੜਾ ਰੈਫਰੈਂਡਮ ਦੇ ਨਾਂ ਥੱਲੇ ਇੱਕ ਮੁਹਿੰਮ ਚਲਾਈ ਗਈ ਹੈ ਜੀ, ਅਸੀਂ ਉਹਦਾ ਪਾਰਟ ਨਹੀਂ ਹੈਗੇ। ਕਿਉਂਕਿ ਜਿਹੜੀ ਪੰਨੂ ਸਾਹਿਬ ਜਾਂ ਉਹਨਾਂ ਦੀ ਟੀਮ ਹੈ, ਉਹਨਾਂ ਨੇ ਕਦੇ ਵੀ ਸਾਡੇ ਪਾਰਟੀ ਦੇ ਕੌਮੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਨਾਲ ਕਦੇ ਕੰਟੈਕਟ ਨਹੀਂ ਕੀਤਾ। ਤੇ ਜਦੋਂ ਇਹ ਮੁਹਿੰਮ ਚੱਲੀ ਹੈਗੀ ਤੇ ਮਾਨ ਸਾਹਿਬ ਨੇ ਇਸ ਮੁਹਿੰਮ ਦੇ ਉੱਤੇ ਕੁਝ ਜਾਣੀ ਕਿ ਸ਼ੰਕੇ ਸੀਗੇ, ਉਹਨਾਂ ਨੂੰ ਕੋਈ ਸਵਾਲ ਸੀਗੇ। ਕਿਉਂਕਿ ਮਾਨ ਸਾਹਿਬ ਪਿਛਲੇ ਜਦੋਂ 1984 ਤੋਂ ਬਾਅਦ ਮਾਨ ਸਾਹਿਬ ਨੇ ਰਿਜ਼ਾਈਨ ਕੀਤਾ ਹੈ ਜੀ, ਉਸ ਤੋਂ ਬਾਅਦ ਸਰਗਰਮ ਪੋਲਿਟਿਕਸ ਦੇ ਵਿੱਚ ਆਏ ਨੇ। ਮਾਨ ਸਾਹਿਬ ਦਾ ਸਟੈਂਡ ਹਮੇਸ਼ਾ ਹੀ ਇਹ ਰਿਹਾ ਹੈ, ਜਦੋਂ ਮਾਨ ਸਾਹਿਬ 5.25 ਲੱਖ ਵੋਟਾਂ ਤੋਂ ਤਰਨ ਤਾਰਨ ਤੋਂ ਜਾਣੀ ਕਿ ਵੱਡੀ ਲੀਡ ਦੇ ਨਾਲ ਉਹ ਪਾਰਲੀਮੈਂਟ ਦੇ ਵਿੱਚ ਜਾਂਦੇ ਨੇ, ਉਦਨੇ ਤੋਂ ਲੈ ਕੇ ਅੱਜ ਤੱਕ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਜਾਣੀ ਕਿ ਪੋਲੀਟੀਕਲ ਜਿਹੜਾ ਕੈਰੀਅਰ ਹੈ ਆਪਾਂ ਕਹਿ ਸਕਦੇ ਹਾਂ, ਜਾਂ ਉਹਨਾਂ ਦੀ ਜਿਹੜੀ ਇੱਕ ਵੱਡੀ ਸੁਹਿਰਦ ਡਿਮਾਂਡ ਰਹੀ ਹੈ, ਉਹ ਸਿੱਖਾਂ ਦੀ ਬਫਰਡ ਸਟੇਟ ਦੇ ਲਈ ਰਹੀ ਹੈ, ਜਿਹੜੀ ਕਿ ਨਿਊਕਲੀਅਰ ਪਾਵਰ ਨੇ, ਚਾਹੇ ਕਮਿਊਨਿਸਟ ਚਾਈਨਾ ਹੈ ਜਾਂ ਇਸਲਾਮਿਕ ਪਾਕਿਸਤਾਨ ਹੈ ਜਾਂ ਇੰਡੀਆ, ਇਹਦੇ ਵਿੱਚ ਇੱਕ ਸਿੱਖਾਂ ਦੀ ਬਫਰ ਸਟੇਟ ਜਿਹੜੀ ਆ ਪੈਦਾ ਕੀਤੀ ਜਾਵੇ। ਉਹਨਾਂ ਦੀ ਬੜੀ ਲੰਬੇ ਚਿਰੇ ਤੋਂ ਇਹ ਡਿਮਾਂਡ ਰਹੀ ਹੈਗੀ। ਬੇਸ਼ੱਕ ਉਹਨਾਂ ਨੇ ਬੜੀ ਭਾਰੀ ਜਿੱਤਾਂ ਵੀ ਦਰਜ ਕੀਤੀਆਂ ਤੇ ਬੜੀਆਂ ਹਾਰਾਂ ਵੀ ਉਹਨਾਂ ਨੇ ਸਹੀਆਂ ਨੇਗੀਆਂ ਸਮੇਂ-ਸਮੇਂ ਦੇ ਨਾਲ, ਲੇਕਿਨ ਉਹਨਾਂ ਦਾ ਸਟੈਂਡ ਬੜਾ ਸਪਸ਼ਟ ਕਲੀਅਰ ਹੈ ਜੀ। ਕਿਉਂਕਿ ਹਰ ਇੱਕ ਕਿਸੇ ਚੀਜ਼ ਨੂੰ ਪਾਉਣ ਦੇ ਲਈ ਤੁਹਾਨੂੰ ਬੜਾ ਕੁਛ ਖੋਣਾ ਪੈਂਦਾ ਹੈਗਾ। ਉਹਨਾਂ ਨੇ ਬੜਾ ਕੁਛ ਆਪਣੇ ਪਰਸਨਲ ਫੈਮਿਲੀ ਦੇ ਵਿੱਚ, ਕੈਰੀਅਰ ਦੇ ਵਿੱਚ ਜਾਂ ਹੋਰ ਸਾਰੇ ਤੁਸੀਂ ਦੇਖਿਆ ਹੀ ਹੈਗਾ, ਜਾਂ ਉਹਨਾਂ ਨੂੰ ਆਪਾਂ ਸਾਰੇ ਜਿਹੜਾ ਸਿੱਖ ਕੌਮ ਉਹਨਾਂ ਦਾ ਇਤਿਹਾਸ ਵੀ ਜਾਣਦੀ ਹੈ, ਪ੍ਰੈਜੈਂਟ ਵੀ ਜਾਣਦੀ ਹੈ, ਪਾਸਟ ਵੀ ਜਾਣਦੀ ਹੈ ਕਿ ਉਹਨਾਂ ਨੇ ਬੜੀ ਸਟਰਗਲ ਕੀਤੀ ਹੈ ਤੇ ਬੜਾ ਕੁਛ ਖੋਇਆ ਹੈਗਾ। ਸੋ ਜਿਹੜੀ 2020 ਮੁਹਿੰਮ ਹੈ ਜੀ, ਜਿੱਦਣੇ ਤੋਂ ਇਹ ਸ਼ੁਰੂ ਹੋਈ ਹੈਗੀ, ਜਦੋਂ ਜਾਣੀ ਕਿ ਪੰਨੂ ਸਾਹਿਬ ਨੇ ਸ਼ੁਰੂ ਕੀਤੀ ਆ, ਉਸੇ ਦਿਨ ਤੋਂ ਹੀ ਸਿਮਰਨਜੀਤ ਸਿੰਘ ਮਾਨ ਦੇ ਕਈ ਸਵਾਲ ਸੀਗੇ ਕਿ ਇਹ ਜਿਹੜੀ ਮੁਹਿੰਮ ਹੈ, ਇਹਨੂੰ ਰੈਕੋਗਨਾਈਜ਼ ਕੌਣ ਕਰੇਗਾ, ਜੇ ਕਿ ਇਹ ਅਸੀਂ ਯੂਨਾਈਟਿਡ ਨੇਸ਼ਨ ਨੂੰ ਜਾਂ ਕਿਸੇ ਕੰਟਰੀ ਨੂੰ ਸਾਡੀ ਹੈਲਪ ਕਰੇਗਾ, ਅਸੀਂ ਜਾਂ ਇੰਡੀਆ ਦੀ ਗਵਰਨਮੈਂਟ ਦੇ ਨਾਲ ਪੰਨੂ ਸਾਹਿਬ ਦੀ ਗੱਲ ਹੋਈ ਆ, ਯੂਨਾਈਟਿਡ ਨੇਸ਼ਨ ਨਾਲ ਗੱਲ ਹੋਈ ਆ, ਜਾਂ ਕਿਸੇ ਹੋਰ ਆਜ਼ਾਦ ਮੁਲਕ ਨੇ ਜਿਹੜੇ ਯੂਨਾਈਟਿਡ ਨੇਸ਼ਨ ਦੇ ਮੈਂਬਰ ਨੇ, ਉਹਨਾਂ ਦੀ ਕਿਸੇ ਸਰਕਾਰ ਦੇ ਨਾਲ ਗੱਲਬਾਤ ਹੋਈ ਹੈ ਕਿ ਫੇਰ ਹੀ ਅਸੀਂ ਜਿਹੜੀ ਐਨਰਜੀ ਇਹਦੇ ਉੱਤੇ ਲਾਈਏ। ਉਹ ਇਹ ਸਵਾਲ ਸੀਗੇ ਦਲ ਖਾਲਸਾ ਵੱਲੋਂ ਵੀ ਹੋਏ ਗਏ ਨੇ, ਤੇ ਜਿਹੜੇ ਪੰਜਾਬ ਦੇ ਜਾਂ ਪੰਥਕ ਸੁਹਿਰਦ ਪੱਤਰਕਾਰ ਨੇਗੇ, ਉਹਨਾਂ ਵੱਲੋਂ ਵੀ ਸਮੇਂ-ਸਮੇਂ ਤੇ ਪੰਨੂ ਸਾਹਿਬ ਨੂੰ ਈਮੇਲ ਦੇ ਥਰੂ ਜਾਂ ਹੋਰ ਕੰਟੈਕਟ ਦੇ ਜ਼ਰੀਏ ਪੁੱਛੇ ਗਏ ਨੇ। ਪਰ ਪੰਨੂ ਸਾਹਿਬ ਵੱਲੋਂ ਜਾਣੀ ਕਿ ਅੱਜ ਤੱਕ ਇਹਦੇ ਸਪਸ਼ਟ ਆਨਸਰ ਨੇ ਜਿਹੜੇ ਉਹ ਕੌਮ ਦੇ ਜਿਹੜੇ ਗਰਾਊਂਡ ਤੇ ਲੀਡਰ ਬੈਠੇ ਨੇ। ਇੱਕ ਹਵਾਈ ਗੱਲਾਂ ਹੁੰਦੀਆਂ ਨੇ, ਇੱਕ ਗਰਾਊਂਡ ਤੇ ਜਿਹੜੇ ਲੀਡਰ ਬੈਠੇ ਨੇ, ਜਿੱਥੇ ਅਸੀਂ ਖਾਲਿਸਤਾਨ ਬਣਾਉਣਾ ਲੋਚਦੇ ਹਾਂ, ਜਾਂ ਜਿੱਥੋਂ ਮੁਹਿੰਮ ਚੱਲੀ ਹੈਗੀ, ਜਾਂ ਜਿਹੜਾ ਟਾਰਗੇਟ ਹੁੰਦਾ ਰਿਹਾ ਜਾਂ ਹੋ ਰਿਹਾ, ਜਿਹੜੇ ਉਹ ਗਰਾਊਂਡ ਤੇ ਬੈਠੇ ਨੇ, ਉਹਨਾਂ ਵਾਹਦ ਲੀਡਰਾਂ ਦੇ ਹਮੇਸ਼ਾ ਸਵਾਲ ਰਹੇ ਨੇ। ਲੇਕਿਨ ਅੱਜ ਤੱਕ ਜਾਣੀ ਕਿ ਸਾਨੂੰ ਇਹਦੇ ਆਨਸਰ ਨਹੀਂ ਮਿਲ ਸਕੇ। ਅਸੀਂ ਆਸ ਕਰਦੇ ਕਿ ਭਵਿੱਖ ਦੇ ਵਿੱਚ ਪੰਨੂ ਸਾਹਿਬ ਨੇ ਜਿਹੜੇ ਉਹ ਇਹਦੇ ਜਾਣੀ ਕਿ ਸਾਡੀ ਲੀਡਰਸ਼ਿਪ ਨੂੰ ਜਾਂ ਸਿੱਖ ਕੌਮ ਨੂੰ ਇਹਦੇ ਜਾਣੀ ਕਿ ਜਵਾਬ ਦੇਣਗੇ, ਤਾਂ ਕਿ ਅਸੀਂ ਇਕੱਠੇ ਹੋ ਕੇ ਜਿਹੜੇ ਕੋਈ ਵੀ ਜਿਹੜੀ ਸਿੱਖ ਕੌਮ ਦੀ ਆਜ਼ਾਦੀ ਦੀ ਜਾਂ ਪੰਜਾਬ ਦੇ ਚੰਗੇ ਭਵਿੱਖ ਦੀ ਜਿਹੜੀ ਕੋਈ ਮੁਹਿੰਮ ਹੈ, ਉਹਦਾ ਅਸੀਂ ਪਾਰਟ ਬਣ ਸਕੀਏ। ਇਹ ਗੱਲ ਸਾਡੀ ਪਾਰਟੀ ਦਾ ਸਟੈਂਡ ਹੈ ਜੀ ਇਸ ਵਿਸ਼ੇ ਤੇ। ਜਿਸ ਤਰੀਕੇ ਨਾਲ ਹੁਣ ਪੰਨੂ ਸਾਹਿਬ ਹੁਣੀ ਵੀਡੀਓ ਦੇ ਵਿੱਚ ਆ ਕੇ YouTube ਜਾਂ ਹੋਰ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆ ਕੇ ਬੜੇ ਖੁੱਲ੍ਹਮ ਖੁੱਲ੍ਹਾ ਕਹਿ ਰਹੇ ਨੇ ਕਿ ਦਿੱਲੀ ਦੇ ਵਿੱਚ ਝੰਡਾ ਲਹਿਰਾਏਗਾ। ਇੱਕ ਚੀਜ਼ ਇਹਦੇ 'ਚ ਇਹ ਨਹੀਂ ਹੁਣ ਸਮਝ ਆ ਰਹੀ ਕਿ ਉਹ ਖਾਲਿਸਤਾਨ ਮੰਗ ਰਹੇ ਨੇ ਕਿ ਜਾਂ ਦਿੱਲੀ ਦੇ ਵਿੱਚ ਝੰਡਾ ਲਹਿਰਾਣਾ ਜਾ ਰਿਹਾ। ਤੁਸੀਂ ਵੀ ਉਹਨਾਂ ਦੀਆਂ ਵੀਡੀਓ ਸੁਣੀਆਂ ਹੋਣਗੀਆਂ। ਇਹ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਸ਼ੰਕਾ ਪੈਦਾ ਤੇ ਕਰਦੀ ਹੈ ਕਿ ਇਹ ਮੰਗ ਕੀ ਰਹੇ ਨੇ ਤੇ ਬੋਲ ਕੀ ਰਹੇ ਨੇ। ਦੂਸਰੇ ਨੰਬਰ ਦੇ ਉੱਤੇ ਨਾਲ ਦੇ ਨਾਲ ਹੀ ਕਿ ਆਪਾਂ ਇਹੋ ਜਿਹੇ ਭਾਸ਼ਣ ਦੇ ਕੇ ਆਪਾਂ ਜਿਹੜੀ ਨੌਜਵਾਨ ਪੀੜ੍ਹੀ ਆ, ਆਪਾਂ ਉਹਨਾਂ ਨੂੰ ਚੁੱਕਦੇ ਨਹੀਂ ਪਏ, ਕਿਉਂਕਿ ਜਿਹੜੀਆਂ ਹੁਣ ਲੇਟੈਸਟ ਇਹਨਾਂ ਦੀਆਂ ਵਿਦਿਨ ਮੰਥ ਦੇ ਅੰਦਰ ਵੀਡੀਓ ਆਈਆਂ, ਜਿਹਦੇ ਵਿੱਚ ਬੜੇ ਖੁੱਲੇ ਉਹਨਾਂ ਨੇ ਬੋਲਦੇ ਨਜ਼ਰ ਆ ਰਹੇ ਨੇ ਕਿ ਦਿੱਲੀ ਦੇ ਵਿੱਚ ਕੇਸਰੀ ਝੰਡਾ ਲਹਿਰਾਏਗਾ। ਇਹਦਾ ਕੀ ਅਰਥ ਲੈਂਦੇ ਜੇ ਤੁਸੀਂ? ਦੇਖੋ, ਨਾ ਤਾਂ ਦਿੱਲੀ ਦੇ ਵਿੱਚ ਖਾਲਸਾਈ ਝੰਡਾ ਪਹਿਲੀ ਵਾਰ ਲਹਿਰਾਏਗਾ ਜੀ। ਜਦੋਂ ਖਾਲਸਾ ਪੰਥ ਨੇ ਸਿਆਸਤ ਦੇ ਵਿੱਚ ਪੈਰ ਰੱਖਿਆ, ਸਰਦਾਰ ਜਥੇਦਾਰ ਬਘੇਲ ਸਿੰਘ ਦੀ ਅਗਵਾਈ ਦੇ ਵਿੱਚ ਖਾਲਸਾ ਪੰਥ ਨੇ ਬਹੁਤ ਟਾਈਮ ਪਹਿਲਾਂ ਝੰਡਾ ਲਹਿਰਾਤਾ ਸੀਗਾ। ਇੱਕ ਗੱਲ ਅਸੀਂ ਤੁਹਾਡੇ ਚੈਨਲ ਦੇ ਜ਼ਰੀਏ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਅਸੀਂ ਸਿੱਖ ਪੰਥ ਦੀ ਆਜ਼ਾਦੀ ਦੀ ਕੋਈ ਵੀ ਲਹਿਰ ਹੈ, ਕਿਸੇ ਵੱਲੋਂ ਵੀ ਚਲਾਈ ਜਾਂਦੀ ਆ, ਅਸੀਂ ਉਹਦਾ ਕਦੇ ਵੀ ਵਿਰੋਧ ਨਹੀਂ ਕਰਾਂਗੇ, ਪਹਿਲੀ ਗੱਲ। ਲੇਕਿਨ ਉਹ ਸਪਸ਼ਟ ਹੋਣੀ ਚਾਹੀਦੀ ਹੈ, ਕਿਤੇ ਉਹਦੇ ਨਤੀਜੇ ਕੌਮ ਨੂੰ ਮਾਰੂ ਸਿੱਧ ਨਾ ਹੋਣ। ਇਹ ਜ਼ਰੂਰ ਅਸੀਂ ਆਪਣੇ ਜਾਣੀ ਕਿ ਜ਼ਿਹਨ ਦੇ ਵਿੱਚ ਲੈ ਕੇ ਅਕਾਲੀ ਦਲ ਅੰਮ੍ਰਿਤਸਰ ਚੱਲਦਾ ਹੈਗਾ, ਕਿਉਂਕਿ ਅਸੀਂ ਜਿੱਥੇ ਆਪਣਾ ਟੀਚੇ ਸਰ ਕਰਨੇ ਨੇ, ਉੱਥੇ ਅਸੀਂ ਆਪਣੀ ਨੌਜਵਾਨੀ ਨੂੰ
ਜਾਣੀ ਕਿ ਜਿਹਨੂੰ ਮੈਂ ਇਹ ਕਹਿਣ ਦੇ ਵਿੱਚ ਹਰਜ ਨਹੀਂ ਕਰਾਂਗਾ ਕਿ ਦੁਸ਼ਮਣ ਤੋਂ ਬਚਾ ਕੇ ਵੀ ਰੱਖਣਾ ਹੈ। ਜਿਸ ਤਰ੍ਹਾਂ ਮਹਾਤਮਾ ਗਾਂਧੀ ਨੇ ਜਾਂ ਆਪਣੇ ਬਾਬਾ ਪਾਕਿਸਤਾਨ ਜਿਨ੍ਹਾਂ ਸਾਹਿਬ ਨੇ ਬਿਨਾਂ ਆਪਣੀ ਕੌਮ ਦੇ ਕਿਸੇ ਬੰਦੇ ਦੇ ਇੱਕ ਡੰਡਾ ਮਰਵਾਏ ਤੋਂ ਬਿਨਾਂ ਉਹਨਾਂ ਨੇ ਦੋ ਨੇਸ਼ਨ ਬਣਾਏ ਨੇ, ਹਿੰਦੁਸਤਾਨ ਬਣਿਆ ਜਿਹਨੂੰ ਅਸੀਂ ਇੰਡੀਆ ਕਹਿ ਦਿੰਦੇ ਹਾਂ ਤੇ ਇੱਕ ਪਾਕਿਸਤਾਨ ਬਣਿਆ। ਇਹ ਸਾਡੇ ਲਈ ਇੱਕ ਵੱਡੀਆਂ ਐਗਜ਼ਾਮਪਲਾਂ ਨਹੀਂ ਹੈ। ਜਦੋਂ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਅਸੀਂ ਚੱਲਦੇ ਹਾਂ, ਇਹ ਚੀਜ਼ ਸਾਡੇ ਲੀਡਰਸ਼ਿਪ ਨੂੰ, ਚਾਹੇ ਕੋਈ ਕਿਸੇ ਵੀ ਕੌਮ ਦੀ ਕਿਸੇ ਵੀ ਨੇਸ਼ਨ ਦੀ ਕੋਈ ਲੀਡਰਸ਼ਿਪ ਹੁੰਦੀ ਆ, ਉਹਨੂੰ ਇੱਕ ਚੀਜ਼ ਦਿਮਾਗ 'ਚ ਰੱਖਣੀ ਚਾਹੀਦੀ ਆ ਕਿ ਅਸੀਂ ਆਪਣੀ ਕੌਮ ਦੇ ਕਿਸੇ ਬੰਦੇ ਦਾ ਖੂਨ ਬਹਾਏ ਤੋਂ ਬਿਨਾਂ ਅਸੀਂ ਆਜ਼ਾਦੀ ਲੈ ਕੇ ਦਈਏ। ਜਿਸ ਤਰ੍ਹਾਂ ਹਿੰਦੁਸਤਾਨੀ ਲੀਡਰ ਗਾਂਧੀ ਨੇ, ਮਹਾਤਮਾ ਗਾਂਧੀ ਜੀ ਨੇ, ਤੇ ਜਿਸ ਤਰ੍ਹਾਂ ਜਿਨ੍ਹਾਂ ਸਾਹਿਬ ਨੇ, ਉਹਨਾਂ ਨੇ ਆਪਣੇ ਨੇਸ਼ਨਸ ਆਪਣੀ ਕੌਮ ਨੂੰ ਕ੍ਰੀਏਟ ਕਰਕੇ ਦਿੱਤੇ ਨੇ। ਇਹ ਚੀਜ਼ ਸਾਡੇ ਜ਼ਿਹਨ ਦੇ ਵਿੱਚ ਜ਼ਰੂਰ ਹੋਣੀ ਚਾਹੀਦੀ ਹੈ। ਸਾਡੀ ਲੀਡਰਸ਼ਿਪ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਜਿਦਨੇ ਤੋਂ ਅਸੀਂ ਡੈਮੋਕ੍ਰੈਟਿਕ ਤੇ ਪੀਸਫੁਲੀ ਜਾਣੀ ਕਿ ਦੁਨੀਆ ਦੇ ਲਾਅ, ਚਾਹੇ ਅਸੀਂ ਆਸਟ੍ਰੇਲੀਅਨ ਲਾਅ ਨੂੰ ਫੋਲੋ ਕਰਦੇ ਹਾਂ, ਚਾਹੇ ਯੂਨਾਈਟਿਡ ਨੇਸ਼ਨ ਦੇ ਲਾਅ ਨੂੰ ਫੋਲੋ ਕਰਦੇ ਹਾਂ, ਜਾਂ ਅਸੀਂ ਇੰਡੀਆ ਦੇ ਲਾਅ ਦੇ ਤਹਿਤ, ਅਸੀਂ ਕਦੇ ਵੀ ਕੋਈ ਐਸੀ ਕਾਰਵਾਈ ਦਾ ਹਿੱਸਾ ਨਾ ਬਣਿਆ ਤੇ ਨਾ ਅੱਗੇ ਬਣਾਂਗੇ ਜਿਹਦੇ ਨਾਲ ਸਾਡੀ ਨੌਜਵਾਨੀ ਦਾ ਘਾਣ ਕਰਨ ਦਾ ਕਿਸੇ ਨੂੰ ਵਿਰੋਧੀ ਨੂੰ ਮੌਕਾ ਮਿਲ ਜਾਵੇ। ਯਾਨੀ ਕਿ ਸਾਡੇ ਇਹ ਬੜੇ ਸਪਸ਼ਟ ਇਹਦੇ ਉੱਤੇ ਰਹੇ ਹੈ ਜੀ। ਬਿਲਕੁਲ ਠੀਕ। ਜਿਸ ਤਰੀਕੇ ਨਾਲ ਹੁਣ ਪੰਨੂ ਕਹਿ ਰਿਹਾ ਹੈ ਕਿ ਮੈਂ ਉਹਨਾਂ ਲੋਕਾਂ ਨੂੰ 7500 ਰੁਪਏ, ਇਹ ਰੁਪਈਏ ਉਹਨਾਂ ਦੇ ਫਰਕ ਹੁੰਦੇ ਜਾਂਦੇ ਨੇ ਹਰ ਵੀਡੀਓ ਦੇ ਵਿੱਚ, ਵੀ ਉਹਨਾਂ ਨੌਜਵਾਨਾਂ ਨੂੰ ਦਵਾਂਗਾ ਜਿਹੜੇ ਨੌਜਵਾਨ ਇਹਦਾ ਪ੍ਰਚਾਰ ਕਰਨਗੇ, ਝੰਡਾ, ਹੋਰ ਵੱਖੋ ਵੱਖਰੀਆਂ ਗੱਲਾਂ ਦੇ ਨਾਲ ਇਹ ਚੀਜ਼ਾਂ, ਕਿ ਤੁਸੀਂ ਸਹਿਮਤ ਜੇ ਵੀ ਉਹ ਠੀਕ ਕਰਦਾ ਪਿਆ ਇਹਨਾਂ ਚੀਜ਼ਾਂ ਨੂੰ? ਦੇਖੋ, ਇਤਿਹਾਸਕ ਨਜ਼ਰੀਏ ਦੇ ਨਾਲ ਦੇਖੀਏ, ਜਿਹੜਾ ਸਿੱਖ ਸਾਈਕੀ ਹੈ ਜੀ, ਸਿੱਖ ਸਾਈਕੀ ਕਦੇ ਪੈਸੇ ਦੇ ਨਾਲ ਜਾਂ ਲਕਸ਼ਮੀ ਦੀ ਪੁਜਾਰੀ ਨਹੀਂ ਰਹੀ। ਇੱਕ ਚੀਜ਼ ਨੂੰ ਧਿਆਨ 'ਚ ਰੱਖੀਏ, ਸਿੱਖਾਂ ਨੇ ਦੋ ਵਾਰ ਇਤਿਹਾਸ ਦੇ ਵਿੱਚ ਰਾਜ ਪੈਦਾ ਕੀਤਾ ਹੈ। ਪਹਿਲਾ ਰਾਜ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਵਿੱਚ, ਦੂਸਰੀ ਵਾਰ ਮਿਸਲਾਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਦੇ ਵਿੱਚ ਲਾਹੌਰ ਦਰਬਾਰ ਇੱਕ ਵੱਡਾ ਏਸ਼ੀਆ ਦਾ, ਸਾਊਥ ਏਸ਼ੀਆ ਦੇ ਵਿੱਚ ਇੱਕ ਵੱਡਾ ਮੁਲਕ ਪੈਦਾ ਕਰਕੇ ਦਿੱਤਾ। ਸੋ ਸਿੱਖਾਂ ਨੇ ਕਦੇ ਵੀ ਪੈਸੇ ਦੇ ਲਈ ਜਾਂ ਦਿਹਾੜੀ ਦੇ ਲਈ, ਯਾਨੀ ਕਿ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੀ ਕਦੇ ਚਾਹਤ ਰੱਖੀ ਹੈ ਕਿ ਕੋਈ ਸਾਨੂੰ ਪੈਸਾ ਦੇਵੇਗਾ ਫਿਰ ਅਸੀਂ ਆਹ ਕਰਾਂਗੇ, ਜਾਂ ਕੋਈ ਸਾਨੂੰ ਪੈਸਾ ਦੇਵੇਗਾ ਅਸੀਂ ਆਹ ਕਰਾਂਗੇ। ਜਿਸ ਤਰ੍ਹਾਂ ਜੇ ਆਪਣੇ ਦੁਸ਼ਮਣਾਂ ਨੂੰ ਸੌਦਾ ਵੀ ਲਾਇਆ, ਤੁਸੀਂ ਕਿਤੇ ਇਤਿਹਾਸ ਦਾ ਕੋਈ ਵਰਕਾ ਫਰੋਲ ਕੇ ਦੇਖੋ, ਚਾਹੇ ਮੱਸਾ ਰੰਗੜ ਦਾ ਸਿਰ ਹੈ, ਜਾਂ ਸਿੱਖ ਕੌਮ ਨੇ ਗਜਨੀ ਦੇ ਬਾਜ਼ਾਰਾਂ ਦੇ ਵਿੱਚੋਂ ਧੀਆਂ ਭੈਣਾਂ ਨੂੰ ਬਚਾ ਕੇ ਲੈ ਕੇ ਆਉਣ ਦਾ ਕੰਮ ਕੀਤਾ, ਉਹ ਕਦੇ ਵੀ ਆਪਣਾ ਸਿਰ, ਆਪਣਾ ਸਰਮਾਇਆ, ਆਪਣੀ ਜਾਇਦਾਦ, ਆਪਣੇ ਧੀ ਪੁੱਤ ਵਾਰ ਕੇ ਤਾਂ ਜਾਣੀ ਕਿ ਇੱਕ ਐਗਜ਼ਾਮਪਲ ਪੈਦਾ ਕੀਤੀ ਹੈ, ਪਰ 7500 ਜਾਂ ਕੋਈ ਹੋਰ ਛੋਟੀ ਜਾਂ ਵੱਡੀ ਰਕਮ ਦੇ ਲਈ ਕਦੇ ਵੀ ਜਾਣੀ ਕਿ ਸਿੱਖਾਂ ਦੇ ਮਨ ਦੇ ਵਿੱਚ ਇਹ ਚਾਹਤ ਨਹੀਂ ਰਹੀ ਕਿ ਅਸੀਂ ਪੈਸੇ ਲਈ ਆਹ ਕੰਮ ਕਰਾਂਗੇ। ਜਾਂ ਤੁਸੀਂ ਮਾਡਰਨ ਹਿਸਟਰੀ ਦੇ ਵਿੱਚ ਵੀ ਜਾ ਕੇ ਦੇਖ ਲਓ, ਬੀਬੀ ਇੰਦਰਾ ਗਾਂਧੀ ਦੇ ਚ ਲਾ ਲਓ, ਜਾਂ ਜਨਰਲ ਵੈਦਿਆ ਚ ਲਾ ਲਓ, ਜਾਂ ਹੋਰ ਵੀ ਜਿਹੜੇ ਜਾਣੀ ਕਿ ਦੁਸ਼ਮਣਾਂ ਨੂੰ ਜਾਂ ਉਸ ਟਾਈਮ ਦੀ ਕੌਮ ਦੇ ਜਿਹੜੇ ਵਿਰੋਧੀ ਸੀ ਉਹਨਾਂ ਨੂੰ ਸਬਕ ਸਿਖਾਇਆ। ਕਦੇ ਵੀ ਤੁਹਾਨੂੰ ਇਹ ਚੀਜ਼ ਕਦੇ ਨਹੀਂ ਤੁਹਾਨੂੰ ਮਿਲੂਗੀ ਕਿ ਇਹ ਪੈਸੇ ਦੇ ਲਈ ਸਿੱਖਾਂ ਵੱਲੋਂ ਪਹਾੜੇ ਤੇ ਕੰਮ ਕੋਈ ਕੀਤਾ ਗਿਆ। ਤੇ ਮੈਨੂੰ ਨਹੀਂ ਲੱਗਦਾ ਵੀ ਪੰਨੂ ਸਾਹਿਬ ਇਹ ਜਾਣੀ ਕਿ ਕਿੱਥੋਂ ਸਿੱਖ ਸਾਈਕੀ ਨੂੰ ਸਟੱਡੀ ਕਰ ਰਹੇ ਨੇ ਕਿ ਸਿੱਖ ਥੋੜੇ ਬਹੁਤੇ ਪੈਸੇ ਦੇ ਲਈ ਇਹ ਕੰਮ ਕਰ ਦੇਣਗੇ, ਇਹ ਕਰ ਦੇਣਗੇ। ਇਹ ਕੋਈ ਪਹਾੜੇ ਦੇ ਫੌਜੀ ਆਪਣੀਆਂ ਵੀਡੀਓ 'ਚ ਅੱਜ ਕੱਲ ਬੜਾ ਖੁੱਲ ਕੇ ਕਹਿੰਦੇ ਨੇ ਵੀ ਅਸੀਂ ਪੈਸਿਆਂ ਦੇ ਭੰਡਾਰ ਲਾ ਦੇਾਂਗੇ ਤੇ ਨੌਜਵਾਨ ਘਰ ਘਰ ਦੇ ਵਿੱਚ ਅਸੀਂ ਫੌਜੀ ਬਣਾ ਦੇਾਂਗੇ, ਖਾਲਿਸਤਾਨੀ ਫੌਜੀ ਬਣਾ ਦੇਾਂਗੇ। ਹੁਣ ਇਹਦੇ ਉੱਤੇ ਇੱਕ ਚੀਜ਼ ਇਹ ਆਈ ਹੈ, ਜਿਹੜਾ ਪਿੱਛੇ ਜੇ ਇਹਨਾਂ ਨੇ ਕਿਹਾ ਸੀ ਕਿ ਉਹਨਾਂ ਲੜਕਿਆਂ ਨੂੰ ਜਿਨ੍ਹਾਂ ਨੇ ਡੀਸੀ ਆਫਿਸ ਦੇ ਉੱਤੇ ਵੀ ਜਾ ਕੇ ਚਲੋ ਖਾਲਿਸਤਾਨੀ ਝੰਡਾ ਲਹਿਰਾਤਾ, ਉਹ ਕਈ ਸੁਣੇ ਚ ਆ ਗਏ, ਆਪਣੇ ਹੀ ਬੱਚੇ ਨੇ, ਆਪਣੇ ਹੀ ਭਰਾ ਨੇ। ਹੁਣ ਅੱਜ ਦੀ ਡੇਟ ਦੇ ਵਿੱਚ ਉਹ ਦਿੱਲੀ ਦੇ ਵਿੱਚ ਨੇ, ਫੜੇ ਹੋਏ ਨੇ। ਕੀ ਇਹ ਲੋਕ ਉਹਨਾਂ ਦੀਆਂ ਪੈਰਵਾਈਆਂ ਕਰ ਸਕਦੇ ਨੇ? ਕਿਉਂਕਿ ਜਿੱਥੋਂ ਤੱਕ ਅਸੀਂ ਪਤਾ ਕੀਤਾ ਕਿ ਇਹਨਾਂ ਵੱਲੋਂ ਕੋਈ ਵਕੀਲ ਨਹੀਂ ਉੱਥੇ ਗਿਆ, ਇਹਨਾਂ ਵੱਲੋਂ ਕੋਈ ਉਸ ਪਰਿਵਾਰ ਨੂੰ ਕੋਈ ਸਮਝੌਤਾ, ਕੋਈ ਗੱਲਬਾਤ ਨਹੀਂ ਕੀਤੀ ਗਈ ਉਹਨਾਂ ਨਾਲ। ਉਹਨਾਂ ਦੇ ਪਰਿਵਾਰ ਵੀ ਦੁਖੀ ਨੇ। ਤੇ ਜਿਹੜੇ ਬੱਚੇ ਹੁਣ ਪੰਨੂ ਦੀ ਮਤਲਬ ਕਿ ਇਹਨਾਂ ਵੀਡੀਓ ਨੂੰ ਦੇਖ ਕੇ ਜਾਂ ਜੋ ਵੀ ਝੰਡਾ ਚੁੱਕਣਗੇ, ਉਹਨਾਂ ਨੂੰ ਇੱਕ ਚੀਜ਼ ਇਹ ਸੋਚਣੀ ਪੈਣੀ ਹੈ ਕਿ ਯੂਆਪਾ ਜਿਹੜਾ ਹੈਗਾ, ਪਿੱਛੇ ਜੇ ਪੰਜਾਬ ਸਰਕਾਰ ਨੇ ਕੁਝ 17-18 ਜਣਿਆਂ ਨੂੰ ਯੂਆਪਾ ਦੇ ਅਧੀਨ ਅੰਦਰ ਕਰ ਦਿੱਤਾ, ਜਿਨ੍ਹਾਂ ਦਾ ਕਿ ਇੱਕ ਆਮ ਵਕੀਲ ਕੋ ਉਹ ਕੇਸ ਨਹੀਂ ਲਾ ਸਕਦਾ। ਉਹਦਾ ਵਕੀਲ ਲੜਨ ਲਈ ਵੀ ਬੈਰਿਸਟਰ ਵਗੈਰਾ ਚਾਹੀਦਾ ਉਹਨਾਂ ਨੂੰ। ਤੇ ਉਹ ਜਿਹੜੇ ਉਹਨਾਂ ਨੇ ਯੂਆਪਾ ਲਾ ਕੇ ਅੰਦਰ ਕੀਤੇ ਨੇ ਬਹੁਤ ਹੀ ਗਰੀਬ, ਤੇ ਜਿਨ੍ਹਾਂ ਦੇ ਉੱਤੇ ਖਾਲਿਸਤਾਨੀ ਦਾ ਉਹਨਾਂ ਨੇ ਥੱਪਾ ਲਾਇਆ। ਹੁਣ ਚੱਕਰ ਇਹ ਹੈ ਵੀ ਜਿਸ ਤਰੀਕੇ ਨਾਲ ਇਹ ਕਹਿੰਦੇ ਨੇ ਕਿ ਅਸੀਂ ਪੈਸੇ ਦੇ ਭੰਡਾਰ ਲਾ ਦਾਂਗੇ, ਇੱਕ ਵੀ ਰਿਪੋਰਟ ਪੰਜਾਬ ਤੋਂ ਨਹੀਂ ਆਈ ਕਿ ਪੰਨੂ ਹੋਣਾ ਦੇ ਵਕੀਲ ਉਹਨਾਂ ਦੇ ਘਰਾਂ 'ਚ ਗਏ ਨੇ। ਪੰਨੂ ਹੋਣਾ ਦੇ ਜੇ ਅੱਗੇ ਜੋ ਵੀ ਅਗਵਾਈ ਕਰਨ ਵਾਲੇ ਪੰਜਾਬ 'ਚ ਉਹ ਉਹਨਾਂ ਦੇ ਪਰਿਵਾਰਾਂ ਨੂੰ ਮਿਲੇ ਨੇ,
ਉਹਨਾਂ ਨੂੰ ਕੋਈ ਪੈਸੇ ਨਾਲ, ਕੋਈ ਵਕੀਲਾਂ ਨਾਲ, ਕੋਈ ਉਹਨਾਂ ਦੀ ਲੜਾਈ ਦੇ ਵਿੱਚ ਸ਼ਾਮਲ। ਇਸ ਟਾਈਮ ਦੇ ਉਹ ਪਰਿਵਾਰ ਵੀ ਧੱਕੇ ਖਾ ਰਹੇ ਨੇ, ਉਹ ਬੰਦੇ ਤੇ ਜਿਹੜੇ ਜੋ ਆਪਾਂ ਦੇ ਨਾਂ ਅਧੀਨ ਅੰਦਰ ਦਿੱਤੇ ਗਏ ਨੇ, ਉਹ ਤਾਂ ਵੱਖਰਾ ਹੀ ਆਪਣਾ ਹੁਣ ਇੱਕ ਦਾਗ ਰਹੇਗਾ ਉਹਨਾਂ ਦੇ ਦੇਸ਼ ਧਰੋਹੀ ਦਾ, ਜਦੋਂ ਤੱਕ ਉਹ ਬਿਲਕੁਲ ਬਰੀ ਹੋ ਕੇ ਬਾਹਰ ਨਹੀਂ ਆ ਜਾਂਦੇ। ਹਰਮੀਤ ਸਿੰਘ ਜੀ, ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਨੌਜਵਾਨਾਂ ਦੇ ਉੱਤੇ ਕੇਸ ਲੱਗੇ ਨੇਗੇ ਪੰਜਾਬ ਦੀ ਧਰਤੀ ਦੇ ਉੱਤੇ ਜਾਂ ਹਿੰਦੁਸਤਾਨ ਦੇ ਵਿੱਚ, ਉਹ ਸਰਾਸਰ ਗਲਤ ਨੇ। ਬਿਲਕੁਲ ਠੀਕ। ਬੇਸ਼ੱਕ ਕੋਈ ਖਾਲਿਸਤਾਨ ਦੀ ਡੈਮੋਕ੍ਰੈਟਿਕ ਤਰੀਕੇ ਨਾਲ ਗੱਲ ਕਰਦਾ, ਝੰਡਾ ਲਹਿਰਾਉਂਦਾ ਜਾਂ ਲਿਟਰੇਚਰ ਵੰਡਦਾ, ਇਹ ਇੰਡੀਅਨ ਸੁਪਰੀਮ ਕੋਰਟ ਵੱਲੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸਿੱਖ ਕੌਮ ਨੂੰ ਇੱਕ ਬੜਾ ਲੰਬਾ ਸੰਘਰਸ਼ ਕਰਕੇ ਇਹ ਹੱਕ ਲੈ ਕੇ ਦਿੱਤਾ ਹੈਗਾ ਕਿ ਕੋਈ ਵੀ ਬੰਦਾ ਜਾਂ ਕੋਈ ਵੀ ਸਿੱਖ ਆਪਣੀ ਖਾਲਿਸਤਾਨ ਦੀ ਗੱਲ ਲਿਟਰੇਚਰ ਪੜ੍ਹ ਵੰਡ ਸਕਦਾ, ਕੋਈ ਵੀ ਝੰਡਾ ਲਹਿਰਾ ਸਕਦਾ, ਬਸ਼ਰਤੇ ਉਹਦੇ ਨਾਲ ਕਿਸੇ ਨੂੰ ਨੁਕਸਾਨ ਨਾ ਹੋਵੇ, ਯਾਨੀ ਕਿ ਉਹਨੂੰ ਫਿਜ਼ੀਕਲੀ ਜਾਂ ਕੋਈ ਟੈਰਰਿਸਟ ਐਕਟੀਵਿਟੀਜ਼ ਨਾ ਹੋਣ, ਲੇਕਿਨ ਕੋਈ ਵੀ ਬੰਦਾ ਆਪਣੀ ਗੱਲ ਕਰ ਸਕਦਾ। ਜੇ ਨੌਜਵਾਨਾਂ ਨੇ ਚਾਹੇ ਪੰਨੂ ਸਾਹਿਬ ਦੇ ਕਹੇ ਤੋਂ ਜਾਂ ਉਹਨਾਂ ਦੇ ਆਪਣੇ ਮਨ ਦੇ ਵਲਵਲੇ ਸੀ, ਉਹਨਾਂ ਨੇ ਕਿਸੇ ਡੀਸੀ ਕੰਪਲੈਕਸ ਦੇ ਉੱਤੇ ਜਾਂ ਕਿਤੇ ਹੋਰ ਖਾਲਿਸਤਾਨ ਦਾ ਝੰਡਾ ਜਾਂ ਖਾਲਿਸਤਾਨ ਦੇ ਨਾਅਰੇ ਮਾਰ ਦਿੱਤੇ ਆ, ਉਹ ਪੰਜਾਬ ਪੁਲਿਸ ਨੇ ਜਿੱਥੇ ਸਿੱਖ ਭਾਵਨਾ ਦਾ ਕਤਲ ਕੀਤਾ, ਉੱਥੇ ਆਪਣੀ ਇੰਡੀਅਨ ਸਟੇਟ ਦੀ ਜਿਹੜੀ ਸੁਪਰੀਮ ਕੋਰਟ ਹੈ ਉਹਦੇ ਆਰਡਰਾਂ ਨੂੰ ਨਜ਼ਰ ਅੰਦਾਜ਼ ਕੀਤਾ ਹੈਗਾ। ਇਸ ਵਿਸ਼ੇ ਦੇ ਉੱਤੇ ਸਾਡੀ ਰਾਏ ਇਹ ਆ। ਤੇ ਦੂਸਰਾ, ਜੇ ਪੰਨੂ ਸਾਹਿਬ ਨੇ ਜਾਣੀ ਕਿ ਇਹ ਲਲਕਾਰ ਕਰਦੇ ਨੇ ਕਿ ਨਹੀਂ ਜੀ ਸਾਨੂੰ ਜਾਣੀ ਕਿ ਜੇ ਕੋਈ ਤੁਸੀਂ ਝੰਡਾ ਲਹਿਰਾਓ ਜਾਂ ਕੋਈ ਹੋਰ ਐਕਟੀਵਿਟੀਜ਼ ਕਰੋ, ਤਾਂ ਪੰਨੂ ਸਾਹਿਬ ਨੂੰ ਉਹਨਾਂ ਦੇ ਨਾਲ ਜ਼ਰੂਰ ਖੜਨਾ ਚਾਹੀਦਾ, ਉਹਨਾਂ ਨੂੰ ਵਕੀਲ ਪ੍ਰੋਵਾਈਡ ਕਰਵਾਉਣੇ ਚਾਹੀਦੇ ਨੇ। ਕਿ ਜਿੰਨੇ, ਖਾਸ ਕਰਕੇ ਇੱਕ ਚੀਜ਼ ਤੁਸੀਂ ਇਹਦੇ ਵਿੱਚ ਹੋਰ ਨੋਟ ਕਰੋਗੇ, ਇਹਦੇ ਵਿੱਚ ਜਿੰਨੇ ਨੌਜਵਾਨ ਫੜੇ ਨੇ ਉਹ ਜ਼ਿਆਦਾਤਰ ਦਲਿਤ ਸਮਾਜ ਦੇ ਨਾਲ ਸੰਬੰਧਿਤ ਰੱਖਦੇ ਨੇ, ਜਿਹੜੇ ਵਕੀਲ ਨਹੀਂ ਕਰਵਾ ਸਕਦੇ। ਇਹਦੇ ਵਿੱਚ ਦੋਹਾਂ ਧਿਰਾਂ ਨੂੰ ਫਾਇਦਾ। ਦੇਖੋ, ਇੱਕ ਤਾਂ ਇਹ ਹੈਗਾ ਕਿ ਦਲਿਤ ਸਮਾਜ ਨੂੰ ਸਿੱਖੀਜ਼ਮ ਦੇ ਨਾਲੋਂ ਤੋੜਿਆ ਜਾਵੇਗਾ ਪ੍ਰੈਸ਼ਰਾਈਜ਼ ਕਰਕੇ ਕਿ ਯਾਰ ਇਹਨਾਂ ਦੀ ਐਕਟੀਵਿਟੀਜ਼ ਇਹ ਨਹੀਂ ਆ, ਠੀਕ ਹੈ ਜੀ। ਤੇ ਦੂਸਰਾ, ਜਿਹੜਾ ਹਿੰਦੂ ਵੋਟ ਹੈਗੀ, ਪੰਜਾਬ ਸਰਕਾਰ ਚਾਹੁੰਦੀ ਹੈ ਕਿ ਇਹ ਖਾਲਿਸਤਾਨ ਦਾ ਜਿਹੜਾ ਹਊਆ ਖੜਾ ਕਰਕੇ ਜਿਹੜਾ ਹਿੰਦੂ ਵੋਟ ਨੂੰ ਆਪਣੇ ਹੱਕ 'ਚ ਭੁਗਤਾਇਆ ਜਾਵੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਪਿਛਲੇ ਤਕਰੀਬਨ 3.5 ਸਾਲ ਹੋ ਗਏ ਨੇ, 1.5 ਸਾਲ ਇਲੈਕਸ਼ਨ ਦੇ ਵਿੱਚ ਰਹਿ ਗਿਆ ਹੈਗਾ। 2022 ਦੇ ਵਿੱਚ ਇਲੈਕਸ਼ਨ ਨੇ, ਮਾਰਚ 'ਚ, ਤੇ ਉਹਨਾਂ ਨੇ ਉਹਨਾਂ ਦੀ ਜਿਹੜੀ ਐਕਟੀਵਿਟੀ ਹੈ ਜਾਂ ਉਹਨਾਂ ਦੀ ਕੋਈ ਜਾਣੀ ਕਿ ਕਾਰਵਾਈ ਹੈਗੀ, ਕੋਈ ਵੀ ਉਹਨਾਂ ਨੇ ਪੰਜਾਬ ਦੇ ਹਿੱਤਾਂ ਦੇ ਵਿੱਚ ਅੱਜ ਤੱਕ ਨਹੀਂ ਕੀਤੀ। ਉਹਨਾਂ ਦਾ ਆਪਣੇ ਸਾਰਾਗੜ੍ਹੀ ਜਿਹੜਾ ਉਹਨਾਂ ਨੇ ਫਾਰਮ ਹਾਊਸ ਬਣਾਇਆ, ਉਹਦੇ ਵਿੱਚੋਂ ਨਹੀਂ ਨਿਕਲਦੇ। ਸੋ ਜਿਹੜਾ ਵੀ ਇੱਕ ਹਊਆ ਹਿੰਦੂ ਸਮਾਜ ਨੂੰ ਜਾਣੀ ਕਿ ਵੋਟ ਹੈ ਜਿਹੜੀ ਉੱਥੋਂ ਦੀ 48-47% ਵੋਟ ਆਪਣੇ ਹੱਕ 'ਚ ਕਰਨ ਦੇ ਲਈ ਇਹ ਜਾਣੀ ਕਿ ਝੂਠੇ ਕੇਸ ਬਣਾਏ ਜਾ ਰਹੇ ਨੇ। ਸਾਡੀ ਸਮੁੱਚੀ ਲੀਡਰਸ਼ਿਪ ਨੂੰ, ਬੇਸ਼ੱਕ ਕੋਈ ਖਾਲਿਸਤਾਨ ਦੀ ਸੋਚ ਰੱਖਦਾ ਜਾਂ ਨਹੀਂ ਰੱਖਦਾ, ਦਲਿਤ ਸਮਾਜ ਨੂੰ ਸਿੱਖਾਜ਼ਮ ਦੇ ਨਾਲੋਂ ਟੁੱਟਣ ਤੋਂ ਬਚਾਉਣ ਦੇ ਲਈ ਸਾਨੂੰ ਉਹਨਾਂ ਦੀ ਪੈਰਵਾਈ ਕਰਨੀ ਚਾਹੀਦੀ ਹੈ। ਖਾਸ ਕਰਕੇ ਪੰਨੂ ਸਾਹਿਬ, ਜੇ ਪੰਨੂ ਸਾਹਿਬ ਕੋਈ ਪ੍ਰੋਗਰਾਮ ਦਿੰਦੇ ਨੇ, ਇੱਕ ਲੀਡਰ ਦੀ ਰਿਸਪੌਂਸਿਬਿਲਿਟੀ ਹੁੰਦੀ ਹੈ, ਜਿਹਨੇ ਕੋਈ ਪ੍ਰੋਗਰਾਮ ਦਿੱਤਾ ਉਹਦੇ ਗਲਤ ਸਿੱਟੇ, ਉਹਦਾ ਨੈਗੇਟਿਵ ਪੋਜ਼ਿਟਿਵ ਦੇਖ ਕੇ ਉਹਨੂੰ ਕੋਈ ਪ੍ਰੋਗਰਾਮ ਦੇਣਾ ਚਾਹੀਦਾ। ਜੇ ਪ੍ਰੋਗਰਾਮ ਦਿੱਤਾ ਹੈਗਾ, ਉਹਦੇ ਜਿਹੜੇ ਸਿੱਟੇ ਨਿਕਲੇ ਨੇ ਉਹਨਾਂ ਨੂੰ ਬੈਕਅਪ ਜਾਣੀ ਕਿ ਜ਼ਰੂਰ ਦੇਣਾ ਚਾਹੀਦਾ, ਜਿਹੜੇ ਉਹਨਾਂ ਦੀ ਸਪੀਚ ਤੋਂ ਪ੍ਰਭਾਵਿਤ ਹੋ ਕੇ ਜਾਂ ਉਹਨਾਂ ਦੇ ਕਹਿਣ ਦੇ ਉੱਤੇ ਕਿਸੇ ਨੌਜਵਾਨ ਨੇ ਕੋਈ ਐਕਟੀਵਿਟੀ ਕੀਤੀ ਆ, ਉਹਨਾਂ ਦੀ ਬੈਕ ਤੇ ਖੜਨਾ ਚਾਹੀਦਾ। ਇਹ ਚੀਜ਼ ਸਾਡੇ ਵੀ ਦੇਖਣ ਦੇ ਵਿੱਚ ਆਈ ਹੈ ਕਿ ਪੰਨੂ ਸਾਹਿਬ ਦੀ ਜਿਹੜੀ ਕੋਈ ਪੰਜਾਬ ਦੇ ਵਿੱਚ ਟੀਮ ਮੈਨੂੰ ਨਹੀਂ ਲੱਗਦਾ ਕੋਈ ਹੈ, ਤੇ ਨਾ ਹੀ ਉਹਨਾਂ ਦਾ ਕਿਸੇ ਪੰਥਕ ਕਿਸੇ ਧਿਰ ਦੇ ਨਾਲ ਜਾਂ ਪੰਥਕ ਲੀਡਰਸ਼ਿਪ ਦੇ ਨਾਲ ਕੋਈ ਜਾਣੀ ਕਿ ਕੰਟੈਕਟ ਹੈਗਾ ਜਿਹੜਾ ਉੱਥੇ ਜਾਣੀ ਕਿ ਐਜ ਏ ਬੈਕਅਪ ਤੌਰ ਤੇ ਕੰਮ ਕਰੇ। ਪਰ ਸਾਡੀ ਪਾਰਟੀ ਵੱਲੋਂ ਫਿਰੋਜ਼ਪੁਰ ਤੇ ਚੰਡੀਗੜ੍ਹ ਸਮੇਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਆਪਣਾ ਇੱਕ ਵਕੀਲਾਂ ਦਾ ਪੈਨਲ ਬਣਾਇਆ, ਕਿਉਂਕਿ ਇਹ ਜਿਹੜੀ ਡਿਮਾਂਡ ਹੈ ਪੰਨੂ ਸਾਹਿਬ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਗਰਾਊਂਡ ਤੇ ਬੜੇ ਤਕੜੇ ਤਰੀਕੇ ਨਾਲ ਗੱਲ ਕਰਦੇ ਨੇ, ਕਿਉਂਕਿ ਇਹਦਾ ਇਫੈਕਟ ਸਾਡੀ ਮੂਵਮੈਂਟ ਤੇ ਵੀ ਪਏਗਾ। ਜਿਹੜੇ ਅਸੀਂ ਡੈਮੋਕ੍ਰੈਟਿਕ ਇੰਡੀਆ ਦੇ ਸੰਵਿਧਾਨ ਦੇ ਵਿੱਚ ਹੀ ਅਸੀਂ ਰਹਿ ਕੇ ਆਪਣੀ ਗੱਲ ਕਰ ਰਹੇ ਹਾਂਗੇ, ਉਹਦੇ ਉੱਤੇ ਵੀ ਸਾਡੀ ਮੂਵਮੈਂਟ ਤੇ ਇਫੈਕਟ ਪਏਗਾ। ਉਹਨੂੰ ਅਸੀਂ ਸੇਵ ਕਰਨ ਦੇ ਲਈ, ਆਪਣੇ ਜਿਹੜੇ ਪੁਰਾਣੇ 30 ਸਾਲ ਦਾ ਇਤਿਹਾਸ ਹੈ ਉਹਨੂੰ ਬਚਾਉਣ ਦੇ ਲਈ, ਨੌਜਵਾਨੀ ਨੂੰ ਆਪਣੇ ਨਾਲ ਰੱਖਣ ਦੇ ਲਈ ਸਮੇਤ ਤੇ ਆਪਣੇ ਟੀਚੇ ਨੂੰ ਸਰ ਕਰਨ ਦੇ ਲਈ ਅਸੀਂ ਆਪਣੇ ਵਕੀਲਾਂ ਦੇ ਜਿਹੜੇ ਪੈਨਲਸ ਨੇ ਉਹਨਾਂ ਦੇ ਥਰੂ ਅਸੀਂ ਉਹ ਨੌਜਵਾਨਾਂ ਦੀ ਪੈਰਵਾਈ ਕਰ ਰਹੇ ਹਾਂ ਜੀ। ਬਿਲਕੁਲ ਠੀਕ ਹੈ। ਮਗਰ ਹੁਣ ਇੱਕ ਸੋਚਣ ਵਾਲੀ ਚੀਜ਼ ਇਹ ਹੈਗੀ ਹੈ ਕਿ ਪੰਨੂ ਹੋਣਾ ਨੂੰ ਇਹ ਨਜ਼ਰ ਨਹੀਂ ਆਉਂਦਾ, ਕਿਉਂਕਿ ਇਹ ਵੀ ਕਈ ਲੋਕਾਂ ਦੇ ਉੱਥੇ ਪੰਜਾਬ ਦੇ ਵਿੱਚ ਵੀਡੀਓ ਦੇਖਣ ਨੂੰ ਮਿਲੀਆਂ ਕਿ ਪੰਨੂ ਹੋਣਾ ਨੇ ਫੋਨ ਕੀਤੇ ਨੇ ਤੇ ਕਰਵਾਏ ਨੇ, ਤੇ ਇੰਡੀਅਨ ਜਿਹੜੀ ਇੰਟੈਲੀਜੈਂਸ ਹੈਗੀਆਂ ਉਹ ਇਹਨਾਂ ਦੇ ਸਾਰਾ ਰਿਕਾਰਡ ਕਰਦੀਆਂ, ਤੇ ਜਿਨ੍ਹਾਂ ਨੂੰ ਇਹੋ ਜਿਹੇ ਫੋਨ ਆਉਂਦੇ ਨੇ ਖਾਲਿਸਤਾਨੀ ਪੱਖੀ, ਤੇ ਉਹਨਾਂ ਨੂੰ ਵੀ ਸਵੇਰ ਨੂੰ ਚੁੱਕ ਲਿਆ ਜਾਂਦਾ ਹੈ, ਉਹਨਾਂ ਨੂੰ ਬਾਅਦ ਚੋਂ ਧੱਕੇ ਤੋਲੇ ਖਾਣੇ ਪੈਂਦੇ ਨੇ। ਇਹਨਾਂ ਦੀਆਂ ਕੀਤੀਆਂ ਹੋਈਆਂ ਕੋਲਾਂ ਕਾਰਨ ਉਹ ਅਗਲੇ ਭੁਗਤਦੇ ਨੇ। ਮਗਰ ਇਹ ਜਿਹੜੇ ਹੈਗੇ ਨੇ ਇਹ ਐਜ਼ ਇਟ ਇਜ਼ ਹੀ ਏਦਾਂ ਹੀ ਕਰੀ ਜਾ ਰਹੇ ਨੇ। ਮਗਰ ਕਹਿਣ ਤੋਂ ਭਾਵ ਇਹ ਹੈਗਾ ਵੀ ਜਦੋਂ ਇੱਕ ਬੰਦੇ ਨੂੰ ਇੰਨੀ ਕੁ ਸਮਝ ਆ ਜਾਂਦੀ ਹੈ ਕਿ ਮੇਰੀ ਕੀਤੀ ਹੋਈ ਕਾਰਵਾਈ ਅਗਲੇ ਲਈ ਕਿੰਨੀ ਦੁਸ਼ਵਾਰੀ ਪੈਦਾ ਕਰ ਸਕਦੀ ਹੈ,
ਤੇ ਮੈਂ ਉਹੀ ਕੰਮ ਕਰਾਂ, ਉਸ ਤਰੀਕੇ ਨਾਲ ਕੰਮ ਕਰਾਂ ਤਾਂ ਜੋ ਅਗਲੇ ਮੇਰੇ ਕਰਕੇ ਦੁਖੀ ਨਾ ਹੋਣ। ਮਗਰ ਇਹ ਆਪਾਂ ਨੂੰ ਇਹ ਦੇਖਣ ਨੂੰ ਮਿਲਦਾ ਪਿਆ ਵੀ ਉਹ ਹੁਣ ਸਗੋਂ ਖੁੱਲ ਕੇ ਆ ਗਏ ਨੇ ਇਸ ਚੀਜ਼ ਦੇ ਵਿੱਚ ਵੀ ਮੈਂ ਤੁਹਾਨੂੰ ਪੈਸੇ ਭੇਜ ਰਿਹਾ, ਤੁਸੀਂ ਖੁੱਲ ਕੇ ਆਓ, ਤੁਸੀਂ ਘਰ ਘਰ ਦੇ ਵਿੱਚ ਫੌਜੀ ਬਣਾਓ, ਤੁਸੀਂ ਘਰ ਘਰ ਦੇ ਵਿੱਚ ਜਾ ਕੇ ਪ੍ਰਚਾਰ। ਉੱਥੇ ਇਸ ਚੀਜ਼ ਨੂੰ ਹੁਣ ਜਿਸ ਤਰੀਕੇ ਨਾਲ ਤੁਸੀਂ ਕਿਹਾ ਵੀ ਪੰਜਾਬ ਸਰਕਾਰ ਨੇ ਇਹ ਬਿਲਕੁਲ ਗਲਤ ਕੀਤਾ, ਜਦੋਂ ਕਿ ਸੁਪਰੀਮ ਕੋਰਟ ਨੇ ਆਲਰੇਡੀ ਆਪਾਂ ਨੂੰ ਦੇ ਦਿੱਤਾ ਵੀ ਕੋਈ ਖਾਲਿਸਤਾਨ ਦਾ ਜਿਹੜਾ ਨਾਂ ਲੈਣ ਵਾਲਾ ਬੰਦਾ ਉਹ ਨਾਂ ਲੈ ਸਕਦਾ, ਕੋਈ ਇਹਦੇ 'ਚ ਗਲਤ ਨਹੀਂ ਹੈਗੀ। ਮਗਰ ਉੱਥੇ ਹੁਣ ਪੰਜਾਬ 'ਚ ਕੀ ਹੋ ਰਿਹਾ, ਕਿਸੇ ਨੇ ਖਾਲਿਸਤਾਨ ਦਾ ਕੋਈ ਝੰਡਾ ਵੀ ਚੁੱਕ ਲਿਆ, ਕੁਝ ਵੀ ਕਰ ਲਿਆ, ਉਹਨੂੰ ਚੁੱਕ ਕੇ ਜੁਆਪਾ ਦੇ ਤਹਿਤ ਅੰਦਰ ਦੇ ਦਿੱਤਾ ਜਾਂਦਾ, ਜੋ ਕਿ ਸੁਪਰੀਮ ਕੋਰਟ ਦੇ ਤੇ ਕਾਨੂੰਨ ਦੀ ਤਾਂ ਉਲੰਘਣਾ ਹੈਗੀ ਆ ਟੋਟਲੀ। ਮਗਰ ਜਦੋਂ ਇੱਕ ਬੰਦਾ ਪੰਨੂ ਵਰਗਾ ਹੋਵੇ, ਉਹਨੂੰ ਸਮਝ ਆ ਜਾਵੇ ਵੀ ਇਹੋ ਜਿਹੀ ਕਾਰਵਾਈ ਦੇ ਉੱਤੇ, ਮੇਰੀ ਕੀਤੀ ਹੋਈ ਕਾਰਵਾਈ ਤੇ ਜੇ ਕੋਈ ਐਕਸ਼ਨ ਕਰਦਾ ਤੇ ਉਹਨੂੰ ਸਾਰੀ ਉਮਰ ਲਈ ਅੰਦਰ ਵੀ ਰਹਿਣਾ ਪੈ ਸਕਦਾ, ਉਹਦਾ ਪਰਿਵਾਰ ਵੀ ਖਰਾਬ ਹੋ ਸਕਦਾ। ਉਹ ਬੰਦਾ ਕੁਝ ਆਪਣੇ ਜਿਹੜੇ ਤਰੀਕੇ ਨੂੰ ਬਦਲਣਾ ਨਹੀਂ ਚਾਹੀਦਾ ਕਿ ਕਮ ਸੇ ਕਮ ਮੈਂ ਉਸ ਤਰੀਕੇ ਨਾਲ ਜਾਵਾਂ ਜਿਸ ਦੇ ਨਾਲ ਦੂਸਰਿਆਂ ਨੂੰ ਕੋਈ ਦੁਸ਼ਵਾਰੀ ਪੈਦਾ ਨਾ ਹੋਵੇ। ਨਹੀਂ, ਇਹ ਤਾਂ ਇੱਕ ਜਿਹੜਾ ਸਿਆਣਾ ਲੀਡਰ ਹੁੰਦਾ ਹੈਗਾ, ਮੈਂ ਤੁਹਾਨੂੰ ਪਹਿਲਾਂ ਵੀ ਐਗਜ਼ਾਮਪਲਾਂ ਦਿੱਤੀਆਂ ਨੇ ਕਿ ਮਹਾਤਮਾ ਗਾਂਧੀ ਤੇ ਜਿੰਨਾ ਸਾਹਿਬ ਦੀ ਐਗਜ਼ਾਮਪਲ ਬਿਲਕੁਲ ਦਿੱਤੀ ਆ। ਜੀ ਯਾਨੀ ਕਿ ਇਹ ਤਾਂ ਪੰਨੂ ਸਾਹਿਬ ਦੇ ਸਾਨੂੰ ਨਹੀਂ ਪਤਾ ਹੈਗਾ ਵੀ ਉਹਨਾਂ ਦੇ ਜ਼ਿਹਨ ਦੇ ਵਿੱਚ ਕੀ ਹੈ ਜਾਂ ਉਹਨਾਂ ਦਾ ਪ੍ਰੋਗਰਾਮ ਕੀ ਹੈ, ਕਿਉਂਕਿ ਉਹਨਾਂ ਦਾ ਸਾਡੀ ਜਥੇਬੰਦੀ ਦੇ ਨਾਲ ਕੋਈ ਕੰਟੈਕਟ ਨਹੀਂ ਹੈ ਅੱਜ ਤੱਕ। ਠੀਕ ਹੈ ਜੀ। ਸੋ ਇਹ ਤਾਂ ਜਿਹੜਾ ਬੈਸਟ ਆਨਸਰ ਤਾਂ ਉਹੀ ਦੇ ਸਕਦੇ ਨੇ ਪੰਨੂ ਸਾਹਿਬ। ਨਹੀਂ, ਮੇਰਾ ਤੁਹਾਡੇ ਕੋਲੋਂ ਆਨਸਰ ਲੈਣ ਦਾ ਸਿਰਫ ਮਤਲਬ ਅੱਜ ਇਹ ਹੈਗਾ ਵੀ ਅਸੀਂ, ਕਿਉਂਕਿ ਜਿਹੜੀ ਤੁਹਾਡੀ ਪਾਰਟੀ ਹੈਗੀ ਹੈ ਡੈਮੋਕ੍ਰੈਟਿਕ ਤਰੀਕੇ ਨਾਲ ਖਾਲਿਸਤਾਨ ਉਹ ਵੀ ਮੰਗਦੀ ਹੈ, ਮਗਰ ਉਹ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਵੋਟ ਲੈ ਕੇ ਫਿਰ ਮੰਗਦੀ ਹੈ। ਉਹਨਾਂ ਦਾ ਜਿਹੜਾ ਹੈਗਾ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਤੇ ਖਾਸ ਕਰਕੇ ਕਾਨੂੰਨ ਦੀ ਪੂਰੀ ਤਰ੍ਹਾਂ ਉਲੰਘਣਾ ਕਰਕੇ ਉਹ ਮੰਗਦੇ ਨੇ ਤੇ ਨੌਜਵਾਨਾਂ ਨੂੰ ਉਸ ਪਾਸੇ ਲੈ ਕੇ ਜਾ ਰਹੇ ਨੇ, ਜਿਨ੍ਹਾਂ ਪਾਸੇ ਨੌਜਵਾਨਾਂ ਨੂੰ ਨਹੀਂ ਪਤਾ ਹੈਗਾ ਕਿ ਅਗਰ ਉਹ ਇਸ ਚੀਜ਼ ਨੂੰ ਚੁੱਕਣਗੇ ਤੇ ਉਹਨਾਂ ਨੂੰ ਕਿਹੋ ਜਿਹੀਆਂ ਦੁਸ਼ਵਾਰੀਆਂ ਪੈਦਾ ਹੋ ਸਕਦੀਆਂ। ਜੇਕਰ ਮੈਂ ਹੁਣ ਇਹਦੇ ਉੱਤੇ ਹੀ ਇੱਕ ਐਗਜ਼ਾਮਪਲ ਤੁਹਾਨੂੰ ਦਵਾਂ, ਇੱਕ ਲੜਕੇ ਨੇ ਜੁਆਪਾ ਉਹਦੇ ਉੱਤੇ ਲਾਉਣ ਦੇ ਡਰ ਤੋਂ, ਕਿਉਂਕਿ ਉਹਨੂੰ ਪੁਲਿਸ ਚੁੱਕ ਕੇ ਲੈ ਗਈ ਸੀ ਤੇ ਉਹਨੇ ਬਾਅਦ ਚੋਂ ਸੁਸਾਈਡ ਕਰ ਲਿਆ, ਜਿਹੜੀ ਕਿ ਵੱਧ ਤੋਂ ਵੱਧ 1 ਮਹੀਨੇ ਦੀ ਗੱਲ ਹੈ ਜੀ। ਇਹ ਚੰਡੀਗੜ੍ਹ ਦੇ ਲਾਗੇ ਦੀ ਗੱਲ ਹੈ। ਚੰਡੀਗੜ੍ਹ 'ਚ ਪੁਲਿਸ ਉਹਨੂੰ ਚੁੱਕ ਕੇ ਲੈ ਗਈ ਸੀ, ਜਦੋਂ ਉਹਨੂੰ ਛੱਡਿਆ ਗਿਆ ਮਗਰ ਪੁਲਿਸ ਨੇ ਉਹਨੂੰ ਟੌਰਚਰ ਏਦਾਂ ਦਾ ਕੀਤਾ ਕਿ ਉਹਨੂੰ ਕਿਹਾ ਵੀ ਹੁਣ ਤੇਰੀ ਸਾਰੀ ਉਮਰ ਅੰਦਰ ਹੈ। ਗਰੀਬ ਪਰਿਵਾਰ ਦਾ ਮੁੰਡਾ, ਉਹਨੇ ਕਿਹਾ ਵੀ ਜੇ ਜੁਆਪਾ ਲੱਗ ਗਈ, ਹਜੇ ਉਹਦਾ ਥੋੜੇ ਦੇਰ ਪਹਿਲੇ ਹੀ ਵਿਆਹ ਹੋਇਆ ਸੀ, ਉਸ ਬੰਦੇ ਨੇ ਸੁਸਾਈਡ ਕਰ ਲਈ। ਹੁਣ ਚੱਕਰ ਇਹ ਹੈ ਕਿ ਇਹ ਪੰਨੂ ਸਾਹਿਬ ਉਹਦੀ ਜ਼ਿੰਮੇਵਾਰੀ ਲੈਣਗੇ ਉਹਦੇ ਪਰਿਵਾਰ ਦੀ, ਉਹਦੀ ਜਿਹੜਾ ਕੁਝ ਚਿਰ ਪਹਿਲੇ ਉਹਦਾ ਵਿਆਹ ਹੋਇਆ, ਜਾਂ ਉਹ ਨੌਜਵਾਨ ਕਿਤੇ ਵਾਪਸ ਆ ਸਕਦਾ? ਨਹੀਂ ਦੇਖੋ, ਇਹ ਤਾਂ ਪੰਨੂ ਸਾਹਿਬ ਹੀ ਇਹਦਾ ਬੈਸਟ ਆਨਸਰ ਦੇ ਸਕਦੇ ਨੇ, ਪਰ ਉਹ ਦੇਣਾ ਨਹੀਂ ਚਾਹੁੰਦੇ। ਪਰ ਇੱਕ ਚੀਜ਼ ਮੈਂ ਤੁਹਾਨੂੰ ਕਰੈਕਟ ਕਰ ਦੇਵਾਂ ਕਿ ਪੰਨੂ ਸਾਹਿਬ ਕੋਈ ਗੈਰ ਕਾਨੂੰਨੀ ਗੱਲ ਨਹੀਂ ਕਰ ਰਹੇ। ਇਹਦੇ ਵਿੱਚ ਤੁਸੀਂ ਥੋੜਾ ਜਿਹਾ ਕਰੈਕਟ ਹੋਵੋ। ਜਦੋਂ ਦੇਖੋ ਤੁਸੀਂ ਕਹਿ ਰਹੇ ਗੈਰ ਕਾਨੂੰਨੀ ਨਹੀਂ, ਮਗਰ ਜਦੋਂ ਪੰਨੂ ਸਾਹਿਬ ਕਿਸੇ ਨੂੰ ਕਹਿੰਦੇ ਨੇ ਵੀ ਤੁਸੀਂ ਲਾਲ ਕਿਲੇ 'ਚ ਜਾ ਕੇ ਝੰਡਾ ਲਹਿਰਾਓ, ਤੁਸੀਂ ਜਾ ਕੇ ਡੀਸੀ ਹੋਵੇ, ਮੈਂ ਤੁਹਾਨੂੰ ਪੈਸੇ ਦੇਣਾ, ਇਹ ਕਿੰਨਾ ਕੁ ਜਾਇਜ਼ ਹੈਗਾ? ਇਹ ਕਾਨੂੰਨ ਦੇ ਦਾਇਰੇ 'ਚ ਆਉਂਦਾ? ਨਹੀਂ ਦੇਖੋ, ਉਹ ਰੈਫਰੈਂਡਮ ਦੀ ਗੱਲ ਕਰਨੀ ਜਾਂ ਖਾਲਿਸਤਾਨ ਦੀ ਗੱਲ ਕਰਨੀ ਸਾਡੇ ਨਜ਼ਰੀਏ ਦੇ ਵਿੱਚ ਸਿਰਫ ਇਹਦੇ ਨਾਲ ਹੀ ਟਿਕੇ ਰਹੀਏ, ਇਸੇ ਗੱਲ ਨਾਲ ਜਿਹੜੇ ਉਹਨਾਂ ਦੇ ਇਸ ਬਿਆਨ ਤੋਂ ਕੀ ਇਹ ਕਾਨੂੰਨ ਦੇ ਦਾਇਰੇ 'ਚ ਆਉਂਦਾ ਕਿ ਮੈਂ ਤੁਹਾਨੂੰ ਕਹਿ ਦੇਵਾਂ ਵੀ ਤੁਸੀਂ ਅੱਜ ਆਸਟ੍ਰੇਲੀਆ ਦੇ ਜਾ ਕੇ ਉੱਥੇ ਉਹਦਾ ਝੰਡਾ ਲਾ ਕੇ ਆਪਣਾ ਝੰਡਾ ਚੜ੍ਹਾ ਦਿਓ ਤਾਂ ਮੈਂ ਤੁਹਾਨੂੰ ਪੈਸੇ ਦੇਵਾਂ, ਕਿ ਇਹ ਕਾਨੂੰਨ ਦੇ ਦਾਇਰੇ 'ਚ ਆਏਗਾ? ਨਹੀਂ ਦੇਖੋ, ਜਿੰਨਾ ਚਿਰ ਸਾਡੀ ਕੋਈ ਅਚੀਵਮੈਂਟ ਨਹੀਂ ਹੈਗੀ, ਮੈਨੂੰ ਨਹੀਂ ਲੱਗਦਾ ਕਿ ਅਸੀਂ ਝੰਡਾ ਚਾੜ ਦਾਂਗੇ ਉਹਨਾਂ ਨੇ ਲਾ ਦੇਣਾ ਹੈ ਨਾ। ਜੇ ਅਸੀਂ ਚਾੜ ਵੀ ਦਿੰਦੇ ਮਗਰ ਕਿਸੇ ਨੂੰ ਉਕਸਾਉਣ ਆ, ਕਿਉਂਕਿ ਉਹਨਾਂ ਦਾ ਕੰਮ ਤੇ ਸਿਰਫ ਮਗਰਲੇ ਕੁਝ ਸਾਲਾਂ ਤੋਂ ਉਕਸਾਉਣ ਵਾਲਾ ਹੀ ਹੈਗਾ। ਜੀ ਲੋਕੀ ਤੇ ਉਹਨਾਂ ਦੇ ਬਲੇਮ ਇਹੋ ਹੀ ਲਾਉਂਦੇ ਆ ਨਾ ਕਿ ਉਹਨਾਂ ਦਾ ਕੰਮ ਜਿਹੜਾ ਹੈਗਾ ਪੈਸੇ ਗਰਾਉਣ ਵਾਲਾ ਤੇ ਲੋਕਾਂ ਨੂੰ ਉਕਸਾਉਣ ਵਾਲਾ ਹੀ ਹੈ। ਜੀ ਦੇਖੋ, ਜਿੰਨੀ ਕਿ ਸਾਨੂੰ ਇੱਥੇ ਨੌਲੇਜ ਹੈ ਆਸਟ੍ਰੇਲੀਆ ਦੇ ਵਿੱਚੋਂ, ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੇ ਕੋਈ ਪੈਸਾ ਗਰਾਇਆ ਹੈਗਾ, ਜਾਂ ਹੋ ਸਕਦਾ ਅਮਰੀਕਾ ਦੇ ਵਿੱਚ ਉਹਨਾਂ ਦਾ ਕੋਈ ਫੰਡ ਦਾ ਸੋਰਸ ਕੀਤਾ ਹੋਵੇ। ਕੋਈ ਵੀ ਜਥੇਬੰਦੀ ਹੈ ਜਾਂ ਮੂਵਮੈਂਟ ਹੈ ਵਿਦਆਊਟ ਪੈਸਾ ਦਾ ਚੱਲਦੀ ਨਹੀਂ ਹੈ। ਪਰ ਮੈਂ ਤੁਹਾਨੂੰ ਇੱਕ ਚੀਜ਼ ਬੜੀ ਕਲੀਅਰ ਮੈਂ ਪਹਿਲਾਂ ਵੀ ਕੀਤੀ ਹੈ ਕਿ ਜਿਹੜੀ ਸ਼ਾਇਦ ਪੰਨੂ ਸਾਹਿਬ ਨੂੰ ਸਿੱਖ ਸੈਕੀ ਸਮਝਣ ਦੇ ਵਿੱਚ ਥੋੜੀ ਜਿਹੀ ਜਾਣੀ ਕਿ ਉਹ ਗਲਤੀ ਕਰ ਰਹੇ ਨੇ ਕਿ ਜਿਹੜਾ ਪੈਸਾ ਦੇ ਕੇ ਜਾਂ ਜਿਹੜੇ ਉੱਥੋਂ ਦਾ ਨੌਜਵਾਨ ਵਰਗ ਹੈ, ਨੌਜਵਾਨ ਹੈਗੇ ਨੇ ਜੀ, ਬੇਰੁਜ਼ਗਾਰ ਨੌਜਵਾਨ ਨੇ, ਕਿ ਉਹਨਾਂ ਨੂੰ ਆਪਾਂ ਵਰਤ ਕੇ ਇਹਨੂੰ ਮੂਵਮੈਂਟ ਨੂੰ ਸਿਰਫ ਨਿਊਜ਼ ਦੇ ਵਿੱਚ ਹੀ ਲੈ ਕੇ ਆਈਏ। ਪਰ ਜਿਹੜਾ ਨਵੰਬਰ ਵੀ ਆ ਜਾਏਗਾ, ਕਈ ਵਾਰੀ ਹੁੰਦਾ ਕਿ ਜਦੋਂ ਮੂਵਮੈਂਟ ਫੇਲ ਹੋ ਜਾਂਦੀ ਆ ਤਾਂ ਉਹਦਾ ਜਾਣੀ ਕਿ ਨੌਜਵਾਨੀ ਦੇ ਦਿਮਾਗ ਦੇ ਉੱਤੇ ਬੜਾ ਡੂੰਘਾ ਅਸਰ ਪੈਂਦਾ। ਇਹ ਚੀਜ਼ ਤੁਸੀਂ ਬਿਲਕੁਲ ਚਲੋ ਕਿ ਦੇਖੋ, ਅਸੀਂ 30 ਸਾਲ ਤੋਂ ਪਿੱਛੋਂ ਲੱਗੇ ਹੋਏ ਆ, ਇਹ ਬੜੀ ਬਰੀਕੀ ਦੇ ਨਾਲ ਜਾਣੀ ਕਿ ਸਾਨੂੰ ਕੰਮ ਕਰਨਾ ਪੈਂਦਾ ਹੈ। ਇਹਦੇ ਵਿੱਚ ਕਈ ਪੀੜ੍ਹੀਆਂ ਲੱਗ ਜਾਂਦੀਆਂ ਨੇ। ਜੇ ਤੁਸੀਂ ਯਹੂਦੀਆਂ ਦੀ ਅਸੀਂ ਗੱਲ ਕਰਦੇ, ਉਹਨਾਂ ਨੇ ਬੜੀ ਲੰਬੀ ਕਿੰਨੀਆਂ ਸਦੀਆਂ 250
ਤਕਰੀਬਨ 2500 ਸਾਲ ਦੇ ਕਰੀਬ ਉਹਨਾਂ ਨੇ ਸੰਘਰਸ਼ ਵਾਰ-ਵਾਰ ਕੀਤਾ, ਕਿਤੇ ਉਹ ਜਿੱਤਦੇ ਰਹੇ, ਕਿਤੇ ਉਹ ਹਾਰਦੇ ਰਹੇ, ਸੇਮ ਚੀਜ਼ਾਂ ਹੀ ਨੇ। ਸੋ ਜਿਹੜੀ ਸਾਡੀ ਮੂਵਮੈਂਟ ਹੈ, ਮੈਂ ਆਪਣੀ ਗੱਲ ਕਰਦੇ ਹਾਂ, ਅਸੀਂ ਬੇਸ ਤੇ ਕੰਮ ਕਰਦੇ ਹਾਂ ਜੀ। ਸਾਨੂੰ ਬੜੀਆਂ ਹਾਰਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਗਾ, ਪਰ ਲੀਡਰਸ਼ਿਪ ਉੱਥੇ ਖੜੀ ਆ, ਕਿਉਂਕਿ ਲੀਡਰਸ਼ਿਪ ਨੂੰ ਪਤਾ ਗਾ ਕਿ ਇੱਕ ਦਿਨ ਦੇ ਵਿੱਚ ਸਰ ਹੋਣ ਵਾਲੀ ਗੱਲ ਨਹੀਂ ਹੈਗੀ। ਤੁਹਾਡਾ ਕੋਈ ਪਲਾਟ ਦੱਬ ਲੈਂਦਾ ਹੈ, ਘੱਟੋ ਘੱਟ 20-30 ਸਾਲ ਦਾ ਉਹ ਪਲਾਟ ਖਾਲੀ ਕਰਾਉਣ ਤੇ ਨਿਕਲ ਜਾਂਦੇ ਨੇ। ਐਗਜ਼ੈਕਟਲੀ, ਬਿਲਕੁਲ ਠੀਕ। ਇੱਕ ਸਟੇਟ ਤੋਂ ਨੇਸ਼ਨ ਲੈਣਾ ਜਾਂ ਆਪਣੇ ਹੱਕ ਲੈਣੇ ਨੇ, ਉਹ ਕੋਈ ਸੌਖੀ ਗੱਲ ਨਹੀਂ ਹੁੰਦੀ। ਜਿਸ ਤਰ੍ਹਾਂ ਆਪਾਂ ਨੇ ਬੜਾ ਛੋਟਾ ਜਿਹਾ ਟੀਚਾ ਮਿਲਿਆ ਕਿ ਅਸੀਂ ਨੌਜਵਾਨਾਂ ਨੂੰ 2020 ਦੇ ਵਿੱਚ ਜਾਂ ਨਵੰਬਰ ਦੇ ਵਿੱਚ ਅਸੀਂ ਇੱਕ ਮੁਲਕ ਕ੍ਰੀਏਟ ਕਰਕੇ ਦੇ ਦਾਂਗੇ, ਹਨਾ। ਤੇ ਖਾਸ ਕਰਕੇ ਜਿਹੜੇ ਰੈਫਰੈਂਡਮ ਦੇ ਜ਼ਰੀਏ ਉਹ ਕਰ ਰਹੇ ਨੇ, ਇਹਨਾਂ ਦੇ ਜਿਹੜੇ ਸ਼ਬਦ ਨੇਗੇ ਉਹਨਾਂ ਦੇ ਵਿੱਚ ਵੀ ਥੋੜੀ ਜਿਹੀ ਗੜਬੜੀ ਹੈਗੀ ਹੈ। ਉਹ ਰਾਏ ਲੈਣਾ ਚਾਹੁੰਦੇ ਨੇ ਜਾਂ ਰੈਫਰੈਂਡਮ ਦੇ ਜ਼ਰੀਏ ਮੁਲਕ ਦੇਣਾ ਚਾਹੁੰਦੇ ਨੇ, ਅੱਜ ਤੱਕ ਹਜੇ ਨੌਜਵਾਨੀ ਨੂੰ ਉਹਨਾਂ ਨੇ ਇਹ ਵੀ ਨਹੀਂ ਕਲੀਅਰ ਕੀਤਾ। ਜੇ ਤਾਂ ਦੇਖੋ, ਬਿਲਕੁਲ ਠੀਕ ਹੈ। ਇੱਥੇ ਇੱਕ ਸੈਕਿੰਡ ਮੈਂ ਤੁਹਾਨੂੰ ਰੋਕਣਾ ਚਾਹਾਂਗਾ ਕਿ ਇਹ ਬਹੁਤ ਵਧੀਆ ਤੁਸੀਂ ਪੁਆਇੰਟ ਦੇ ਉੱਤੇ ਆ ਗਏ ਜੇ, ਤੇ ਇਹ ਪੁਆਇੰਟ ਦੇ ਉੱਤੇ ਲੋਕਾਂ ਨੂੰ ਤੁਸੀਂ ਆਪਣੇ ਜਰੀਏ ਥੋੜਾ ਜਿਹਾ ਕਲੀਅਰ ਕਰੋ ਕਿ ਜਿਹੜੀ ਨੌਜਵਾਨ ਪੀੜ੍ਹੀ, ਮੰਨ ਲਓ ਵੀ ਇਹ ਸਾਰੀਆਂ ਵੋਟਿੰਗ ਕਰ ਵੀ ਦਿੰਦੀ ਹੈ, ਕਿ ਇਹ ਸਾਰੀਆਂ ਵੋਟਿੰਗ ਹੋਣ ਤੋਂ ਬਾਅਦ ਜਿਹੜਾ ਇਹ ਕਹਿੰਦੇ ਨੇ ਰੈਫਰੈਂਡਮ 2020 ਹੋ ਜਾਏਗਾ ਤੇ ਖਾਲਿਸਤਾਨ ਮਿਲ ਜਾਏਗਾ, ਕਿ ਇਹ ਵਾਕਈ ਏਦਾਂ ਵਾ ਕਿ ਜਦੋਂ ਇਹ ਹੋ ਜਾਏਗਾ ਨਵੰਬਰ ਦੇ ਵਿੱਚ ਤੇ ਇਹਨਾਂ ਨੂੰ ਦਸੰਬਰ ਜਨਵਰੀ ਦੇ ਵਿੱਚ ਕੋਈ ਲਿਆ ਕੇ ਖਾਲਿਸਤਾਨ ਅੱਗੇ ਰੱਖ ਦੇਗਾ ਕਿ ਤੁਹਾਡਾ ਪੰਜਾਬ ਹੁਣ ਵੱਖਰਾ ਹੋ ਗਿਆ, ਹੁਣ ਤੁਸੀਂ ਰੱਖੋ ਪੰਜਾਬ ਜਾਂ ਤੁਸੀਂ ਰੱਖੋ ਖਾਲਿਸਤਾਨ, ਕਿ ਜਾਂ ਇਹ ਫਿਰ ਪੀੜ੍ਹੀਆਂ ਦੀਆਂ ਪੀੜ੍ਹੀਆਂ ਜਿਨ੍ਹਾਂ ਨੇ ਵੋਟਾਂ ਪਾਣੀਆਂ ਉਹਨਾਂ ਦੀ ਆਪਣੀ ਲਾਈਫ ਤੇ ਉਹਨਾਂ ਦੀ ਗਾਂ ਬੱਚਿਆਂ ਦੀ ਲਾਈਫ ਪਤਾ ਨਹੀਂ ਕਦੋਂ ਜਾ ਕੇ ਇਹ ਬਾਅਦ ਚੋਂ ਮਿਲੇਗਾ। ਇਹ ਕੀ ਇਹਦੇ ਚ ਸੱਚ ਹੈਗਾ? ਦੇਖੋ, ਜਿਹੜਾ ਅੱਜ ਦਾ ਉੱਥੋਂ ਦੀ ਸਾਊਥ ਏਸ਼ੀਆ ਦੀ ਜਿਹੜੀ ਜੀਓਗ੍ਰਾਫਿਕਲੀ ਅਸੀਂ ਦੇਖ ਦਿਆਂਗੇ, ਕਸ਼ਮੀਰ ਦੇ ਵਿੱਚ ਯੂਨਾਈਟਿਡ ਨੇਸ਼ਨ ਨੇ ਕਦੋਂ ਦੇ ਹੁਕਮ ਦਿੱਤੇ ਹੋਏ ਨੇ ਇੰਡੀਆ ਨੂੰ ਕਿ ਉੱਥੇ ਤੁਸੀਂ ਰੈਫਰੈਂਡਮ ਕਰਵਾਓ, ਜਿਹੜਾ ਨਹਿਰੂ ਨੇ ਕੇਸ ਪੁੱਟ ਕੀਤਾ ਸੀਗਾ। ਤਕਰੀਬਨ 50 ਸਾਲ ਉੱਪਰ ਹੋ ਗਏ ਨੇ, ਉਹਦਾ ਰਿਜ਼ਲਟ ਕੁਝ ਨਹੀਂ ਹੈਗਾ ਨਾ, ਹਰ ਰਿਜ਼ਲਟ ਉਹਨਾਂ ਨੇ ਨਹੀਂ ਕਰਵਾਇਆ ਹੈਗਾ ਜੀ। ਸੋ ਜਿੰਨੀ ਕੁ ਨੌਲੇਜ ਅਸੀਂ ਰੱਖ ਦਿਆਂਗੇ ਕਿ ਰੈਫਰੈਂਡਮ ਕੌਣ ਕਰਵਾ ਸਕਦਾ, ਜਾਂ ਤਾਂ ਜਿਹੜੀ ਸਟੇਟ ਤੋਂ ਅਸੀਂ ਆਜ਼ਾਦੀ ਮੰਗਦੇ ਹਾਂ ਜਾਂ ਜਿਹੜੀ ਸਟੇਟ ਨਾਲ ਸਾਡੀ ਗੱਲਬਾਤ ਚੱਲਦੀ ਹੈਗੀ ਉਹ ਰੈਫਰੈਂਡਮ ਕਰਵਾ ਸਕਦੀ ਹੈ, ਜਾਂ ਯੂਨਾਈਟਿਡ ਨੇਸ਼ਨ ਕਿਸੇ ਕੰਟਰੀਆਂ ਦੇ ਜਾਨੀ ਕਿ ਜਿਹੜੇ ਉਹਦੇ ਮੈਂਬਰ ਨੇ, ਵੱਡੇ ਮੈਂਬਰ ਨੇ, ਉਹਨਾਂ ਦੇ ਕਹੇ ਤੋਂ ਉੱਥੇ ਜਾਨੀ ਕਿ ਰੈਫਰੈਂਡਮ ਕਰਵਾਵੇ। ਹੁਣ ਸਾਡੇ ਸਵਾਲ ਵੀ ਪੰਨੂ ਸਾਹਿਬ ਦੇ ਨਾਲ ਇਹੀ ਨੇ ਕਿ ਜਾਂ ਤਾਂ ਤੁਹਾਡੀ ਇੰਡੀਆ ਦੇ ਨਾਲ ਗੱਲ ਹੋਈ ਆ ਕਿ ਇੰਡੀਆ ਤੋਂ ਤੁਸੀਂ ਮਨਜ਼ੂਰੀ ਲੈਤੀ ਹੈਗੀ, ਜਿਹੜੀ ਤੁਸੀਂ ਨਹੀਂ ਦੱਸ ਰਹੇ ਕਿ ਅਸੀਂ ਸਾਡਾ ਪੁੱਛਣ ਇਹੀ ਅਸੀਂ ਉਹਨਾਂ ਤੋਂ ਪੁੱਛ ਰਹੇ ਹਾਂ ਕਿ ਤੁਸੀਂ ਇੰਡੀਆ ਤੋਂ ਮਨਜ਼ੂਰੀ ਲੈਤੀ ਹੈ ਜਾਂ ਯੂਨਾਈਟਿਡ ਨੇਸ਼ਨ ਤੋਂ ਮਨਜ਼ੂਰੀ ਲੈਤੀ ਹੈ ਕਿ ਰੈਫਰੈਂਡਮ ਉਸ ਧਰਤੀ ਦੇ ਉੱਤੇ ਹੋ ਜਾਵੇ। ਠੀਕ ਹੈ, ਤੁਹਾਡੇ ਬੈਕ ਦੇ ਉੱਤੇ ਕੌਣ ਹੈ? ਪਰ ਪੰਨੂ ਸਾਹਿਬ ਨੇ ਅੱਜ ਤੱਕ ਸਾਨੂੰ, ਅਸੀਂ ਲਿਖਤੀ ਈਮੇਲ ਵੀ ਕੀਤੀਆਂ ਨੇ ਤੇ ਸਾਡੇ ਜਿਹੜੇ ਅਮਰੀਕਾ ਦੇ ਨੁਮਾਇੰਦੇ ਨੇ ਉਹਨਾਂ ਨੇ ਵੀ ਗੱਲ ਕੀਤੀ ਹੈ, ਤੇ ਲੇਕਿਨ ਅੱਜ ਤੱਕ ਸਾਨੂੰ ਇਸੇ ਚੀਜ਼ ਦੇ ਸਵਾਲ ਨਹੀਂ ਆਏ। ਇਸੇ ਕਰਕੇ ਅਸੀਂ ਇਸ ਮੁਹਿੰਮ ਦਾ ਅੱਜ ਤੱਕ ਪਾਰਟ ਨਹੀਂ ਆ, ਕਿਉਂਕਿ ਅਸੀਂ એનર્ਜੀ ਆਪਣੇ ਮੈਂਬਰਸ ਦੀ, ਆਪਣੀ ਪਾਰਟੀ ਦਾ ਪੈਸਾ, ਟਾਈਮ, ਉਹਨਾਂ ਟਾਈਮ ਅਸੀਂ ਨਹੀਂ ਬਰਬਾਦ ਕਰਨਾ ਚਾਹੁੰਦੇ ਜਿੰਨਾ ਟਾਈਮ ਸਾਨੂੰ ਇਹਦੇ ਜਾਨੀ ਕਿ ਕਲੀਅਰ ਨਹੀਂ ਹੁੰਦਾ ਕਿ ਇਹ ਪੋਸੀਬਲ ਹੈ ਕਿਵੇਂ। ਦੇਖੋ, ਤੁਸੀਂ ਕੋਈ ਇੱਥੇ, ਮੈਂ ਕੋਈ ਇੱਥੇ ਆਰਗੇਨਾਈਜੇਸ਼ਨ ਰਜਿਸਟਰਡ ਕਰਵਾ ਲੈਣਾ, ਕੀ ਮੇਰੇ ਕੋਲ ਇਹ ਰਾਈਟਸ ਆ ਜਾਣਗੇ ਕਿ ਮੈਂ ਇੰਟਰਨੈਸ਼ਨਲ ਲੈਵਲ ਦੀ ਗੱਲ ਕਰ ਸਕਾਂ? ਹਾਂ, ਠੀਕ ਹੈ। ਇੱਥੇ ਕੋਈ ਬਲੋਚਿਸਤਾਨ ਵਾਲੇ ਆਪਣੀ ਕੋਈ ਆਰਗੇਨਾਈਜੇਸ਼ਨ ਰਜਿਸਟਰਡ ਕਰਵਾ ਲੈਂਦੇ ਨੇ, ਕੀ ਪੋਸੀਬਲ ਹੈਗਾ ਕਿ ਪਾਕਿਸਤਾਨ ਉਹ ਆਰਗੇਨਾਈਜੇਸ਼ਨ ਨੂੰ ਉੱਥੇ ਮਾਨਤਾ ਦੇਵੇਗਾ ਜਾਂ ਯੂਨਾਈਟਿਡ ਨੇਸ਼ਨ ਦੇ ਵਿੱਚ ਕੋਈ ਮਾਨਤਾ ਮਿਲੇਗੀ? ਠੀਕ ਹੈ, ਜਿਹੜੀ ਇਹ ਸਿਰਫ ਇਲੈਕਟਡ ਬੋਡੀਜ਼ ਕਰਵਾ ਸਕਦੀਆਂ ਨੇ, ਜਾਂ ਜਿਵੇਂ ਪੰਜਾਬ ਦੀ ਅਸੈਂਬਲੀ ਦੇ ਵਿੱਚ ਤੁਹਾਡਾ ਕੋਲੇ ਬਹੁਮਤ ਹੈਗਾ, ਤੁਸੀਂ ਆਪਣਾ ਮਤਾ ਪਾ ਕੇ ਇੰਡੀਅਨ ਗਵਰਨਮੈਂਟ ਨੂੰ ਜਾਂ ਤੁਸੀਂ ਡਾਇਰੈਕਟ ਯੂਨਾਈਟਿਡ ਨੇਸ਼ਨ ਨੂੰ ਭੇਜ ਦਿਓਗੇ ਤਾਂ ਉਹਦੇ ਉੱਤੇ ਕੋਈ ਕਾਰਵਾਈ ਹੁੰਦੀ ਆ। ਤੇ ਲੇਕਿਨ ਇੱਕ ਪ੍ਰਾਈਵੇਟ ਆਰਗੇਨਾਈਜੇਸ਼ਨ ਮੈਨੂੰ ਨਹੀਂ ਲੱਗਦਾ ਕਿ ਉਹ ਇਹਦੇ ਇੱਕ ਰੈਫਰੈਂਡਮ ਕਰਵਾ ਸਕਦੀ ਆ। ਕਹਿਣ ਤੋਂ ਇਹ ਹੈਗਾ ਕਿ ਅਗਰ 2020 ਦਾ ਇਹ ਨਵੰਬਰ ਚ ਸਾਰਾ ਕੁਝ ਹੋ ਵੀ ਜਾਂਦਾ, ਕਿ ਜਿਹੜਾ ਮੇਰਾ ਸਵਾਲ ਸੀਗਾ ਕਿ ਇਹ ਦਸੰਬਰ ਜਨਵਰੀ ਚ ਲੱਗਦਾ ਕਿ ਉਹਦੇ ਬਾਅਦ ਕੁਝ ਇਹਨਾਂ ਨੂੰ ਮਿਲ ਜਾਏਗਾ, ਇਹ ਇੱਕ ਤਰ੍ਹਾਂ ਦੀ ਤੇ ਸਿਰਫ ਇੱਕ ਸਲਾਹ ਹੀ ਆਪਾਂ ਲੈ ਰਹੇ, ਲੋਕਾਂ ਦੀ ਰਾਏ ਲੈ ਰਹੇ ਹਾਂ, ਇਹਦੇ ਤੋਂ ਇਲਾਵਾ ਇਹਦੇ ਚ ਹੋਰ ਕੁਝ ਨਹੀਂ ਹੈਗਾ। ਹਾਂਜੀ, ਇਹਨੂੰ ਐਕਚੁਅਲ ਦੇ ਵਿੱਚ ਪੰਨੂ ਸਾਹਿਬ ਨੂੰ ਇਹਨੂੰ 2020 ਰੈਫਰੈਂਡਮ ਨਹੀਂ ਕਹਿਣਾ ਚਾਹੀਦਾ। ਰੈਫਰੈਂਡਮ ਇੱਕ ਹੋਰ ਚੀਜ਼ ਆ, ਐਗਜ਼ੈਕਟਲੀ ਇਹੋ ਪੁਆਇੰਟ ਹੈਗਾ। ਇਹਦੇ ਵਿੱਚ ਜੇ ਉਹ ਦੇਖੋ, ਫਿਰ ਉਹ ਸਹੀ ਚੱਲ ਰਹੇ ਨੇ ਜੇ ਉਹ ਚਾਹੁੰਦੇ ਨੇ ਕਿ ਅਸੀਂ ਲੋਕਾਂ ਦੀ ਰਾਏ ਇਕੱਠਾ ਕਰਨਾ ਚਾਹੁੰਦੇ ਹਾਂ ਕਿ ਅਸੀਂ ਇਹ ਜਿਹੜਾ ਕੇਸ ਆ ਇਹਨੂੰ ਅੱਗੇ ਜਾਨੀ ਕਿ ਜਿਹੜੀ ਯੂਨਾਈਟਿਡ ਨੇਸ਼ਨ ਦੀ ਕੋਰਟ ਆ ਜਾਂ ਯੂਨਾਈਟਿਡ ਨੇਸ਼ਨ ਦੀ ਅਥਾਰਟੀ ਆ, ਅਸੀਂ ਉਹਦੇ ਕੋਲੇ ਪੁੱਟ ਕਰੀਏ ਕਿ ਸਾਡੇ ਸਿੱਖਾਂ ਦੀ ਇੰਨੀ ਜਿਹੜੀ ਪਾਪੂਲੇਸ਼ਨ ਹੈ ਉਹ ਆਜ਼ਾਦੀ ਚਾਹੁੰਦੀ ਆ। ਜੇ ਤਾਂ ਉਹ ਰਹਿ ਲੈਣਾ ਚਾਹੁੰਦੇ ਨੇ ਉਹ ਵੱਖਰਾ ਵਿਸ਼ਾ ਹੈ। ਜੇ ਉਹ ਰੈਫਰੈਂਡਮ ਕਰਵਾ ਕੇ ਕਹਿੰਦੇ ਨੇ ਕਿ 2020 ਤੋਂ ਬਾਅਦ ਸਿੱਖ ਆਪਣੇ ਆਜ਼ਾਦੀ ਦਾ ਨਿੱਘ ਮਾਣ ਸਕਣਗੇ, ਜਾਨੀ ਕਿ ਫਿਰ ਸਾਡੇ ਖਿਆਲ ਦੇ ਨਾਲ ਇਹ ਜਾਨੀ ਕਿ ਉਹ ਗਲਤ ਕਰ ਰਹੇ ਨੇ। ਇਹ ਬਿਲਕੁਲ ਝੂਠ ਹੈਗਾ, ਇਹਦਾ ਕੋਈ ਇਸ ਟਾਈਮ ਨਹੀਂ, ਕਿਉਂਕਿ ਜੇਕਰ UN ਨੇ ਤੇ ਆ ਜਿਹੜਾ ਪਾਕਿਸਤਾਨ ਵਾਲਾ ਸੀਗਾ ਤਕਰੀਬਨ 50 ਸਾਲ ਤੇ ਉਹਨਾਂ ਨੂੰ ਹੋ ਗਈ, ਕਿਉਂਕਿ ਉੱਪਰੋਂ ਉਹ ਸਰਕਾਰਾਂ ਵੀ ਨੇ ਤੇ ਉਹਨਾਂ ਨੂੰ ਕੋਈ ਰਿਜ਼ਲਟ ਨਹੀਂ ਮਿਲ ਸਕਿਆ ਹਜੇ ਤੱਕ। ਤੇ ਫਿਰ ਇਹ ਤੇ ਇੱਕ ਟੋਟਲੀ ਗੈਰ ਮਾਨਤੀ ਤੇ ਜਿਹੜੀ ਸੰਸਥਾ ਇਹ ਲਈ ਫਿਰਦੇ ਨੇ, ਜੋ ਵੀ ਇਹ ਕੁਝ ਕਰ ਰਹੇ ਨੇ,
ਇਹ ਲੋਕਾਂ ਨੂੰ ਸਿਰਫ ਇਸ ਤਰੀਕੇ ਨਾਲ ਤੇ ਇਹ ਇਕੱਲਾ ਗੁੰਮਰਾਹ ਹੀ ਕਰ ਰਹੇ ਨੇ। ਜਿਸ ਤਰੀਕੇ ਨਾਲ ਇਹ ਕਹਿ ਰਹੇ ਨੇ ਲੋਕਾਂ ਨੂੰ ਕਿ ਇਹ 2020 ਕਰਕੇ ਤੁਹਾਨੂੰ ਪੰਜਾਬ ਮਿਲ ਜਾਏਗਾ, ਜੇਕਰ ਆਪਾਂ ਇਹ ਵੀ ਪੋਜੀਸ਼ਨ ਤੇ ਆ ਜਾਈਏ ਵੀ ਚਲੋ ਹੁਣ ਪੰਜਾਬ ਖਾਲਿਸਤਾਨ ਇਹਨਾਂ ਨੂੰ ਮਿਲ ਹੀ ਗਿਆ, ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਕਿ ਇਹ ਪੰਜਾਬ ਜਿਸ ਨੂੰ ਕੋਈ ਸਮੁੰਦਰ ਨਹੀਂ ਲੱਗੇਗਾ, ਜਿਸ ਨੂੰ ਕੋਈ ਬੰਦਰਗਾਹ ਨਹੀਂ ਹੋਏਗੀ, ਕਿ ਇਹੋ ਜਿਹੇ ਮੁਲਕ ਸਰਵਾਈਵ ਕਰ ਪਾਉਂਦੇ ਨੇ? ਦੇਖੋ ਦੁਨੀਆ ਦੇ ਵਿੱਚ ਬਹੁਤ ਸਾਰੇ ਮੁਲਕ ਇਹੋ ਜਿਹੇ ਨੇ ਜਿਨ੍ਹਾਂ ਦੇ ਕੋਲੇ ਆਪਣਾ ਸਮੁੰਦਰ ਨਹੀਂ ਹੈਗਾ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਸੀਗਾ ਉਦੋਂ ਵੀ ਸਾਨੂੰ ਕੋਈ ਸਮੁੰਦਰ ਨਹੀਂ ਸੀ ਲੱਗਦਾ ਕਿ ਅੱਜ ਸਮੁੰਦਰ ਉਹ ਸੁੱਕ ਗਿਆ ਜਾਂ ਨਹੀਂ, ਉਹ ਤੁਸੀਂ ਗੱਲ ਕਰਦੇ ਪਏ ਨੇ ਅੱਜ ਤੋਂ ਬਹੁਤ ਸਾਲ ਪਹਿਲੇ, ਜਦੋਂ ਬਿਜ਼ਨਸ ਇੰਨਾ ਡਿਵੈਲਪ ਹੋ ਹੀ ਨਹੀਂ ਸੀ। ਅੱਜ ਹਰੇਕ ਚੀਜ਼ ਆਪਾਂ ਜਿਹੜੀ ਮੰਗਾਨੇ ਆ ਜਾਂ ਚਾਈਨਾ ਤੋਂ ਜਾਂ ਕੋਰੀਆ ਤੋਂ ਜਾਂ ਜਾਪਾਨ ਤੋਂ ਭਾਜੀ, ਫਿਰ ਸੀਪੈਕ ਬਹੁਤ ਵੱਡਾ ਬਣ ਰਿਹਾ, ਸੀਪੈਕ ਬਹੁਤ ਵੱਡਾ ਬਣ ਰਿਹਾ ਹੈਗਾ ਜਿਹੜਾ ਸਾਰੇ ਦੁਨੀਆ ਨੂੰ ਜਾਨੀ ਕਿ ਇੱਕ ਬਿਜ਼ਨਸ ਲੈਣ ਦੇਗਾ ਕਿ ਉੱਥੋਂ ਦੀ ਜਿਹੜੀ ਹੈ ਬਿਜ਼ਨਸ ਹੋ ਸਕੇ। ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਸਮੁੰਦਰ ਲੱਗਣਾ ਜ਼ਰੂਰੀ ਹੈ। ਜਾਂ 50 ਸਾਲ ਪਹਿਲਾਂ ਵੀ ਸਿਲਕ ਰੋਡ ਦੇ ਥਰੂ ਬਿਜ਼ਨਸ ਹੁੰਦਾ ਸੀ ਸਾਊਥ ਏਸ਼ੀਆ ਦੇ ਵਿੱਚ, ਤੇ ਅੱਜ ਵੀ ਹੋ ਰਿਹਾ ਤੇ ਕੱਲ ਨੂੰ ਵੀ ਹੋਏਗਾ। ਠੀਕ ਹੈ ਜੀ। ਸੋ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਸਮੁੰਦਰ ਲੱਗਣਾ ਜ਼ਰੂਰੀ ਹੈ ਜਾਂ ਅਸੀਂ ਸਮੁੰਦਰ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦੇ। ਦੁਨੀਆ ਦੇ ਬਹੁਤ ਅਮੀਰ ਮੁਲਕ ਨੇਗੇ ਜਿਹੜੇ ਜਿਨ੍ਹਾਂ ਦੇ ਕੋਲੇ ਸਮੁੰਦਰ ਨਹੀਂ ਹੈਗਾ ਪਰ ਉਹ ਬੜਾ ਸੋਹਣਾ ਸਰਵਾਈਵ ਕਰ ਰਹੇ ਨੇ। ਠੀਕ ਹੈ। ਸੋ ਇਹ ਜਿਹੜੀ ਨੈਗੇਟਿਵਿਟੀ ਹੈ ਸਾਨੂੰ ਕੱਢ ਦੇਣੀ ਚਾਹੀਦੀ ਹੈ ਕਿ ਸਮੁੰਦਰ ਦੇ ਨਾਲ ਹੀ ਅਸੀਂ ਸਰਵਾਈਵ ਕਰਾਂਗੇ। ਦੇਖੋ ਅੱਜ ਇੰਗਲੈਂਡ ਹੈ, ਚਲੋ ਜੇ ਆਪਾਂ ਇਹਨੂੰ ਕੱਢ ਦਈਏ, ਮੇਰੀ ਗੱਲ ਸੁਣੋ ਪੂਰੀ ਹੋ ਜਾਣ ਦਿਓ। ਇੰਗਲੈਂਡ ਦੇ ਨਾਲ ਸਮੁੰਦਰ ਲੱਗਦਾ ਪਰ ਡੇ ਟੂ ਡੇ ਇੰਗਲੈਂਡ ਦੀ ਜਿਹੜੀ GDP ਆ ਉਹ ਨੀਚੇ ਆ ਰਹੀ ਹੈਗੀ, ਤੇ ਉੱਥੇ ਜਿਹੜੀ ਉੱਥੋਂ ਦੀ ਆਰਥਿਕਤਾ ਜਿਹੜੀ ਤੁਸੀਂ ਆਉਣ ਵਾਲੇ 10 ਸਾਲਾਂ ਦੇ ਵਿੱਚ ਦੇਖੋਗੇ ਇੰਗਲੈਂਡ ਦੀ, ਉਹ ਨੀਚੇ ਡੇ ਟੂ ਡੇ ਨੀਚੇ ਆ ਰਹੀ ਹੈ। ਉਹਦੇ ਤਾਂ ਸਮੁੰਦਰ ਲੱਗਦਾ, ਉਹਨਾਂ ਨੂੰ ਤਾਂ ਬਿਜ਼ਨਸ ਬਹੁਤ ਸੋਹਣਾ ਕਰਨਾ ਹੁੰਦਾ, ਉਹ ਤਾਂ ਸਦੀਆਂ ਤੋਂ ਆਜ਼ਾਦ ਨੇ, ਹਨਾ। ਸੋ ਇਹ ਚੀਜ਼ ਜੀ ਨਹੀਂ, ਏਦਾਂ ਦੀ ਐਗਜ਼ਾਮਪਲ ਅਸੀਂ ਨਹੀਂ ਦੇ ਸਕਦੇ ਕਿਉਂਕਿ ਹਰੇਕ ਕੰਟਰੀ ਜਿਹੜੀਆਂ ਆਪਾਂ ਇਹ ਐਗਜ਼ਾਮਪਲ ਉਹਨਾਂ ਦੇ ਦੇ ਦਿੰਦੇ ਆ ਕਿ ਜਿਹੜੀਆਂ ਥੱਲੇ ਗਈਆਂ, ਮਗਰ ਜਿਹੜੀਆਂ ਅਪ ਗਈਆਂ ਉਹ ਵੀ ਕੰਟਰੀਜ਼ ਹੈਗੀਆਂ। ਮਗਰ ਇਸ ਟਾਈਮ ਦੇ ਉੱਤੇ ਵੈਸੇ ਵੀ ਅਸੀਂ ਅਪ ਗਈਆਂ ਨੂੰ ਹੀ ਦੇਖਾਂਗੇ। ਅਸੀਂ ਅਪ ਗਈਆਂ ਨੂੰ ਹੀ ਸਾਲਾਂ ਮਗਰਲੇ 1-2 ਸਾਲਾਂ ਦੇ ਵਿੱਚ ਵੈਸੇ ਵੀ ਪੂਰੇ ਮੁਲਕ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਇਦਾਂ ਚੱਲਦਾ ਪਿਆ ਕਿ ਉਹ ਸਾਰੀ ਡਾਊਨ ਆ ਰਹੀ ਹੈ। ਮਗਰ ਇੱਕ ਮੇਰਾ ਕਹਿਣ ਤੋਂ ਇਹ ਹੈਗਾ, ਹੁਣ ਜੇ ਆਪਾਂ ਹੋਰ ਅਗਲੇ ਪਾਸੇ ਆ ਜਾਈਏ, ਜੇਕਰ ਆਪਾਂ ਪੰਜਾਬ ਖਾਲਿਸਤਾਨ ਲੈ ਹੀ ਜਾਈਏ ਤੇ ਜਿਹੜੇ ਸਾਡੇ ਗੁਰਦੁਆਰੇ ਆ ਦਿੱਲੀ ਹੈਗੇ ਨੇ, ਜਿਹੜੇ ਦੂਸਰੇ ਸ਼ਹਿਰਾਂ 'ਚ ਹੈਗੇ ਨੇ, ਪੰਜਾਬ ਤੋਂ ਬਾਹਰ ਹੈਗੇ, ਫਿਰ ਉਹਨਾਂ ਦੇ ਵੀਜ਼ੇ ਲਿਆ ਕਰਾਂਗੇ, ਕੀ ਚੱਲੇਗਾ ਕੰਮ? ਆਫ ਕੋਰਸ ਭਾਜੀ, ਕਿਉਂ ਨਹੀਂ ਲੈ ਸਕਦੇ ਵੀਜ਼ੇ? ਕਿ ਅੱਜ ਜਿਹੜਾ ਸਾਊਦੀ ਦੇ ਵਿੱਚ ਮਤਲਬ ਕਿ ਹੁਣ ਉਹ ਲੋਕੀ ਇਸਲਾਮਿਕ 30-35 ਕੰਟਰੀ ਨੇ, ਇਸਲਾਮਿਕ ਕਿੰਨੇ ਕੰਟਰੀ ਨੇ ਕਿ ਉਹ ਜਿਹੜਾ ਮੇਨ ਮੱਕਾ ਹੈ ਜਾਂ ਹੋਰ ਉਹਨਾਂ ਦੇ ਮੇਨ ਨਹੀਂ ਮਤਲਬ ਕਹਿਣ ਤੋਂ ਭਾਵ ਤੁਹਾਡਾ ਮੈਨੂੰ ਪੁਆਇੰਟ ਆ ਗਿਆ। ਆਪਾਂ ਐਗਜ਼ਾਮਪਲ ਲੈਣ ਦੀਏ ਤੇ ਵੀ ਪੁਆਇੰਟ ਆ ਗਿਆ ਵੀ ਆਪਾਂ ਵੀਜ਼ੇ ਲੈ ਸਕਦੇ ਹਾਂ। ਮਤਲਬ ਕਿ ਆਪਾਂ ਲੋਕਾਂ ਨੂੰ ਹੁਣ ਇੱਕ ਚੀਜ਼ ਦਿਮਾਗ 'ਚ ਇਹ ਜ਼ਰੂਰ ਨਾਲ ਦੇ ਦਈਏ ਕਿ ਅਗਰ ਤੁਸੀਂ ਖਾਲਿਸਤਾਨ ਲੈਣਾ ਤੇ ਜੇਕਰ ਤੁਸੀਂ ਜਿਹੜੇ ਪੰਜਾਬ ਦੀ ਹੱਦ ਤੋਂ ਬਾਹਰ ਗੁਰਦੁਆਰੇ ਹੈਗੇ ਨੇ, ਅਗਰ ਉਹਨਾਂ ਦੇ ਦਰਸ਼ਨ ਦਿਦਾਰੇ ਕਰਨ ਜਾਣਾ ਵਾ ਤੇ ਤੁਹਾਨੂੰ ਹੁਣ ਗਾਂ ਤੋਂ ਵੀਜ਼ੇ ਲੈ ਕੇ ਜਾਣਾ ਪਏਗਾ। ਇੰਡੀਅਨ ਗਵਰਨਮੈਂਟ ਤੋਂ ਵੱਖਰੇ ਤੁਹਾਨੂੰ ਵੀਜ਼ੇ ਲੈਣ ਲਈ ਤੁਸੀਂ ਤਿਆਰ ਰਹੋ। 100% ਕਿਉਂ ਨਹੀਂ? ਦੇਖੋ ਇਹ ਚੀਜ਼ ਮੇਰੀ ਗੱਲ ਸੁਣੋ ਕਿ ਪਾਕਿਸਤਾਨ ਕਲੀਅਰ ਕਰਨਾ ਜਾ ਰਿਹਾ ਉਹ ਤੇ ਜਾਏਗੀ, ਉਹ ਤੇ ਵੀਜ਼ੇ ਲੈ ਤੇ ਲੈਣਗੇ। ਗੱਲ ਤੇ ਆਪਾਂ ਉਹਨਾਂ ਦੀ ਤਾਂ ਜੋ ਲੋਕੀ ਕੱਲਾ 2020 ਦੇ ਚੱਕਰ 'ਚ ਇਹਨਾਂ ਨਾ ਰਹਿ ਜਾਣ ਕਿ ਅਸਾਂ ਚਲੋ ਬੇਟਾ ਪਾ ਲਿਆ, ਖਾਲਿਸਤਾਨ ਲੈ ਲਿਆ, ਤੇ ਬਾਅਦ 'ਚ ਉਹਨਾਂ ਨੂੰ ਯਾਦ ਆਏ ਵੀ ਪਹਿਲੇ ਤਾਂ ਅਸੀਂ ਕੱਲਾ ਉਹ ਵਾਲਾ ਇੱਕ ਪਾਕਿਸਤਾਨ ਤੋਂ ਨਨਕਾਣਾ ਸਾਹਿਬ ਗੁਰਦੁਆਰਾ ਮੰਗਦੇ ਸਾਂ, ਹੁਣ ਆਪਾਂ ਦਿੱਲੀ ਵਾਲੇ ਗੁਰਦੁਆਰੇ ਵੀ ਮੰਗਾਂਗੇ। ਫਿਰ ਉਹਨਾਂ ਦੇ ਰਸਤੇ ਕਰਵਾ ਲਈ, ਫਿਰ ਵੱਖਰੀਆਂ ਅਰਦਾਸਾਂ ਸ਼ੁਰੂ ਕਰ ਦਿਆਂਗੇ। ਇਹੀ ਅਸੀਂ ਆਸਟ੍ਰੇਲੀਆ 'ਚ ਰਹਿੰਦੇ ਆ ਕਿ ਆਸਟ੍ਰੇਲੀਆ ਤੋਂ ਤੁਸੀਂ ਜੇ ਆਸਟ੍ਰੇਲੀਅਨ ਸਿਟੀਜ਼ਨ ਹੋ ਕਿ ਦਰਬਾਰ ਸਾਹਿਬ ਜਾਣ ਖਾਤਰ ਤੁਸੀਂ ਵੀਜ਼ਾ ਲੈ ਕੇ ਨਹੀਂ ਜਾਂਦੇ। ਉਹ ਡਿਫਰੈਂਟ ਹੈ। ਇਹ ਐਗਜ਼ਾਮਪਲ ਕਿਉਂ ਨਹੀਂ ਮੈਚ ਕਰਦੀ? ਅੱਜ ਸਿੱਖ ਗਲੋਬਲੀ ਹੈ ਭਾਜੀ, ਅੱਜ ਸਿੱਖ ਪੰਜਾਬ 'ਚ ਨਹੀਂ ਹੈਗਾ। ਸਿੱਖ ਗਲੋਬਲੀ ਤੇ ਹੈਗਾ, ਹਾਂ, ਤੇ ਉਹ ਸਾਰੇ ਵੀਜ਼ੇ ਲੈ ਕੇ ਨਹੀਂ ਜਾ ਰਹੇ। ਸਹੂਲਤਾਂ ਮਿਲੀਆਂ ਹੋਈਆਂ ਆਪਾਂ ਉਹ ਤੋੜਨ ਚੱਲੇ ਆ ਨਾ। ਪਹਿਲੇ ਜਦੋਂ ਖਾਲਿਸਤਾਨ ਲਵਾਂਗੇ ਪਹਿਲੇ ਤਾਂ ਉਹ ਸਹੂਲਤਾਂ ਤੋੜਾਂਗੇ ਨਾ ਉਹਨਾਂ ਦੀਆਂ। ਭਾਜੀ ਸਿੱਖ ਗਲੋਬਲੀ ਵਿਚਰ ਰਿਹਾ। ਤੁਸੀਂ ਉਹਦੇ ਤੋਂ ਇਲਾਵਾ ਗੁਰਦੁਆਰਿਆਂ ਤੋਂ ਇਲਾਵਾ ਤੁਸੀਂ ਆ ਜਾਓ, ਜਿਹੜਾ ਲੁਧਿਆਣੇ ਦਾ ਬਿਜ਼ਨਸ ਹੈ, ਸਾਰਾ ਲੁਧਿਆਣੇ ਦਾ ਮਾਲ ਕਿੰਨਾ ਕੁ ਪੰਜਾਬ 'ਚ ਵਿਕਦਾ? ਲੁਧਿਆਣੇ ਦਾ ਜਿੰਨਾ ਵੀ ਜਿਹੜੀ ਮੇਨ ਹੱਬ ਆ ਪੰਜਾਬ, ਤੁਸੀਂ ਕੀ ਚਾਹੁੰਦੇ ਹੋ ਕਿ ਸਿੱਖਾਂ ਨੂੰ ਬਿਜ਼ਨਸ ਨਹੀਂ ਕਰਨਾ ਆਉਂਦਾ? ਨਹੀਂ ਮਤਲਬ ਚਾਹੁੰਦੇ ਹੋ ਅਸੀਂ ਪਹਿਲਾਂ ਵੀ ਲੋਕਾਂ ਨੂੰ ਨਾਲ ਇਹ ਵੀ ਤੇ ਦੱਸ ਦਈਏ ਨਾ ਆਪਾਂ ਵੀ ਇਹਦੇ ਪਹਿਲੇ ਨੈਗੇਟਿਵ ਪੋਜ਼ਿਟਿਵ, ਕਿਉਂਕਿ ਆਪਾਂ ਕੱਲੀ ਉਹੀ ਗੱਲ ਕਰਦੇ ਆ ਸਿੱਖਾਂ ਦੀਆਂ ਭਾਵਨਾਵਾਂ ਨੂੰ ਲੈ ਕੇ ਅਸੀਂ ਚੁੱਕੀ ਜਾਂਦੇ ਹਾਂ। ਮਗਰ ਉਹਨਾਂ ਨੂੰ ਨਾਲ ਇਹ ਵੀ ਤੇ ਦੱਸੀਏ ਵੀ ਜੇਕਰ ਤੁਸੀਂ ਹੁਣ ਲੈ ਲਿਆ ਉਸ ਤੋਂ ਬਾਅਦ ਇਹ ਚੀਜ਼ਾਂ ਨੂੰ ਫੇਸ ਕਰਨੀਆਂ, ਉਹਦੇ ਬਾਰੇ ਤੇ ਆਪਾਂ ਕਦੀ ਗੱਲ ਨਹੀਂ ਕਰਦੇ। ਅਸੀਂ ਇਸ ਲਈ ਬੈਠੇ ਆ ਕਿ ਅੱਜ ਉਹਨਾਂ ਦੀ ਗੱਲ ਵੀ ਕਰੀਏ, ਲੋਕਾਂ ਨੂੰ ਇਹ ਵੀ ਦੱਸੀਏ ਵੀ ਆਹ ਚੀਜ਼ਾਂ ਨੂੰ ਵੀ ਤੁਸੀਂ ਫੇਸ ਕਰਨਾ ਜੇ ਨਾਲ ਵੋਟ ਪਾਉਣ ਤੋਂ ਕਿਉਂ ਫੇਸ ਕਰਨਗੇ? ਇਹ ਚੀਜ਼ਾਂ ਨਾਲ ਫੇਸ ਹਮੇਸ਼ਾ ਮੁਸ਼ਕਲਾਂ ਹੁੰਦੀਆਂ ਨੇ, ਫੇਸ ਕਿਉਂ ਕਰਨਗੇ? ਸਿੱਖਾਂ ਦੀਆਂ 2 ਵਾਰੀ ਸਟੇਟ ਆਈ ਆ। ਨਹੀਂ, ਸਾਡੇ ਕੋਲ ਇਤਿਹਾਸ ਹੈ, ਸਿੱਖਾਂ ਦੀਆਂ 2 ਵਾਰੀ ਸਟੇਟ ਆਈ ਆ
ਤੇ ਇਹ ਦੋਵੇਂ ਵਾਰੀ ਕਾਮਯਾਬ ਰਹੀ ਆ। ਤੁਸੀਂ ਜਿਹੜਾ ਰਸ਼ੀਆ ਦਾ ਰੈਵੋਲੂਸ਼ਨ ਦੀ ਗੱਲ ਕਰਦੇ ਹੋ, ਚਾਈਨਾ ਦੇ ਰੈਵੋਲੂਸ਼ਨ ਦੀ ਗੱਲ ਕਰਦੇ ਹੋ, ਸਿੱਖ ਰੈਵੋਲੂਸ਼ਨ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਵਿੱਚ ਪੰਜਾਬ ਦੀ ਧਰਤੀ ਤੇ ਪਹਿਲਾਂ ਆਇਆ ਹੈ। ਜਿਹੜੇ ਮਜ਼ਾਰਿਆਂ ਨੂੰ ਜ਼ਮੀਨ ਹੈ, ਜੇ ਰਸ਼ੀਆ ਜਾਂ ਹੋਰ ਜਿਹੜੀਆਂ ਸਟੇਟ ਨੇ ਉਹਨਾਂ ਨੇ ਬਾਅਦ ਦੇ ਵਿੱਚ ਡਿਸਟ੍ਰੀਬਿਊਟ ਕੀਤੀ ਆ, ਉਹਨਾਂ ਦੇ ਨਾਂ ਉਹਨਾਂ ਨੂੰ ਅਲਾਟ ਕੀਤੀ ਆ, ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾਂ ਕੀਤੀ ਆ। ਜਿਹੜੀ ਸਿੱਖ ਪੋਲਿਟਿਕਸ ਆ ਉਹ ਦੁਨੀਆ ਦੀ ਮਾਰਗਦਰਸ਼ਕ ਪੋਲਿਟਿਕਸ ਆ, ਜੇ ਉਹਨੂੰ ਤੁਸੀਂ ਹਿੰਦੂਇਜ਼ਮ ਦੇ ਗਲਬੇ ਤੋਂ ਦੂਰ ਰੱਖੋ। ਠੀਕ ਹੈ, ਜਦੋਂ ਸਿੱਖ ਬੀਬੀਆਂ ਨੂੰ ਵੋਟ ਪਾਉਣੀ, ਉਸ ਜਾਨੀ ਕਿ ਜਿਹੜੀਆਂ ਬਾਹਰਲੀਆਂ ਸਾਡੀਆਂ ਸਟੇਟਾਂ ਨੇ ਉਹਨਾਂ ਨੇ ਆਪਣੀਆਂ ਬੀਬੀਆਂ ਨੂੰ ਜਾਂ ਲੇਡੀਜ਼ ਨੂੰ ਵੋਟ ਪਾਉਣ ਦੇ ਅਧਿਕਾਰ ਬਾਅਦ ਚ ਦਿੱਤੇ ਨੇ। ਐਸਜੀਪੀਸੀ ਦੇ ਵਿੱਚ ਸਿੱਖ ਕੌਮ ਨੇ ਆਪਣੀਆਂ ਬੀਬੀਆਂ ਨੂੰ 1920 ਦੇ ਵਿੱਚ ਵੋਟ ਪਾਉਣ ਦੇ ਅਧਿਕਾਰ ਦੇ ਦਿੱਤੇ ਸੀ। ਤੁਸੀਂ ਇਹ ਚੀਜ਼ਾਂ ਨੂੰ ਪੋਜ਼ਿਟਿਵ ਤਰੀਕੇ ਦੇ ਨਾਲ ਲੈ ਕੇ ਚੱਲੋ। ਗੱਲ ਇਹ ਹੈਗੀ ਆ ਨਾ, ਮੈਂ ਤੁਹਾਡਾ ਪੁਆਇੰਟ ਲੈ ਲੈਣਾ ਵਾ ਵੀ ਅਸੀਂ ਮਗਰ ਅਸੀਂ ਸਿਰਫ ਪੋਜ਼ਿਟਿਵ ਨਾ ਲੋਕਾਂ ਨੂੰ ਦਿਖਾ ਕੇ ਵੋਟਾਂ ਲੈ ਲਈਏ, ਮਗਰ ਲੋਕਾਂ ਨੂੰ ਉਹ ਵੀ ਸੱਚਾਈ ਦਿਖਾਈਏ ਵੀ ਜਿਹੜੀ ਉਹਨਾਂ ਨੇ ਕੱਲ ਨੂੰ ਫੇਸ ਕਰਨੀ ਹੈ। ਇਨ ਕੇਸ ਵੈਸੇ ਤਾਂ ਇਹਦਾ ਕੋਈ ਨੇੜੇ ਤੇੜੇ ਦਾ ਕੁਝ ਏਦਾਂ ਦਾ ਲੱਗਦਾ ਨਹੀਂ ਵੀ ਇਹ ਆਏਗਾ, ਖਾਸ ਕਰਕੇ ਜਿਸ ਤਰੀਕੇ ਨਾਲ ਪੰਨੂ ਹੋਣੀ ਲੈ ਕੇ ਚਲੇ ਨੇ। ਮਗਰ ਮੈਂ ਕਹਿੰਦਾ ਕਿ ਮੰਨ ਲਓ ਵੀ ਆਪਾਂ ਉਹ ਲੈ ਹੀ ਲਿਆ ਵੀ ਹੁਣ ਉਸ ਤੋਂ ਬਾਅਦ ਅਗਲੀ ਸਟੇਜ ਕੀ ਹੈਗੀ ਹੈ ਫੇਸ ਕਰਨ ਵਾਲੀ। ਉਸ ਤੋਂ ਬਾਅਦ ਜਿਸ ਤਰੀਕੇ ਨਾਲ ਹੁਣ ਸਾਡੇ ਬੱਚੇ ਕੀ ਕਰਦੇ ਨੇ ਪੰਜਾਬ ਚੋਂ, ਅਸੀਂ ਵੀ ਉਹਨਾਂ ਦੇ ਵਿੱਚੋਂ ਹੀ ਆ। ਜਿਸ ਟਾਈਮ ਤੇ ਸਾਡਾ ਟਾਈਮ ਸੀਗਾ ਅਸੀਂ ਉੱਥੋਂ ਨਿਕਲ ਕੇ ਬਾਹਰ ਆਏ, ਬਾਹਰ ਆ ਕੇ ਪੜ੍ਹੇ। ਹੁਣ ਉੱਥੇ ਜਿਹੜੇ ਦੁਨੀਆ ਹੈਗੀ ਹੈ ਉਹ ਬਾਹਰ ਆ ਰਹੀ ਹੈ। ਕੋਈ ਬੱਚੇ ਉੱਥੋਂ ਜਿਹੜੇ ਪੜ੍ਹਦੇ ਨੇ ਪੰਜਾਬ ਚੋਂ ਜੋਬ ਕਰਦੇ ਨੇ, ਦਿੱਲੀ ਜਾ ਕੇ, ਬੰਬੇ ਜਾ ਕੇ, ਕਲਕੱਤਾ ਜਾ, ਹੋਰ ਵੱਖੋ ਵੱਖਰੀਆਂ। ਉਸ ਤੋਂ ਬਾਅਦ ਇਹ ਕੀ ਪੰਜਾਬ ਇੰਨਾ ਸਮਰੱਥ ਹੈਗਾ ਵਾ ਕਿ ਆਪਣੇ ਜਿਹੜੇ ਅੰਦਰ ਹੀ ਪੜਨਗੇ ਤੇ ਉੱਥੇ ਹੀ ਸਾਰਾ ਕੁਝ ਹੋ ਜਾਵੇ? ਕਿਉਂਕਿ ਜਿਹੜੇ ਬਾਹਰ ਕੈਨੇਡਾ, ਦਿੱਲੀ ਨਿਕਲ ਆਣਗੇ, ਮਗਰ ਉਹ ਇੰਨੀ ਗਿਣਤੀ ਤਾਂ ਨਹੀਂ ਹੁੰਦੀ ਕਿ ਉਹ ਸਾਰੀ ਦੀ ਸਾਰੇ ਬਸ ਸਿੱਧੇ ਤੇ ਸਿੱਧੇ ਫਿਰ ਸਾਰੇ ਬਾਹਰ ਆ ਜਾਣ। ਕੁਝ ਨਹੀਂ ਤੇ ਉੱਥੇ ਦੇ ਅੰਦਰ ਵੀ ਤੇ ਜੋਬ ਕਰਨੀਆਂ ਹੁੰਦੀਆਂ ਨਾ, ਆਪਣੀ ਕੰਟਰੀ ਦੇ ਅੰਦਰ ਹੀ ਰਹਿ ਕੇ। ਹੁਣ ਕੀ ਪੰਜਾਬ ਉਹ ਇੰਨਾ ਸਮਰੱਥ ਰਹੇਗਾ? ਤੁਸੀਂ ਮਾਈਗ੍ਰੇਸ਼ਨ ਦੀ ਗੱਲ ਕੀਤੀ ਹੈ ਭਾਜੀ। ਮਾਈਗ੍ਰੇਸ਼ਨ ਦੁਨੀਆ ਦਾ ਹਮੇਸ਼ਾ ਦਸਤੂਰ ਰਿਹਾ, ਉਹ ਹੁਣ ਤੋਂ ਨਹੀਂ ਲੈ ਕੇ ਇਹ ਸਦੀਆਂ ਪੁਰਾਣਾ। ਜਾਨੀ ਕਿ ਜਿਹੜਾ ਸਾਡਾ ਹਿਊਮਨ ਬ੍ਰੇਨ ਆ ਉਹਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਕਿ ਜਿੱਥੇ ਓਪਰਚੁਨਿਟੀ ਹੈਗੀਆਂ ਨੇ ਅਸੀਂ ਉੱਥੇ ਜਾ ਕੇ ਟਿਕੀਏ, ਉੱਥੇ ਜਾ ਕੇ ਆਪਣੇ ਮੇਰੀ ਗੱਲ ਪੂਰਾ ਹੋ ਜਾਣ ਦਿਓ। ਹਿੰਦੁਸਤਾਨ ਦੇ ਵਿੱਚੋਂ ਦੋ ਕਮਿਊਨਿਟੀਜ਼ ਜ਼ਿਆਦਾ ਮਾਈਗ੍ਰੇਟ ਹੁੰਦੀਆਂ ਨੇ, ਪੰਜਾਬੀ ਤੇ ਗੁਜਰਾਤੀ। ਇਹ ਚੀਜ਼ ਨੂੰ ਤੁਸੀਂ ਨੋਟ ਕਰੋਗੇ। ਹੁਣ ਗੁਜਰਾਤੀ ਜਿਹੜੀ ਅੱਜ ਮੋਦੀ ਜੀ 10 ਸਾਲਾਂ ਤੋਂ ਰੂਲ ਕਰ ਰਹੇ ਨੇ, ਦੂਸਰੀ ਟਰਮ ਉਹਨਾਂ ਦੀ ਚੱਲ ਰਹੀ ਹੈ। ਹੁਣ ਮੈਨੂੰ ਇਹ ਦੱਸੋ ਕਿ ਉਹ ਜਦੋਂ ਪਹਿਲਾਂ ਪਾਵਰ ਦੇ ਵਿੱਚ ਆਏ ਨੇ ਉਹਨਾਂ ਨੇ ਗੁਜਰਾਤ ਮਾਡਲ ਪੂਰੇ ਹਿੰਦੁਸਤਾਨ ਦੇ ਵਿੱਚ ਸ਼ੋਅ ਕੀਤਾ ਕਿ ਆਹ ਸਾਡਾ ਗੁਜਰਾਤ ਮਾਡਲ ਹੈ, ਅਸੀਂ ਗੁਜਰਾਤ ਨੂੰ ਇੰਨਾ ਜ਼ਿਆਦਾ ਡਿਵੈਲਪ ਕਰਤਾ, ਉੱਥੋਂ ਦੀ ਜਿਹੜੀ ਆਰਥਿਕਤਾ ਨੂੰ ਮੈਂ ਸਟੈਂਡ ਕੀਤਾ ਹੈਗਾ, ਹਨਾ, ਉੱਥੇ ਇੰਡਸਟਰੀ ਆਈ ਹੈ, ਸਾਰਾ ਕੁਛ ਆਇਆ। ਅਸੀਂ ਪੂਰੇ ਹਿੰਦੁਸਤਾਨ ਦੇ ਵਿੱਚ ਸੇਮ ਹੀ ਜਿਹੜਾ ਮਾਡਲ ਹੈ ਉਹ ਇੰਪਲੀਮੈਂਟ ਕਰਨਾ ਚਾਹੁੰਦੇ ਹਾਂ। ਹਿੰਦੁਸਤਾਨ ਨੇ ਉਹਨਾਂ ਨੂੰ ਵੋਟਾਂ ਪਾਈਆਂ, ਉਹ ਐਜ ਏ ਪ੍ਰਾਈਮ ਮਿਨਿਸਟਰ ਪਿਛਲੇ 2 ਟਰਮਾਂ ਦੇ ਉੱਤੋਂ ਆਪਣਾ ਕੰਮ ਕਰ ਰਹੇ ਨੇ। ਹੁਣ ਤੁਸੀਂ ਮੈਨੂੰ ਦੱਸੋ ਕਿ ਗੁਜਰਾਤੀ ਮਾਈਗ੍ਰੇਟ ਕਿਉਂ ਹੋਏ? ਉਹਨਾਂ ਕੋਲ ਤਾਂ ਆਪਣਾ ਨੇਸ਼ਨ ਹੈ, ਉਹਨਾਂ ਕੋਲ ਤਾਂ ਆਪਣਾ ਸਭ ਤੋਂ ਜ਼ਿਆਦਾ ਉਹ ਬਿਜ਼ਨਸ ਕਲਾਸ ਕਮਿਊਨਿਟੀ ਹੈ ਹਿੰਦੁਸਤਾਨ ਦੀ। ਉਹ ਉਹਨਾਂ ਨੇ ਮਾਈਗ੍ਰੇਸ਼ਨ ਕਿਉਂ ਕੀਤੀ? ਉਹ ਕਿਉਂ ਬਾਕੀ ਮੁਲਕਾਂ ਦੇ ਵਿੱਚ ਕਿਉਂ ਆਏ? ਇਹਦਾ ਆਨਸਰ ਤੁਸੀਂ ਮੈਨੂੰ ਦਿਓ। ਮੈਂ ਤੁਹਾਨੂੰ ਇਸੇ ਦਾ ਹੀ ਆਨਸਰ ਦੇਣ ਲੱਗਾ। ਗੁਜਰਾਤੀ ਕਮਿਊਨਿਟੀ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਇੱਥੋਂ ਥੱਲੇ ਜਾਣਦਾ ਵਾਂ ਤੇ ਹੁਣ ਮੈਂ ਤੁਹਾਨੂੰ ਗੁਜਰਾਤੀ ਕਮਿਊਨਿਟੀ ਨੂੰ ਜਿਸ ਤਰੀਕੇ ਨਾਲ, ਮੈਂ ਕੋਈ ਮੋਦੀ ਹੋਣਾ ਦਾ ਸਮਰਥਕ ਨਹੀਂ ਹੈਗਾ, ਮਗਰ ਇਹ ਜਿਹੜਾ ਤੁਹਾਡਾ ਇਹਦਾ ਆਨਸਰ ਦੇਣ ਲੱਗਾ, ਗੁਜਰਾਤੀ ਕਮਿਊਨਿਟੀ ਨੂੰ ਉਹਨਾਂ ਨੇ ਜਿਸ ਤਰੀਕੇ ਨਾਲ ਖੜਾ ਕੀਤਾ, ਉਹਨਾਂ ਨੇ ਸਭ ਤੋਂ ਪਹਿਲੇ ਆਪਣੇ ਦਾਇਰੇ ਦੇ ਅੰਦਰ ਬਿਜ਼ਨਸ ਕੀਤਾ। ਜਦੋਂ ਉਹਨਾਂ ਨੇ ਦੇਖਿਆ ਕਿ ਇਹ ਬਿਜ਼ਨਸ ਜਿਹੜਾ ਹੈਗਾ ਉਹ ਇੰਨਾ ਕੁ ਵੱਧ ਰਿਹਾ, ਇਸ ਬਿਜ਼ਨਸ ਨੂੰ ਓਪਰਚੁਨਿਟੀ ਬਾਹਰ ਵੀ ਹੈਗੀਆਂ, ਫਿਰ ਉਹ ਆਪਣਾ ਬਿਜ਼ਨਸ ਲੈ ਕੇ ਬਾਹਰ ਆਏ ਨੇ। ਤੁਸੀਂ ਬਾਹਰ ਜਿੰਨਾ ਸਟੂਡੈਂਟਸ ਆਂਦਾ ਦੇਖੋਗੇ ਉਹਦੇ ਵਿੱਚ ਸਭ ਤੋਂ ਘੱਟ ਗਿਣਤੀ ਦਾ ਸਟੂਡੈਂਟਸ ਗੁਜਰਾਤੀ ਹੋਏਗਾ। ਉਹ ਬਿਜ਼ਨਸ ਨਹੀਂ ਬਾਹਰ ਆਉਂਦੇ, ਉਹ ਸਟੂਡੈਂਟਸ ਬਾਹਰ ਨਹੀਂ ਆਉਂਦੇ। ਇਹ ਤੁਹਾਡੀ ਗੱਲ ਦਾ ਆਨਸਰ ਹੈਗਾ, ਕਿਉਂਕਿ ਆਪਣੇ ਬੱਚੇ ਜਿਹੜੇ ਹੈਗੇ ਨੇ ਉਹ ਬਾਹਰ ਪੜ੍ਹਨ ਨੂੰ ਆਉਂਦੇ ਨੇ, ਕਿਉਂਕਿ ਉੱਥੇ ਐਜੂਕੇਸ਼ਨ ਨਹੀਂ ਹੈਗੀ ਆਪਣੀ। ਕਿਉਂਕਿ ਉੱਥੇ ਉਹ ਸਮਝਦੇ ਨੇ ਵੀ ਪੰਜਾਬ ਦੇ ਵਿੱਚ ਜੇਕਰ ਅਸੀਂ ਪੜ੍ਹ ਲਿਆ ਤੇ ਉੱਥੇ ਉਹਨੀਆਂ ਜੋਬ ਨਹੀਂ ਹੈਗੀਆਂ। ਉਹਨਾਂ ਨੇ ਉੱਥੇ ਪੜ੍ਹਿਆ ਵੀ ਹੈ, ਉੱਥੇ ਜੋਬ ਵੀ ਕੀਤੀਆਂ ਤੇ ਉੱਥੋਂ ਬਿਜ਼ਨਸ ਇੰਨਾ ਕ੍ਰੀਏਟ ਕੀਤਾ ਉਹਨਾਂ ਨੇ ਕਿ ਉਸ ਬਿਜ਼ਨਸ ਨੂੰ ਲੈ ਕੇ ਬਾਹਰ ਆਏ ਨੇ। ਕਿਹੜੇ ਤੁਸੀਂ ਮੈਨੂੰ, ਜੇ ਤੁਸੀਂ ਇੰਨਾ ਦੱਸ ਦਿੱਤਾ ਤਾਂ ਮੈਨੂੰ ਇਹ ਵੀ ਐਕਸਪਲੇਨ ਕਰ ਦਿਓ, ਕੋਈ ਗੁਜਰਾਤ ਦਾ ਕਿਹੜਾ ਸਮਾਨ ਹੈ ਜਿਹੜਾ ਵੱਖ-ਵੱਖ ਮੁਲਕਾਂ ਦੇ ਵਿੱਚ ਸਪਲਾਈ ਹੋ ਰਿਹਾ ਬਿਜ਼ਨਸ ਦੇ ਲਈ, ਇੰਪੋਰਟ ਹੋ ਰਿਹਾ? ਆਈ ਵੁੱਡ ਲਵ ਕਿ ਮੈਂ ਤੁਹਾਨੂੰ ਉਹਨਾਂ ਬਿਜ਼ਨਸਿਸ ਦੇ ਨਾਮ ਲੈ ਕੇ ਦੱਸਾਂ, ਮਗਰ ਮੈਨੂੰ ਇਹ ਚੀਜ਼ ਇੱਥੇ ਮੀਡੀਆ ਤੇ ਅਲੋ ਨਹੀਂ ਕਰਦੀ ਕਿ ਮੈਲਬਨ ਦੇ ਹੀ ਵਿੱਚ ਕਈ ਐਸੇ ਬਿਜ਼ਨਸ ਨੇ ਜਿਹੜੇ ਸਿਰਫ ਗੁਜਰਾਤੀਆਂ ਦੇ ਤੇ ਉਹਨਾਂ ਦੇ ਲਾਗੇ ਜਾ ਕੇ ਕਿਸੇ ਪੰਜਾਬੀ ਦਾ ਬਿਜ਼ਨਸ ਵੀ ਨਹੀਂ ਹੈ।
ਉਹ ਹੋਣਗੇ, ਅਗਰ ਉਹਨਾਂ ਦੇ ਨਾਲ ਇੱਕ ਸਰਵੇ ਸਟੇਟ ਖੜੀ ਕਰੋਗੇ ਆ। ਹੁਣ ਦੇਖੋ ਇਸ ਤੋਂ ਇਹ ਤਾਂ ਬਾਅਦ ਤੁਹਾਨੂੰ ਪਤਾ ਚੱਲੇਗਾ ਕਿ ਗੁਜਰਾਤੀਆਂ ਨੇ ਉਹਨਾਂ ਕਈ ਦੇ ਐਗਜ਼ਾਮਪਲ ਕਿਹੋ ਜਿਹੇ ਬਿਜ਼ਨਸ ਨੇ ਇੱਥੇ। ਭਾਜੀ ਜਦੋਂ ਸਟੇਟ ਬੈਕ ਤੇ ਖੜੀ ਹੁੰਦੀ ਹੈ ਨਾ ਤਾਂ ਗੁਜਰਾਤੀ ਹਿੰਦੁਸਤਾਨ ਦੇ ਸਾਰੇ ਬੈਂਕ ਲੁੱਟ ਕੇ ਬਾਹਰ ਚਲੇ ਜਾਂਦੇ ਨੇ। ਜਦੋਂ ਨਾਲ ਨਹੀਂ ਉਹ ਸਟੇਟ ਚੀਜ਼ਾਂ ਖੜੀ ਹੁਣ ਹੁੰਦਾ, ਬਾਅਦ ਚ, ਉਹ ਤੁਸੀਂ ਜਦੋਂ ਇਹੋ ਜਿਹੀਆਂ ਕਿਉਂ ਗੱਲਾਂ ਨਹੀਂ ਕਰੋਗੇ ਹੋਣਗੀਆਂ? ਤੇ ਉਹਨਾਂ ਦੀਆਂ ਤੇ ਫਿਰ ਉਹ ਚੀਜ਼ਾਂ ਬਾਅਦ ਚ ਕਿਉਂ ਉਹਨਾਂ ਨਹੀਂ ਦਾ ਦੇਖੋ ਇਹ ਮੈਂ ਅਸੀਂ ਜੇ ਉਹਨਾਂ ਦੇ ਦੀ back ਗੱਲ ਤੇ ਕਰਦੇ state ਪਏ ਖੜੀ ਆ ਵੀ ਜਿਹੜੀਆਂ ਚੀਜ਼ਾਂ ਸਾਨੂੰ ਸੰਭਾਵੀ ਹੋ ਸਕਦੀਆਂ ਨੇ ਜੇਕਰ ਆਪਣਾ ਖਾਲਿਸਤਾਨ ਆਉਂਦਾ, ਜਿਹੜੀਆਂ ਚੀਜ਼ਾਂ ਆਪਾਂ ਉਹਨਾਂ ਦੀ ਗੱਲ ਕਰਦੇ ਪਏ। ਮੈਂ ਉਹੀ ਤੁਹਾਨੂੰ ਕਹਿਣਾ, ਉਹ ਜਦੋਂ ਚੀਜ਼ਾਂ- ਸਟੇਟ ਭਾਜੀ ਨਹੀਂ ਉਸ ਜਦੋਂ ਸਟੇਟ ਬੈਕ ਤੇ ਖੜੀ ਹੁੰਦੀ ਹੈ, ਜੇ ਮੈਂ ਤੁਹਾਡੀ ਗੱਲ ਨੂੰ ਅੱਗੇ ਵਧਾਦਾ, ਠੀਕ ਹੈ, ਉਹ ਬਿਜ਼ਨਸ, ਉਹਨਾਂ ਨੇ ਬਿਜ਼ਨਸ ਸੈਟਅਪ ਕੀਤੇ ਨੇ, ਉਹ ਬਿਜ਼ਨਸ ਕਲਾਸ ਹੈ, ਉਹਨਾਂ ਨੇ ਗੁਜਰਾਤ 'ਚ ਬਿਜ਼ਨਸ ਵਧਾਏ, ਫਿਰ ਉਹ ਆ ਕੇ ਜਿਹੜੇ ਫੋਰਨ ਕੰਟਰੀ ਨੇ ਉਹਨਾਂ 'ਚ ਬਿਜ਼ਨਸ ਕਰ ਰਹੇ ਨੇ, ਕਿਉਂਕਿ ਉਹਨਾਂ ਦੀ ਬੈਕ ਤੇ ਸਰਕਾਰ ਖੜੀ ਆ। ਠੀਕ ਹੈ, ਜਦੋਂ ਸਾਡਾ ਆਪਣਾ ਨੇਸ਼ਨ ਹੋਊਗਾ, ਆਪਣੀ ਸਟੇਟ ਹੁੰਦੀ ਆ, ਜਦੋਂ ਸਟੇਟ ਤੁਹਾਡੀ ਬੈਕ ਤੇ ਖੜੀ ਆ, ਤੁਹਾਡਾ ਕੌਨਫੀਡੈਂਸ ਅੱਛਾ ਚਲੋ ਤੁਸੀਂ ਲੈ ਲਓ ਵੀ ਤੁਹਾਡਾ ਆਪਣਾ ਨੇਸ਼ਨ ਬਣ ਗਿਆ, ਤੁਹਾਡੇ ਇਸ ਖਾਲਿਸਤਾਨ ਨੂੰ ਲੀਡ ਕੌਣ ਕਰੇਗਾ? ਨਹੀਂ ਉਹ ਦੇਖੋ ਉਸ ਟਾਈਮ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਹੋ ਸਕਦਾ ਕੋਈ ਹਿੰਦੂ ਪੰਨੂ ਜੈਂਟਲਮੈਨ ਹੋਣੀ ਵੀ ਕਰ ਲੀਡ ਸਕਦਾ ਕਰਨਗੇ ਕਿ ਜਾਂ ਸਿਮਰਨਜੀਤ ਸਿੰਘ ਮਾਨ ਹੋਣੀ ਲੀਡ ਕਰਨਗੇ? ਇਹ ਕੋਈ ਪੱਟੇ ਤੇ ਨਹੀਂ ਲਿਖਾਇਆ ਹੋਇਆ। ਨਹੀਂ ਦੇਖੋ ਇਹਨਾਂ ਤੋਂ ਇਲਾਵਾ ਦੂਸਰੀ ਕੋਈ ਪਾਰਟੀ ਨਹੀਂ ਹੈਗੀ ਜਿਹੜੀ ਖਾਲਿਸਤਾਨ ਦੀ ਮੰਗ ਕਰਦੀ ਹੈ। ਇਹਨਾਂ ਨੇ ਦੇਖੋ ਕਿ ਜਿਨ੍ਹਾਂ ਸਾਹਿਬ ਜਾਂ ਗਾਂਧੀ ਸਾਹਿਬ ਅੱਜ ਚਾਹੁੰਦੇ ਨੇ ਨੇਸ਼ਨ ਤਾਂ ਜਿਨ੍ਹਾਂ ਸਾਹਿਬ ਗਾਂਧੀ ਸਾਹਿਬ ਨੂੰ ਛੱਡ ਦਿਓ, 50 ਸਾਲ ਪਿੱਛੇ ਚਲੇ ਗਏ। ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਭਾਜੀ ਕਿ ਭਾਜੀ ਐਗਜ਼ਾਮਪਲ ਦੇਖੋ, ਤੁਸੀਂ ਆਪਣੀ ਕਾਰ ਤੁਸੀਂ ਕਿਤੇ ਇੰਡੀਆ ਦੇ ਵਿੱਚ 800 ਮਰੂਤੀ ਲਿੱਤੀ ਗਈ, ਅੱਜ ਤੁਸੀਂ ਇੱਥੇ ਮਰਫਡੀ 'ਚ ਫਿਰਦੇ, ਤੁਸੀਂ ਮੌਕੇ ਦੇ ਹਿਸਾਬ ਨਾਲ ਬਦਲਦੇ ਪਏ ਜੇ ਨਾ। ਤੁਸੀਂ ਇਹ ਥੋੜੀ ਕਹਿ ਰਹੇ ਕਿ ਜੋ ਚੀਜ਼ ਮੇਰੇ ਮੰਮੀ ਡੈਡੀ ਜਾਂ ਦਾਦਾ ਦਾਦੀ ਨੇ ਜਿਹੜੀ ਚਲਾਈ ਹੈ ਮੈਂ ਅੱਜ ਵੀ ਉਹ ਚਲਾਣੀ ਹੈ। ਤੁਸੀਂ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਜੋ ਵੀ ਉਸ ਟਾਈਮ ਦੇ ਵਿੱਚ ਜਦੋਂ ਸਾਡਾ ਨੇਸ਼ਨ ਕ੍ਰੀਏਟ ਹੁੰਦਾ, ਉਦੋਂ ਜੋ ਉੱਥੋਂ ਦੇ ਲੋਕ ਨੇ, ਉਹ ਹੋ ਸਕਦਾ ਕਿਸੇ ਉੱਥੋਂ ਦਾ ਹਿੰਦੂ ਜੈਂਟਲਮੈਨ, ਮੁਸਲਿਮ, ਕ੍ਰਿਸਚੀਅਨ, ਸਿੱਖ, ਜਿਹੜਾ ਜੈਂਟਲਮੈਨ ਹੋਏਗਾ ਉਹ ਉੱਥੋਂ ਦਾ ਲੀਡ ਕਰੇਗਾ। ਕੋਈ ਜ਼ਰੂਰੀ ਨਹੀਂ ਹੈ ਕਿ ਉੱਥੇ ਸਿੱਖ ਹੀ ਲੀਡ ਕਰੇਗਾ। ਅਸੀਂ ਜਿਹੜੀ ਸਿੱਖ ਕੌਮ ਹੈ, ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਜਾਣਦੇ ਹਾਂ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਵਿਦੇਸ਼ ਮੰਤਰੀ ਮੁਸਲਮਾਨ ਸੀਗਾ, ਖਜ਼ਾਨਾ ਮੰਤਰੀ ਪਾਸੇ ਦੀ ਐਗਜ਼ਾਮਪਲ ਭਾਜੀ ਆਪਾਂ ਉਹ ਬਹੁਤ ਪਿੱਛੇ ਚੱਲ ਜਾਣਗੇ। ਕਿਉਂ ਪਿੱਛੇ ਨਹੀਂ ਪਿੱਛੇ ਨਹੀਂ, ਇਹ ਸਾਡੀ ਸਾਈਕੀ ਹੈ। ਮੈਂ ਇਹ ਕਹਿਣਾ ਪਿਆ ਨਹੀਂ ਜਿਹੜੀ ਸਾਡੀ ਸਾਈਕੀ ਹੈ, ਤੁਸੀਂ ਸਾਈਕੀ ਨੂੰ ਜਿਹੜੀ ਹਰ ਇੱਕ ਨੇਸ਼ਨ ਦੀ ਇੱਕ ਸਾਈਕੀ ਹੁੰਦੀ ਆ। ਜਿਸ ਤਰ੍ਹਾਂ ਅੱਜ ਹਿੰਦੁਸਤਾਨ ਨੇਸ਼ਨ ਜ਼ਿਮੀਦਾਰਾਂ ਤੋਂ ਉਹੀ ਹੈ ਨਾ, ਸਾਡੀ ਸਿੱਖ ਸਾਈਕੀ ਆ ਨਾ। ਇਹ ਖਾਲਿਸਤਾਨੀ ਸੋਚ ਨਹੀਂ ਹੈ, ਸਿੱਖ ਸਾਈਕੀ ਆ। ਅਸੀਂ ਸਾਰਿਆਂ ਦਾ ਭਲਾ ਚਾਹੁੰਦੇ ਹਾਂ। ਜੇ ਅੱਜ ਰਵੀ ਸਿੰਘ ਜੀ ਜਾ ਕੇ ਜੇ ਸਾਰਿਆਂ ਦਾ, ਇੱਕ ਮਿੰਟ ਇੱਥੇ ਭਾਜੀ ਰੁਕਣਾ, ਤੁਸੀਂ ਕਹਿੰਦੇ ਅਸੀਂ ਸਾਰਿਆਂ ਦਾ ਭਲਾ ਚਾਹੁੰਦੇ, ਸਿਮਰਨਜੀਤ ਸਿੰਘ ਮਾਨ ਹੋਣੀ ਜਦੋਂ ਤੋਂ ਖਾਲਿਸਤਾਨ ਦੇ ਝੰਡੇ ਦੇ ਉੱਤੇ ਵੋਟਿੰਗ ਆਪਣੀ ਉਹ ਇਲੈਕਸ਼ਨ ਲੜਦੇ ਨੇ, 1% ਵੋਟ ਨਹੀਂ ਲੈਂਦੇ। ਉਹ ਕਿਉਂ ਨਹੀਂ ਲੈਂਦੇ? ਅਸੀਂ 2 ਵਾਰੀ MP ਬਣੇ, ਕਿਉਂ ਨਹੀਂ ਲੈਂਦੇ? ਬਿਨਾਂ ਵੋਟਾਂ ਤੋਂ ਬਣ, 2 ਵਾਰੀ ਬਿਨਾਂ ਵੋਟ ਤੋਂ ਬਣ ਗਏ ਅਸੀਂ 2 ਵਾਰੀ। ਤੁਸੀਂ ਉਹ ਖਾਲਿਸਤਾਨ ਦੇ ਝੰਡੇ ਹੇਠ ਲਿੱਤੇ? ਅਸੀਂ ਕੋਈ ਵੀ ਇਲੈਕਸ਼ਨ ਹੈ ਜਿਹੜੀ ਜਿਦਨੇ ਤੋਂ ਸਿਮਰਨਜੀਤ ਸਿੰਘ ਮਾਨ ਆਏ ਨੇ, ਤੁਹਾਨੂੰ ਅੰਮ੍ਰਿਤਸਰ ਪੰਜਾਬ ਦੇ ਵਿੱਚ ਪੰਜਾਬ ਦਾ ਰਿਕਾਰਡ, ਕਿਉਂਕਿ ਮੈਂ ਇਹ ਤਕਰੀਬਨ 15 ਦਿਨ ਹੋ ਗਏ ਹੋਣਗੇ ਖਾਲਿਸਤਾਨ ਦੇ ਝੰਡੇ ਹੇਠ 1% ਟੋਟਲ ਵੋਟ ਨਹੀਂ ਹੈਗੀ ਪੰਜਾਬ ਦੇ ਔਨ ਰਿਕਾਰਡ ਪੰਜਾਬ ਦੇ ਵਿੱਚ ਹੋਣੀ। ਪਰ ਅਸੀਂ ਡੈਮੋਕ੍ਰੇਸੀ 'ਚ ਬਿਲੀਵ ਕਰਦੇ ਆ ਨਾ ਭਾਜੀ। ਜਿੱਤਾਂ ਹਾਰਾਂ ਬਣੀਆਂ ਹੋਈਆਂ ਨੇ। ਜਦੋਂ ਬੀਜੇਪੀ ਕ੍ਰਿਏਟ ਹੋਈ ਆ, ਇਹ ਗੱਲ ਸੁਣੋ, ਜਦੋਂ ਬੀਜੇਪੀ 1% ਵੋਟ ਨਾ ਹੋਵੇ ਪੰਜਾਬ ਦੇ ਵਿੱਚ ਖਾਲਿਸਤਾਨ ਦੀ, ਫਿਰ ਉਹ ਕਿੱਦਾਂ ਗੱਲ ਕਰ ਸਕਦੇ? ਪੂਰੀ ਕੌਮ ਨੂੰ ਲੈ ਕੇ ਤੇ ਪੂਰੀ ਕੌਮ ਦੇ ਨੂੰ ਦੇ ਦਾਅਵੇ ਦੇ ਉੱਤੇ ਕਿੱਦਾਂ ਗੱਲ ਕੀਤੀ ਜਾ ਸਕਦੀ ਹੈ ਕਿ ਕਿਉਂ ਨਹੀਂ ਕੀਤੀ ਜਾ ਸਕਦੀ? ਕਿਉਂ ਨਹੀਂ ਭਾਜੀ, ਕਿਉਂ ਨਹੀਂ ਕੀਤੀ ਜਾ ਸਕਦੀ? ਅੱਜ ਕੌਮ ਨਹੀਂ ਰੈਡੀ, ਕੌਮ ਰੈਡੀ ਹੋਏਗੀ। ਅਸੀਂ ਕੋਈ ਭੱਜੇ ਨਹੀਂ ਜਾ ਰਹੇ, ਜ਼ਬਰਦਸਤੀ ਰੈਡੀ ਕਰਵਾਉਣੇ ਪਏ ਨਾ ਕੌਮ ਨੂੰ ਖਾਲਿਸਤਾਨ ਦੀ। ਅਸੀਂ ਆਪਣੇ ਵਿਚਾਰ ਨੇ ਸਾਡੇ, ਅਸੀਂ ਆਪਣੇ ਵਿਚਾਰ ਨੇ, ਅਸੀਂ ਲੈ ਕੇ ਚੱਲ ਰਹੇ ਹਾਂ। ਕੌਮ ਨਹੀਂ ਅੱਜ ਮੰਨ ਰਹੀ, ਠੀਕ ਹੈ। ਅਸੀਂ ਕੋਈ ਇਹ ਥੋੜੀ ਹੈ ਕਿ ਜੇ ਨਾ ਤਾਂ ਅਸੀਂ ਰਾਹ ਛੱਡ ਰਹੇ ਹਾਂ, ਨਾ ਅਸੀਂ ਕਿਸੇ ਤੇ ਦਬਾਅ ਪਾ ਰਹੇ ਹਾਂ। ਦਬਾਅ ਪਾਉਣਾ ਹੁੰਦਾ AK-47 ਦੇ ਨਾਲ ਭਾਜੀ। ਦਬਾਅ ਪਾਉਣਾ, ਤੁਸੀਂ ਕਹਿ ਰਹੇ ਹੋ ਨਾ, ਪ੍ਰੈਸ਼ਰ ਹੁੰਦਾ AK-47 ਦੇ ਨਾਲ। ਡੈਮੋਕ੍ਰੈਟਿਕ ਤਰੀਕੇ ਦੇ ਨਾਲ ਕੀ ਹੁੰਦਾ, ਅਸੀਂ ਆਪਣੇ ਵਿਚਾਰ ਲੋਕਾਂ 'ਚ ਰੱਖੇ, ਲੋਕਾਂ ਨੇ ਨਹੀਂ ਐਕਸੈਪਟ ਕੀਤੇ, ਅਸੀਂ ਹਾਰਾਂ ਆਪਦੀ ਝੋਲੀ 'ਚ ਪਾਈਆਂ ਨੇ। ਅਸੀਂ ਕਦੇ ਜਿੱਦਾਂ ਇਹ ਦੱਸੋ ਕਿ ਅਸੀਂ ਚਾਹੁੰਦੇ ਕਿ ਨਹੀਂ, ਅਸੀਂ ਯਾਰ ਆਹ ਰਸਤੇ ਦੇ ਤਹਿਤ ਅਸੀਂ ਨਹੀਂ ਕਰ ਸਕਦੇ, ਹੁਣ AK-47 ਚੱਕੋ, ਲੋਕਾਂ ਨੂੰ ਸਿੱਧੇ ਕਰੋ। ਉਹ ਚੀਜ਼ ਅਸੀਂ ਬਲੀਵ ਨਹੀਂ ਕਰਦੇ। ਅਸੀਂ ਡੈਮੋਕ੍ਰੇਸੀ 'ਚ ਬਲੀਵ ਕਰਦੇ ਆ। ਜਿੱਤਾਂ ਹਾਰਾਂ ਜੋ ਚੀਜ਼ ਜਾਣੀ ਕਿ ਅੱਜ ਲੋਕ ਸਾਡੇ ਨਾਲ ਐਗਰੀ ਨਹੀਂ ਹੈਗੇ, ਕੱਲ ਨੂੰ ਐਗਰੀ ਹੋਣਗੇ। ਕਿਉਂ ਨਹੀਂ ਹੋਣਗੇ? ਪਰ ਉਹਦੇ ਲਈ ਅਸੀਂ ਆਪਣਾ ਰਾਹ ਥੋੜੀ ਛੱਡਿਆ, ਅਸੀਂ ਕਿਸੇ ਨੂੰ ਨੁਕਸਾਨ ਥੋੜੀ ਪਹੁੰਚਾਇਆ। ਜਿਹੜੇ ਸਾਡੇ ਇੱਕ ਇਤਿਹਾਸ ਤੁਸੀਂ ਦੇਖੋ, 30 ਸਾਲ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਲੀਡ ਕਰ ਰਹੇ ਨੇ। ਦੱਸੋ ਕਿਹੜੇ ਪੰਜਾਬ ਦੇ ਮੁੰਡੇ ਦਾ ਅਸੀਂ ਨੁਕਸਾਨ ਕਰਵਾਇਆ? ਨਹੀਂ ਬਿਲਕੁਲ ਠੀਕ। ਤੁਸੀਂ ਡੈਮੋਕ੍ਰੈਟਿਕ ਤਰੀਕੇ ਨਾਲ ਮੈਂ ਗੱਲ ਲੈ ਕੇ ਚੱਲਦਾ, ਮੈਂ ਪੰਨੂ ਹੋਣਾ ਦੇ ਤਰੀਕੇ ਨਾਲ, ਮੈਂ ਸਿਰਫ ਪੰਨੂ ਹੋਣਾ ਦੇ ਹੀ ਜਿਹੜੀ ਖਾਲਿਸਤਾਨੀ ਡਿਮਾਂਡ ਹੈ, ਜਿਸ ਤਰੀਕੇ ਨਾਲ ਉਹ ਆ ਰਹੇ ਨੇ, ਹਾਰਾਂ ਬਣੀਆਂ ਰਹਿੰਦੀਆਂ ਨੇ। ਤੁਸੀਂ 1% ਵੋਟ ਦੀ ਗੱਲ ਕੀਤੀ ਹੈ, ਜਿੱਦਾਂ ਹਾਰਾਂ ਤੇ ਉਹ ਕੀ ਉਹ ਇਹਨੂੰ ਲੀਡ ਕਰਨ ਦੇ ਕਾਬਿਲ ਨੇ? ਕੀ ਉਹਨਾਂ ਦਾ ਚਿਹਰਾ ਲੀਡ ਕਰਨ ਦੇ ਕਾਬਿਲ ਹੈ? ਦੇਖੋ ਪਤਾ ਕੀ ਹੈਗਾ, ਉਹ ਜਾਨੀ ਕਿ ਉਹ ਸਿੱਖ ਦੇਖਣਗੇ। ਅਸੀਂ ਨਹੀਂ ਕਹਿ ਸਕਦੇ ਕਿ ਉਹ ਮਤਲਬ ਉਹ ਬਾਦਲ ਸਾਹਿਬ ਲੀਡ ਕਰਨ ਦੇ ਕਾਬਿਲ ਨੇ, ਜਾਂ ਮੋਦੀ ਸਾਹਿਬ ਲੀਡ ਕਰਨ ਦੇ ਕਾਬਿਲ ਨੇ, ਜਾਂ ਬਾਦਲ ਸਾਹਿਬ ABCD। ਦੇਖੋ ਬਾਦਲ, ਅਗਰ ਤੁਸੀਂ ਬਾਦਲ ਸਾਹਿਬ ਜਾਂ ਮੋਦੀ ਸਾਹਿਬ ਦੀ ਗੱਲ ਕਰਦੇ ਹੋ ਨਾ,
ਬਾਦਲ ਸਾਹਿਬ ਲੋਕਾਂ ਦੀ ਵੋਟ ਲੈ ਕੇ ਆਏ ਨੇ ਜਾਂ ਮੋਦੀ ਸਾਹਿਬ ਲੋਕਾਂ ਦੀ ਵੋਟ ਲੈ ਕੇ ਆਏ ਨੇ। ਅੱਜ ਕਾਂਗਰਸ ਉੱਥੇ ਖੜੀ ਹੈ ਜਿਨ੍ਹਾਂ ਨੂੰ ਅਸੀਂ ਲੋਕ ਅਸੀਂ ਸਾਰੇ ਕਹਿੰਦੇ ਵੇ 84 ਨੂੰ ਅਸੀਂ ਕਹਿੰਦੇ ਕਦੀ ਨਹੀਂ ਭੁੱਲਦੇ। ਕਾਂਗਰਸ ਤੋਂ ਵੱਡਾ ਸਭ ਤੋਂ ਵੱਡਾ ਕਾਰਾ ਕਿਸੇ ਨੇ ਨਹੀਂ ਕੀਤਾ ਹਿੰਦੁਸਤਾਨ ਦੇ ਵਿੱਚ 84 ਸਿੱਖਾਂ ਦੇ ਉੱਤੇ। ਅੱਜ ਸਭ ਤੋਂ ਵੱਡੀ ਲੀਡ ਲੈ ਕੇ ਉਹੀ ਕਾਂਗਰਸ ਕਿੱਦਾਂ ਖੜੀ ਹੈ, ਫਿਰ ਲੋਕਾਂ ਦੇ ਦਿਲਾਂ ਦੇ ਵਿੱਚ ਕਿੱਥੇ ਆ? ਤੇ ਫਿਰ ਇਹ ਤੁਸੀਂ ਹੁਣ ਲੋਕਾਂ ਨੂੰ ਦੇਖੋ, ਜਿਹੜਾ ਕਾਂਗਰਸ ਦਾ ਐਮਐਲਏ ਹੈਗਾ ਹਰਕੀਰਤ ਸਿੰਘ ਕੋਟਲੀ, ਉਹਨੇ ਕੇਤੀਆ ਕਾਂਡ ਕੀਤਾ ਤੇ ਫਰਾਂਸ ਦੀ ਕੁੜੀ ਦੇ ਨਾਲ ਬਲਾਤਕਾਰ ਕੀਤਾ ਤੇ ਉਹ ਅੱਜ ਐਮਐਲਏ ਹੈ, ਠੀਕ ਹੈ, ਤੇ ਇੰਟਰਨੈਸ਼ਨਲ ਲੈਵਲ ਤੇ ਸਿੱਖਾਂ ਦੀ ਬੇਇੱਜ਼ਤੀ ਕਰਾਈ। ਚੀਜ਼ ਮੈਂ ਤੁਹਾਡੀ ਉਹ ਵੀ ਮੰਨ ਗਿਆ, ਉਹ ਵੀ ਗਲਤ ਹੈ, ਮਗਰ ਮੈਂ ਇਹ 84 ਦੇ ਕਾਂਡ ਨੂੰ ਤੇ ਕਾਂਗਰਸ ਨੂੰ ਤੇ ਲੋਕਾਂ ਨੂੰ ਇਹਨਾਂ ਤਿੰਨਾਂ ਨੂੰ ਜੋੜ ਕੇ ਦੇਖਦਾ ਪਿਆ ਕਿ ਜਦੋਂ ਇਹੋ ਜਿਹਾ ਕੌਮ ਦੇ ਨਾਲ ਐਡਾ ਵੱਡਾ ਕਾਂਡ ਹੋ ਗਿਆ ਹੋਵੇ, ਫਿਰ ਉਹ ਕੌਮ ਵਨ ਸਾਈਡਡ ਉਸ ਨੂੰ ਜਿਤਾ ਕੇ ਆਪਣੇ ਉੱਤੇ ਸਰਪ੍ਰਸਤ ਬਿਠਾਵੇ। ਤੇ ਤੁਸੀਂ ਕਹਿੰਦੇ ਹੋ ਕਿ ਕੌਮ ਹਜੇ ਵੀ ਖਾਲਿਸਤਾਨ ਦੀ ਡਿਮਾਂਡ ਕਰਦੀ ਹੈ। ਕੌਮ ਤੇ 84 ਨੂੰ ਭੁੱਲ ਗਈ। ਤੇ ਫਿਰ ਇਹ ਤੁਸੀਂ ਕੌਮ ਨਾਲ ਗੱਲ ਕਰੋ ਨਾ ਜਾ ਕੇ। ਅਸੀਂ ਆਪਣੇ ਉਸੇ ਚੀਜ਼ ਦੇ ਉੱਤੇ ਖੜਿਆਂਗੇ ਨਾ, ਅਸੀਂ ਇੰਚ ਇੱਧਰ ਹੋਏ ਆ। ਇਹ ਤੁਸੀਂ ਜਾ ਕੇ ਮਹਾਰਾਜਾ ਸਾਹਿਬ ਨੂੰ ਪੁੱਛੋ, ਇਹ ਜਾ ਕੇ ਬਾਦਲ ਸਾਹਿਬ ਨੂੰ ਪੁੱਛੋ। ਜਦੋਂ ਬੁਸ਼ਰਤ ਘਾਲੀ ਸੈਕਟਰੀ ਜਨਰਲ ਯੂਨਾਈਟਿਡ ਨੇਸ਼ਨ ਦਾ ਹਿੰਦੁਸਤਾਨ ਦੇ ਵਿੱਚ ਆਉਂਦਾ ਹੈ ਤਾਂ ਬਾਦਲ ਸਾਹਿਬ, ਮਾਨ ਸਾਹਿਬ, ਕੈਪਟਨ ਸਾਹਿਬ, ਟੌੜਾ ਸਾਹਿਬ, ਜਿੰਨੇ ਉਸ ਟਾਈਮ ਸਾਹਿਬ ਸੀਗੇ ਸਿੱਖ ਕੌਮ ਦੇ, ਸਾਰਿਆਂ ਨੇ ਸਾਈਨ ਕਰਕੇ ਆਜ਼ਾਦ ਖਾਲਿਸਤਾਨ ਦੀ ਮੰਗ ਦਾ ਮੈਮੋਰੈਂਡਮ ਦਿੱਤਾ ਹੈ, ਠੀਕ ਹੈ। ਉਦੋਂ ਬਾਅਦ ਅੰਮ੍ਰਿਤਸਰ ਐਲਾਨਨਾਮਾ, ਜਦੋਂ ਅਕਾਲੀ ਦਲ ਅੰਮ੍ਰਿਤਸਰ ਬਣਦਾ ਹੈ ਅਕਾਲ ਤਖਤ ਦੇ ਜਥੇਦਾਰ ਦੇ ਹੁਕਮਾਂ ਦੇ ਨਾਲ, ਉੱਥੇ ਸਾਰੇ ਕੈਪਟਨ ਅਮਰਿੰਦਰ ਸਿੰਘ, ਸਰਦਾਰ ਸਿਮਰਨਜੀਤ ਸਿੰਘ ਮਾਨ, ਗੁਰਚਰਨ ਸਿੰਘ ਟੌੜਾ, ਸਰਜੀਤ ਸਿੰਘ ਬਰਨਾਲਾ ਸਮੇਤ ਜਿਹੜੀ ਉਸ ਟਾਈਮ ਦੀ ਲੀਡਰਸ਼ਿਪ ਸੀ, ਸਾਰਿਆਂ ਨੇ ਅਕਾਲ ਤਖਤ ਦੇ ਉੱਤੇ ਆਜ਼ਾਦ ਬਾਦਸ਼ਾਹੀ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਕਾਇਮ ਕਰਨ ਦੇ ਲਈ ਸਹੁੰ ਚੱਕੀਆਂ ਨੇ। ਇਹ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ, ਇਹ ਤੁਸੀਂ ਪ੍ਰਕਾਸ਼ ਸਿੰਘ ਬਾਦਲ ਜਾਂ ਉਹਨਾਂ ਦੇ ਸਮਰਥਕਾਂ ਨੂੰ ਪੁੱਛੋ ਕਿ ਅਕਾਲ ਤਖਤ ਨੂੰ ਪਿੱਠ ਦੇ ਕੇ ਅੱਜ ਤੁਸੀਂ ਉਸੇ ਕਾਂਗਰਸ ਦੀ ਅਗਵਾਈ ਦੇ ਵਿੱਚ ਸਰਕਾਰਾਂ ਬਣਾਉਂਦੇ ਹੋ, ਉਸੇ ਸਟੇਟ ਦੇ ਥੱਲੇ ਤੁਸੀਂ ਕੰਮ ਕਰ ਰਹੇ ਹੋ। ਤੁਹਾਡੀ ਇਹੋ ਜਿਹੀ ਕੀ ਮਜਬੂਰੀ ਸੀ? ਇਹ ਸਵਾਲ ਸਾਨੂੰ ਨਹੀਂ, ਤੁਸੀਂ ਉਹਨਾਂ ਨੂੰ ਪੁੱਛੋ। ਅਸੀਂ 92 ਤੋਂ ਲੈ ਕੇ ਜਦੋਂ ਅਕਾਲ ਤਖਤ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਅਗਵਾਈ ਦੇ ਵਿੱਚ, ਜਾਣੀ ਕਿ ਅਕਾਲੀ ਦਲ ਅੰਮ੍ਰਿਤਸਰ ਬਣਦਾ ਅਕਾਲ ਤਖਤ ਦੀ ਅਗਵਾਈ ਦੇ ਵਿੱਚ, ਸਿਮਰਨਜੀਤ ਸਿੰਘ ਮਾਨ ਉਸੇ ਚੀਜ਼ ਦੇ ਉੱਤੇ ਪਹਿਰਾ ਦੇ ਰਿਹਾ ਹੈਗਾ। ਚਾਹੇ ਸਾਨੂੰ ਵੋਟਾਂ, ਅਸੀਂ 2 ਵਾਰੀ 5.25 ਲੱਖ ਇੰਡੀਆ ਦੇ ਵਿੱਚੋਂ ਸੈਕੰਡ ਲਾਰਜੈਸਟ ਵੋਟਾਂ ਪਹਿਲੀਆਂ ਪਾਸਵਾਨ ਦੀਆਂ ਨੇ, ਦੂਸਰੀਆਂ ਸਿਮਰਨਜੀਤ ਸਿੰਘ ਮਾਨ ਦੀਆਂ ਨੇ, ਵੱਡੀ ਲੀਡ ਤੇ ਅਸੀਂ ਜਿੱਤੇ। ਫਿਰ ਅਸੀਂ ਸੰਗਰੂਰ ਤੋਂ ਪਾਰਲੀਮੈਂਟ ਜਿੱਤੇ। ਅਸੀਂ ਸਮੇਂ ਤੇ ਦੇਖੋ, ਇਹ ਕੋਈ ਸਾਡੀ ਪ੍ਰਾਪਤੀ ਨਹੀਂ ਕਿ ਐਮਪੀ ਬਣ ਜਾਣਾ, ਐਮਐਲਏ ਬਣ ਜਾਣਾ, ਚੀਫ ਮਿਨਿਸਟਰ ਬਣ ਜਾਣਾ, ਪ੍ਰਾਈਮ ਮਿਨਿਸਟਰ ਬਣ ਜਾਣਾ। ਇਹ ਕੋਈ ਅਚੀਵਮੈਂਟਸ ਨਹੀਂ ਹੁੰਦੀਆਂ। ਅਚੀਵਮੈਂਟਸ ਹੁੰਦੀਆਂ ਨੇ ਆਪਣੇ ਥਾਟ ਨੂੰ ਤੁਸੀਂ ਉਹਦੇ ਉੱਤੇ ਕੰਸੈਂਟਰੇਟ ਕਰਨਾ, ਉਹਨੂੰ ਜਾਣੀ ਕਿ ਉਹਨੂੰ ਇੰਪਲੀਮੈਂਟ ਕਰਨ ਦੇ ਲਈ ਆਪਣੀ ਜੱਦੋ ਜਹਿਦ ਕਰਦੇ ਰਹਿਣਾ। ਕਦੇ ਪਬਲਿਕ ਹੁੰਦੀ ਆ, ਕਈ ਵਾਰੀ ਜਾਣੀ ਕਿ ਤੁਹਾਨੂੰ ਨਹੀਂ ਸਮਝਦੀ, ਹੋ ਸਕਦਾ ਸਾਡੇ 'ਚ ਗਲਤੀਆਂ ਹੋਣ। ਇਹ ਕੋਈ ਜ਼ਰੂਰੀ ਨਹੀਂ ਵੀ ਅਸੀਂ ਠੀਕ ਆ, ਇਹ ਅਸੀਂ ਕਦੇ ਨਹੀਂ ਕਹਿੰਦੇ ਕਿ ਅਸੀਂ 100% ਕਰੈਕਟ ਆ। ਅਸੀਂ ਸਾਡੇ 'ਚ ਵੀ ਕਮੀਆਂ ਹੋਣਗੀਆਂ, ਇਸੇ ਕਰਕੇ ਸਾਨੂੰ ਜਾਣੀ ਕਿ ਰਿਜੈਕਟ ਕਰ ਰਹੇ ਨੇ, ਜਾਂ ਉੱਥੋਂ ਦੇ ਹਾਲਾਤ ਕੀ ਨੇ, ਉੱਥੋਂ ਦੇ ਫਾਈਨੈਂਸ਼ੀਅਲੀ ਹਾਲਾਤ ਕੀ ਨੇ, ਸਮਾਜਿਕ ਹਾਲਾਤ ਕੀ ਨੇ। ਇਹ ਵੀ ਕਈ ਵਾਰੀ ਮਜਬੂਰੀਆਂ ਹੁੰਦੀਆਂ ਨੇਗੀਆਂ, ਪਰ ਸਾਡਾ ਨਿਸ਼ਾਨਾ ਡੈਮੋਕ੍ਰੈਟਿਕ ਪੀਸਫੁਲੀ ਤਰੀਕੇ ਦੇ ਨਾਲ ਜਿਹੜੇ ਦੇਸ਼ 'ਚ ਅਸੀਂ ਰਹਿੰਦੇ ਹਾਂ, ਉਹ ਦੇਸ਼ ਦੇ ਸੰਵਿਧਾਨ ਦੇ ਤਹਿਤ ਅਸੀਂ ਆਪਦੀ ਗੱਲ ਆਸਟ੍ਰੇਲੀਆ 'ਚ ਵੀ ਕਰਦੇ ਹਾਂ, ਅਮਰੀਕਾ 'ਚ ਵੀ ਕਰਦੇ ਹਾਂ, ਹਿੰਦੁਸਤਾਨ ਦੇ ਅੱਜ ਦੇ ਕਾਨੂੰਨ ਦੇ ਤਹਿਤ। ਬੇਸ਼ੱਕ ਉਹ ਸਾਡੇ ਤੇ ਥੋਪਿਆ ਹੋਇਆ, ਪਰ ਅਸੀਂ ਉਹਦੇ ਵਿੱਚ ਇਹ ਨਹੀਂ ਹੈ ਕਿ ਅਸੀਂ ਕਿਸੇ ਹਿੰਦੂ ਦਾ ਨੁਕਸਾਨ ਕਰੀਏ, ਮੁਸਲਮਾਨ ਦਾ ਨੁਕਸਾਨ ਕਰੀਏ, ਜਾਂ ਉੱਥੋਂ ਦੇ ਬਿਊਰੋਕਰੇਟਸ ਨੇ ਜਿਹੜੇ ਅਫਸਰਸ਼ਾਹੀ ਹੈ, ਅਸੀਂ ਕਿਸੇ ਉਹਨਾਂ ਦਾ ਨੁਕਸਾਨ ਕਰੀਏ। ਪਰ ਅਸੀਂ ਉੱਥੋਂ ਦੇ ਕਾਨੂੰਨ ਦੇ ਤਹਿਤ ਆਪਣੀ ਗੱਲ ਰੱਖ ਰਹੇ ਹਾਂ, ਫਿਊਚਰ ਦੇ ਵਿੱਚ ਰੱਖਦੇ ਰਹਾਂਗੇ। ਜਿੰਨਾ ਟਾਈਮ ਸਾਨੂੰ ਜਿਹੜਾ ਸਾਡਾ ਨਿਸ਼ਾਨਾ ਅਚੀਵਮੈਂਟ ਨਹੀਂ ਹੁੰਦੀ ਹੈਗੀ, ਅਸੀਂ ਆਪਣੇ ਤਰੀਕੇ ਦੇ ਨਾਲ ਜਦੋਜਹਿਦ ਕਰਦੇ ਰਹਾਂਗੇ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਭਾਜੀ। ਤੇ ਇਹ ਸਨ ਸਾਡੇ ਨਾਲ ਹਰਦੀਪ ਸਿੰਘ ਸਮਰਾ ਜੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਪ੍ਰਸਤ ਮੈਲਬਨ ਤੋਂ। ਤੇ ਜਿਸ ਤਰੀਕੇ ਨਾਲ ਇਹਨਾਂ ਨੇ ਦੱਸਿਆ ਕਿ ਇਹਨਾਂ ਦੀ ਪਾਰਟੀ ਪੰਨੂ ਹੋਣਾ ਦੀ ਇਸ ਰੈਫਰੈਂਡਮ ਨੂੰ ਸਭ ਤੋਂ ਪਹਿਲੇ ਰੈਫਰੈਂਡਮ ਦਾ ਜਿਹੜਾ ਨਾਮ ਦੇਣਾ ਉਹੀ ਗਲਤ ਸਮਝਦੀ ਹੈ, ਉਹਦਾ ਰੈਫਰੈਂਡਮ ਦਾ ਨਾਮ ਨਹੀਂ ਹੋਣਾ ਚਾਹੀਦਾ। ਦੂਸਰੇ ਨੰਬਰ ਦੇ ਉੱਤੇ ਇਹ ਕਹਿਣਾ ਚਾਹ ਰਹੇ ਨੇ ਕਿ ਪੀੜ੍ਹੀ ਨੂੰ, ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪੰਨੂ ਨੂੰ ਬੜਾ ਕਲੀਅਰ ਕੱਟ ਇਹ ਦੱਸਣਾ ਚਾਹੀਦਾ ਹੈ ਕਿ ਆਉਣ ਵਾਲੇ ਜਿਹੜੇ ਉਹਦੇ ਰਿਜ਼ਲਟ, ਜਾਂ ਇਸ ਤੋਂ ਬਾਅਦ ਉਹਨਾਂ ਨੂੰ ਏਦਾਂ ਨਹੀਂ ਹੈਗਾ ਕਿ ਅਗਰ ਇਹ 2020 ਇਹ ਕਰਵਾ ਲੈਂਦੇ ਨੇ ਤੇ ਇਸ ਤੋਂ ਬਾਅਦ ਹੀ ਉਹਨਾਂ ਨੂੰ ਕਿਤੇ 2-4 ਮਹੀਨੇ ਇਹ ਪੰਜਾਬ ਮਿਲ ਜਾਏਗਾ। ਤੇ ਨਾਲ ਦੇ ਨਾਲ ਹੀ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਆਪਣਾ ਸੰਘਰਸ਼ ਜਾਰੀ ਰੱਖਿਆ, ਇਹ ਹਮੇਸ਼ਾ ਹੀ ਜਾਰੀ ਰੱਖਣਗੇ। ਇਹ ਖਾਲਿਸਤਾਨ ਦੀ ਡਿਮਾਂਡ ਤੇ ਇਹਨਾਂ ਦੀ ਵੀ ਹੈਗੀ ਹੈ, ਮਗਰ ਇੱਕ ਡੈਮੋਕ੍ਰੈਟਿਕ ਤਰੀਕੇ ਦੇ ਨਾਲ। ਅਗਰ ਪੰਨੂ ਹੋਣਾ ਨੇ ਵੀ ਆਉਣਾ ਮੈਂ ਇਸ ਡਿਮਾਂਡ ਨੂੰ ਲੈ ਕੇ, ਤਾਂ ਉਹ ਵੀ ਇੱਕ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਲੈ ਕੇ ਆਉਣ,
ਤਾਂ ਜੋ ਜਿਹੜਾ ਕਿ ਅੱਜ ਦੀ ਜਿਹੜੀ ਪੀੜ੍ਹੀ ਹੈਗੀ ਆ ਉਹ ਕਿਤੇ ਜਿਸ ਤਰੀਕੇ ਨਾਲ ਅੱਜ ਕੱਲ੍ਹ ਮਗਰਲੇ 1-2 ਮਹੀਨਿਆਂ ਦੇ ਵਿੱਚ ਜਵਾਬਾਂ ਦੇ ਤਹਿਤ ਕੁਝ ਨੌਜਵਾਨ ਅੰਦਰ ਦਿੱਤੇ ਗਏ ਨੇ, ਕੁਝ ਹੋਰ ਨੌਜਵਾਨਾਂ ਨੂੰ ਇਹੋ ਜਿਹੇ ਸਾਹਮਣਾ ਨਾ ਕਰਨਾ ਪਵੇ। ਇਸ ਦੇ ਨਾਲ ਹੀ ਹਰਦੀਪ ਸਿੰਘ ਸੰਗਰਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਪੰਜਾਬ ਤੋਂ ਦੂਰ ਪੰਜਾਬੀਅਤ ਦੇ ਨੇੜੇ ਬ੍ਰਦਰਜ਼ ਹਵੇਲੀ, ਪਿਓਰ ਪੰਜਾਬੀ ਖਾਣਾ, ਪਿਓਰ ਪੰਜਾਬੀ ਸਵਾਦ, ਪਿਓਰ ਪੰਜਾਬੀ ਮਾਹੌਲ। ਭਾਵੇਂ ਵੈਜ ਖਾਓ ਭਾਵੇਂ ਨੌਨ ਵੈਜ, ਸਨੈਕਸ ਤੋਂ ਲੈ ਕੇ ਫੁੱਲ ਮੀਲ, ਸਭ ਕੁਝ ਅੱਜ ਹੀ ਪਹੁੰਚੋ ਬ੍ਰਦਰਜ਼ ਹਵੇਲੀ 13 to 15 ਪਲਟਨੀ Dandenong BIC 3175 Melbourne ਜਾਂ ਕਾਲ ਕਰੋ 6139792277।